ਦੋਸਤੋ ਤੁਹਾਨੂੰ ਸਾਰਿਆਂ ਨੂੰ ਪੰਜਾਬ ਸੰਗੀਤ ਨਾਟਕ ਅਕੈਡਮੀ ਵੱਲੋਂ ਜੀ ਆਇਆਂ। ਅਸੀਂ ਆਪਣੀ ਕ੍ਰੀਏਟਿਵ ਐਕਸਪੀਰੀਅੰਸ ਦੀ ਲੜੀ ਦੇ ਵਿੱਚ ਅਸੀਂ ਅੱਜ ਅਗਲੇ ਪੜਾਅ ਦੇ ਉੱਤੇ ਆ। ਅਸੀਂ ਹਰ ਰੋਜ਼ ਆਪਣੇ ਦੋਸਤਾਂ ਨਾਲ ਸੰਗੀਤ ਦੀਆਂ, ਨ੍ਰਿਤ ਦੀਆਂ ਔਰ ਨਾਟਕ ਦੀਆਂ ਗੱਲਾਂ ਕਰਦੇ ਆ। ਇਹਨਾਂ ਦੇ ਰੰਗਮੰਚ ਤਜਰਬੇ ਔਰ ਰੰਗ ਸੰਘਰਸ਼ ਦੀਆਂ ਗੱਲਾਂ ਕਰਦੇ ਆ ਔਰ ਜੋ ਕੁਝ ਇਹਨਾਂ ਨੇ ਪੂਰਨੇ ਪਾਏ, ਨਵੀਆਂ ਲੀਹਾਂ ਸਿਰਜੀਆਂ, ਕਿਹੜੀਆਂ ਲੀਹਾਂ ਤੇ ਤੁਰੇ ਔਰ ਕੀ ਵਿਲੱਖਣ ਪ੍ਰਾਪਤੀਆਂ ਇਹਨਾਂ ਦੋਸਤਾਂ ਨੇ ਕੀਤੀਆਂ, ਕਲਾਕਾਰਾਂ ਨੇ ਕੀਤੀਆਂ। ਅਸੀਂ ਉਹਦੇ ਬਾਰੇ ਇਹ ਇੱਕ ਕਿਸਮ ਦੀ ਕਹਿ ਲਓ ਡਾਕੂਮੈਂਟੇਸ਼ਨ ਕਰ ਰਹੇ ਹਾਂ ਕਿ ਇਹਨਾਂ ਦੇ ਬਾਰੇ ਗੱਲ ਵੀ ਕਰ ਰਹੇ ਹਾਂ। ਤੇ ਇਹ ਸਾਡੇ ਕੋਲ ਜਿਹੜਾ ਵਕਤ ਹੈ ਔਰ ਇਸ ਵਕਤ ਦੇ ਅੱਜ ਦੇ ਅਗਲੇ ਪੜਾਅ ਦੇ ਵਿੱਚ ਸਾਡੇ ਕੋਲ ਚੰਡੀਗੜ੍ਹ ਤੋਂ ਸੰਗੀਤਾ ਗੁਪਤਾ ਹੈ। ਸੰਗੀਤਾ ਗੁਪਤਾ ਜਿਸ ਨੇ ਆਪਣੀ ਹੀ ਕਹਿ ਲਓ ਕਿ ਆਪਣੇ ਹੌਸਲੇ ਨਾਲ, ਆਪਣੀ ਤਾਕਤ ਨਾਲ ਔਰ ਆਪਣੇ ਸੰਘਰਸ਼ ਦੇ ਨਾਲ ਆਪਣਾ ਇੱਕ ਮੁਕਾਮ ਹਾਸਲ ਕੀਤਾ ਔਰ ਉਸਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਥੀਏਟਰ ਐਂਡ ਟੀਵੀ ਡਿਪਾਰਟਮੈਂਟ ਤੋਂ ਟ੍ਰੇਨਿੰਗ ਲਈ MA ਕੀਤੀ ਥੀਏਟਰ ਡਿਪਾਰਟਮੈਂਟ ਦੇ ਵਿੱਚ ਔਰ ਉਸ ਤੋਂ ਬਾਅਦ ਉਹਨੇ ਲਗਾਤਾਰ ਉਸਨੇ ਥੀਏਟਰ ਦੀ ਦੁਨੀਆ ਦੇ ਵਿੱਚ ਹੀ ਕਦਮ ਰੱਖੇ। ਹੁਣ ਅਸੀਂ ਉਹਨੂੰ ਪਿਛਲੇ ਕੁਝ ਸਮਿਆਂ ਤੋਂ ਪੰਜਾਬੀ ਫਿਲਮਾਂ ਵਿੱਚ ਵੀ ਵੇਖ ਰਹੇ ਹਾਂ। ਬਹੁਤ ਸਾਰੇ ਫਿਲਮਾਂ ਵਿੱਚ ਮਾਵਾਂ ਦੇ ਰੋਲ ਵਿੱਚ ਉਸਨੂੰ ਸੰਗੀਤਾ ਨੂੰ ਵੱਖ-ਵੱਖ ਫਿਲਮਾਂ ਵਿੱਚ ਵੇਖਦੇ ਆ। ਪਰ ਸੰਗੀਤਾ ਦਾ ਜਿਹੜਾ ਮੁੱਢਲਾ ਪਿਆਰ, ਪਹਿਲਾ ਇਸ਼ਕ, ਉਹ ਸਾਰਾ ਥੀਏਟਰ ਹੈ। ਸੋ ਥੀਏਟਰ ਦੇ ਨਾਲ ਉਹ ਜੁੜੀ, ਉਹ ਆਪਣਾ ਟ੍ਰੇਨਿੰਗ ਸਕੂਲ ਚਲਾਉਂਦੀ ਹੈ ਜਿਹਦੇ ਵਿੱਚ ਉਹ ਨੌਜਵਾਨ ਕਲਾਕਾਰਾਂ ਨੂੰ ਟ੍ਰੇਨਿੰਗ ਵੀ ਦਿੰਦੀ ਹੈ। ਸੋ ਸੰਗੀਤਾ, ਤੁਹਾਨੂੰ ਪੰਜਾਬ ਸੰਗੀਤ ਨਾਟਕ ਅਕੈਡਮੀ ਵੱਲੋਂ ਜੀ ਆਇਆਂ। ਸੋ ਅਸੀਂ ਤੁਹਾਡੇ ਨਾਲ ਤੁਹਾਡੇ ਬੁੱਢੋ ਸੁੱਢੋ ਸਾਰੇ ਸਫ਼ਰ ਦੀ ਗੱਲਬਾਤ ਆਪਾਂ ਕਰਾਂਗੇ। ਤੇ ਮੈਂ ਇਹਨਾਂ ਤਾਂ ਜ਼ਰੂਰ ਜਾਣਦਾ ਵੀ ਹਾਂ 1992 ਵਿੱਚ ਸੰਗੀਤਾ ਮੇਰੀ ਵੀ ਸਟੂਡੈਂਟ ਸੀ ਔਰ ਮੇਰੇ ਨਾਟਕ ਦੀ ਹੀਰੋਇਨ ਸੀਗੀ ਚਲਿੱਤਰਾ ਹੱਥੀ। ਸੋ ਸੰਗੀਤਾ ਬਹੁਤ ਖੂਬਸੂਰਤ ਪਲ ਸੀਗੇ, ਤੂੰ ਬਹੁਤ ਦਮਦਾਰ ਕਿਰਦਾਰ ਨਿਭਾਇਆ ਸੀ। ਆਪਾਂ ਉਸ ਕਿਰਦਾਰ ਦੀਆਂ ਗੱਲਾਂ ਵੀ ਕਰਾਂਗੇ, ਪਰ ਉਸ ਤੋਂ ਪਹਿਲੇ ਮੈਂ ਜਾਣਨਾ ਚਾਹਾਂਗਾ ਕਿ ਸੰਗੀਤਾ ਜਿਸ ਏਰੀਏ ਚੋਂ ਆਈ ਸੀ ਉਹਨੂੰ ਕਿੱਦਾਂ ਲੱਗਣ ਲੱਗ ਗਈ ਵੀ ਲਓ ਜੀ ਮੈਂ ਹੁਣ ਥੀਏਟਰ ਐਂਡ ਟੀਵੀ ਡਿਪਾਰਟਮੈਂਟ ਜੁਆਇਨ ਕਰ ਲਾਂ। ਕੀ ਤੂੰ ਪਹਿਲੇ ਨਾਟਕ ਕਰਦੀ ਆਈ ਸੀ, ਕਿੱਧਰੋਂ ਆਈ ਤੇ ਕਿੱਧਰ ਨੂੰ ਤੁਰ ਪਈ? ਇਹ ਸਾਰੀਆਂ ਗੱਲਾਂ ਸਾਂਝੀਆਂ ਕਰਦੇ। ਭਾਜੀ ਸਭ ਤੋਂ ਪਹਿਲਾਂ ਤਾਂ ਸੰਗੀਤ ਨਾਟਕ ਅਕੈਡਮੀ ਦਾ ਬਹੁਤ-ਬਹੁਤ ਸ਼ੁਕਰੀਆ, ਧੰਨਵਾਦ ਉਹਨਾਂ ਨੇ ਮੈਨੂੰ ਇਸ ਮੰਚ ਲਈ ਚੁਣਿਆ ਕਿ ਮੈਂ ਆਪਣੇ ਦਿਲ ਦੀ ਗੱਲ ਕਹਿ ਸਕਾਂ। ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਤੁਸੀਂ ਵੀ ਮੇਰੇ ਜੀਵਨ 'ਚ ਇੱਕ ਅਹਿਮ ਰੋਲ ਅਦਾ ਕੀਤਾ ਹੈ। ਪ੍ਰੋਫੈਸ਼ਨਲ ਥੀਏਟਰ ਕਿਸ ਕਿਸਮ ਦਾ ਹੋ ਸਕਦਾ ਹੁੰਦਾ ਹੈ ਤੇ ਉਹਦੇ ਲਗਾਤਾਰ ਕਿੰਨੇ ਸ਼ੋਅ ਹੋ ਸਕਦੇ ਹੁੰਦੇ ਨੇ ਤੇ ਯੂਨੀਵਰਸਿਟੀ 'ਚ ਉਹਦੀ ਕੀ ਪਹਿਚਾਣ ਹੋ ਸਕਦੀ ਹੈ ਕਿ ਲੋਕ ਕਿਸ ਹੱਦ ਤੱਕ ਦੇਖਣ ਲਈ ਪਾਗਲ ਹੋ ਸਕਦੇ ਹੈ। ਔਰ ਇੱਕ ਨਾਟਕ ਵਿੱਚ ਹਰ ਚੀਜ਼ ਐਪਰੋਪਰੀਏਟ ਕਿਵੇਂ ਹੁੰਦੀ ਹੈ, ਕਾਸਟਿਊਮ, ਪ੍ਰੋਪਰਟੀ, ਲਾਈਟਿੰਗ, ਮਿਊਜ਼ਿਕ, ਉਹ ਮੈਂ ਤੁਹਾਡੇ ਨਾਲ ਮੇਰਾ ਪਹਿਲਾ ਤਜਰਬਾ ਹੈ ਜਿਹਨੂੰ ਮੈਂ ਜੀਵਨ ਭਰ ਕਦੇ ਭੁੱਲ ਨਹੀਂ ਸਕੀ, ਜਿਸਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਮੈਨੂੰ ਇੱਕ ਨਵੀਂ ਪਛਾਣ ਦਿੱਤੀ ਸੀ ਕਿ ਵਾਈਸ ਚਾਂਸਲਰ ਵੀ ਮੈਨੂੰ ਆਵਾਜ਼ ਮਾਰਦਾ ਸੀ ਤੇ ਮਿਰਾਂਡੋ ਲੀਨਾ ਕਹਿ ਕੇ ਬੁਲਾਉਂਦਾ ਸੀ ਤੇ ਮੈਂ ਉਸ ਤਜਰਬੇ ਨੂੰ ਤੇ ਕਦੇ ਭੁੱਲ ਨਹੀਂ ਸਕਦੀ ਜੀ। ਭਾਜੀ ਮੈਂ ਕਦੇ ਵੀ ਜੀਵਨ 'ਚ ਐਕਟਰੈਸ ਨਹੀਂ ਬਣਨਾ ਚਾਹਿਆ ਸੀ, ਨਾ ਮੈਨੂੰ ਪਤਾ ਸੀ। ਸਾਡੇ ਲਈ ਥੀਏਟਰ ਦਾ ਮਤਲਬ ਸਿਨੇਮਾ ਹਾਲ ਜਿਹੜੇ ਹੁੰਦੇ ਬਸ ਇਹੀ ਸੀ। ਪਰ ਕਿਉਂਕਿ ਮੇਰੀ ਘਰ 'ਚ ਕੋਈ ਬਹੁਤੀ ਚੰਗੀ ਥਾਂ ਨਹੀਂ ਸੀ, ਇਸ ਕਰਕੇ ਮੈਂ ਨਕਲਾਂ ਲਾਉਂਦੀ ਹੁੰਦੀ ਸੀ, ਬਾਹਰ ਲੋਕਾਂ ਨੂੰ ਹਸਾਉਂਦੀ ਸੀ, ਜੋਕਰਪਣਾ ਕਰਦੀ ਸੀ, ਅਟੈਂਸ਼ਨ ਲੈਣ ਦੀ ਕੋਸ਼ਿਸ਼ ਕਰਦੀ ਸੀ, ਪਰ ਉਹਦੇ ਵਿੱਚ ਕਿਤੇ ਨਾਟਕ ਲੁਕਿਆ ਹੋਇਆ ਸੀ। ਪਰ ਮੈਨੂੰ ਨਹੀਂ ਸੀ ਪਤਾ ਲੱਗ ਰਿਹਾ ਕਿ ਮੈਂ ਸੱਚਮੁੱਚ ਨਾਟਕ ਵੱਲ ਜਾ ਰਹੀ ਹਾਂ। ਮੈਨੂੰ ਤੇ ਇਹ ਲੱਗ ਰਿਹਾ ਸੀ ਮੈਂ ਵਕਤ ਗੁਜ਼ਾਰ ਰਹੀ ਹਾਂ। ਮੈਂ ਤੇ ਵਕੀਲ ਬਣਨਾ ਚਾਹੁੰਦੀ ਸੀ। ਉਹ ਵੀ ਘਰੇ ਜਦੋਂ ਝਿੜਕਾਂ ਪੈਂਦੀਆਂ ਕਹਿੰਦੇ ਜਿਹੜਾ ਨਹੀਂ ਕਰਨੀ, ਨਾ ਇਹ ਕਚਹਿਰੀ ਨਾ ਤੂੰ ਵਕੀਲ। ਮੈਨੂੰ ਲੱਗਿਆ ਵਕੀਲ ਬਣ ਕੇ ਜ਼ਿੰਦਗੀ ਦੇ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣੇ। ਸੰਗੀਤਾ ਵਕੀਲ ਬਣਨਾ ਤੂੰ, ਬਸ ਬੜੀ ਹੋ ਜਾ ਫਟਾਫਟ। ਇਥੋਂ ਵਕੀਲ ਬਣਨ ਬਾਰੇ ਸੋਚਿਆ, ਪਰ ਇਹ ਨਹੀਂ ਪਤਾ ਸੀ ਕਿ ਕਾਲਜ 'ਚ ਕਦਮ ਰੱਖਦਿਆਂ ਹੀ ਯੂਥ ਫੈਸਟੀਵਲ 'ਚ ਪਾਰਟਿਸਿਪੇਟ ਕਰਨ ਦਾ ਮੌਕਾ ਮਿਲੇਗਾ ਤੇ ਮੈਂ ਹਿਸਟ੍ਰੋਨਿਕਸ, ਇੱਕ ਛੋਟੀ ਜਿਹੀ ਆਈਟਮ, ਗੋਬਿੰਦਗੜ੍ਹ ਦਾ ਇੱਕ ਨਿੱਕਾ ਜਿਹਾ ਕਾਲਜ ਜੀ, ਡਰਾਮਾ ਤਾਂ ਉੱਥੇ ਹੁੰਦਾ ਨਹੀਂ। ਉਹਨਾਂ ਨੇ ਕਿਹਾ ਚਲੋ ਇੱਕ ਕੁੜੀ ਹੈਗੀ ਆ, ਸ਼ਰਾਰਤਾਂ ਜਿਹੀਆਂ ਕਰਦੀ ਆ, ਇਹਨੂੰ ਮੋਨੋ ਐਕਟਿੰਗ ਕਰਾ ਦਿਓ। ਮੈਨੂੰ ਮੋਨੋ ਐਕਟਿੰਗ ਕਰਾਤੀ ਉਹਨਾਂ ਨੇ ਜੀ। ਮੈਨੂੰ ਕਹਿੰਦੇ ਵੀ ਠੇਠ ਟੱਚ ਚਾਹੀਦਾ। ਮੈਂ ਉਸ ਠੇਠ ਟੱਚ ਨੂੰ ਜੀ ਕਰ ਲਿਆ, ਕਾਪੀ ਕਰ ਲਿਆ ਤੇ ਉਹਨਾਂ ਨੇ ਕਿਹਾ ਲੈ ਵੀ ਬਾਣੀਆਂ ਦੀ ਕੁੜੀ ਤਾਂ ਫਰਾਟੇਦਾਰ ਪੰਜਾਬੀ ਬੋਲੀ ਜਾਂਦੀ ਹੈ, ਕਿੱਦਾਂ ਇਹ ਤਾਂ ਪੋਚੀ ਬੋਲਦੀ ਹੋਈ ਨਹੀਂ। ਤੇ ਮੈਂ ਕਿਉਂਕਿ ਸ਼ਰਾਰਤੀ ਸੀਗੀ ਜੀ, ਮੈਂ ਫਸਟ ਆ ਗਈ ਜੀ। ਉੱਥੇ ਸੁਰਿੰਦਰ ਸ਼ਰਮਾ ਜੀ ਬੈਠੇ ਸੀ, ਦੂਰਦਰਸ਼ਨ ਦੇ ਡਾਇਰੈਕਟਰ, ਉਹਨਾਂ ਨੇ ਮੈਨੂੰ ਬੁਲਾਇਆ, ਕਹਿੰਦੇ ਕੁੜੀਏ ਤੂੰ ਕਿੱਥੋਂ ਦੀ ਹੈ? ਮੈਂ ਕਿਹਾ ਜੀ ਮੰਡੀ ਗੋਬਿੰਦਗੜ੍ਹ ਦੀ। ਕਹਿੰਦੇ ਸੀਰੀਅਲ ਕਰੇਂਗੀ? ਮੈਂ ਕਿਹਾ ਜੀ ਮੈਂ? ਕਹਿੰਦੇ ਹਾਂ ਤੂੰ। ਮੈਂ ਕਿਹਾ ਜੀ ਮੈਨੂੰ ਨਹੀਂ ਪਤਾ, ਮੇਰੇ ਫਾਦਰ ਸਾਹਿਬ ਨੂੰ ਪੁੱਛ ਲਿਓ।
ਬਸ ਜੀ ਉਹ ਕਿੱਦਾਂ ਕਰਕੇ ਮੈਨੂੰ ਨਹੀਂ ਪਤਾ, ਕਿਵੇਂ ਉਹ ਮੰਡੀ ਗੋਬਿੰਦਗੜ੍ਹ ਪਹੁੰਚੇ, ਉਹਨਾਂ ਨੇ ਸੋਹਣ ਧਾਰੀਵਾਲ ਨੂੰ ਕੰਟੈਕਟ ਕੀਤਾ, ਉਹਦੇ ਥਰੂ ਮੇਰੇ ਫਾਦਰ ਸਾਹਿਬ ਕੋਲ ਪਹੁੰਚੇ, ਉਹਨਾਂ ਨੇ ਮੈਨੂੰ 6ਵਾਂ ਦਰਿਆ ਭਾਗ ਸਿੰਘ ਦੇ ਇੱਕ ਸੀਰੀਅਲ ਵਾਸਤੇ ਕਾਸਟ ਕਰ ਲਿਆ। ਤੇ ਮੈਨੂੰ ਤੇ ਉਦੋਂ ਹੀ ਪਤਾ ਲੱਗਿਆ ਜਦੋਂ ਮੈਂ ਸੈੱਟ ਤੇ ਪਹੁੰਚ ਗਈ, ਮੇਰੀ ਉਮਰ 18 ਸਾਲ, ਚਿੱਟੇ ਵਾਲਾਂ ਦਾ ਵਿਗ ਪਾ ਕੇ ਮੈਂ 60 ਸਾਲ ਦੀ ਮਾਂ ਬਣ ਗਈ, ਕਿ ਇਹ ਕਰੈਕਟਰ ਨੂੰ ਤੂੰ ਏਦਾਂ ਨਿਭਾਣਾ ਹੈ। ਕਿਉਂਕਿ ਮੈਂ ਆਪਣੇ ਮੋਨੋ ਐਕਟਿੰਗ ਵਿੱਚ ਬੁੱਢੀ ਦੀ ਵੀ ਰੋਲ ਕਰਦੀ ਸੀ, ਕਹਿੰਦੇ ਉਹ ਜਿਹੜਾ ਤੂੰ ਕਰੈਕਟਰ ਫੜਿਆ ਹੋਇਆ ਸੀ ਬਸ ਆਹੀ ਕਰੈਕਟਰ ਹੈ ਤੇਰਾ। ਏਦਾਂ ਭਾਜੀ ਸ਼ੁਰੂਆਤ ਹੋਈ। ਮੈਂ ਲਗਾਤਾਰ 3 ਸਾਲ ਭਾਵੇਂ ਹਿਸਟ੍ਰੋਨਿਕਸ ਕੀਤੀ, ਲੇਕਿਨ ਫਿਰ ਵੀ ਮੈਂ ਐਕਟਰਸ ਬਣਨ ਬਾਰੇ ਕਦੇ ਨਹੀਂ ਸੋਚਿਆ। ਯਾਨੀ ਇਹ 3 ਸਾਲ ਮੈਂ ਸੰਗੀਤਾ ਥੀਏਟਰ ਤੋਂ ਭੱਜ ਰਹੀ ਸੀ, ਥੀਏਟਰ ਉਹਦੇ ਪਿੱਛੇ ਭੱਜ ਰਿਹਾ ਸੀ, ਹਾਂ ਜੀ। ਏਦਾਂ ਹੋਇਆ। ਮੈਨੂੰ ਲੋਕਲ ਵੀ ਇੱਕ ਸਟੇਜ ਪਲੇ ਕਰਾਇਆ ਗਿਆ ਹੈ, ਮੈਂ ਉਹ ਵੀ ਕੀਤਾ, ਲੇਕਿਨ ਫਿਰ ਵੀ ਮੈਂ ਸੋਚਿਆ ਨਹੀਂ ਮੈਂ ਐਕਟਰਸ ਬਣਨਾ। ਮੈਂ ਲਾਅ ਦਾ ਐਂਟਰੈਂਸ ਟੈਸਟ ਦੇਣ ਲਈ 2 ਸਾਲ ਖੁੰਝਦੀ ਰਹੀ, ਫਿਰ ਵੀ ਨਹੀਂ ਸੋਚਿਆ ਮੈਂ ਥੀਏਟਰ ਕਰਨਾ ਹੈ, ਐਕਟਰਸ ਬਣਨਾ। ਆਖਿਰ ਜਦੋਂ ਮੈਨੂੰ ਮੇਰਾ ਕੁਛ ਨਾ ਬਣਿਆ, ਕਿਤੇ ਕੁਛ ਨਾ ਹੋਇਆ, ਤਾਂ ਜਿਹੜੀ ਲਾਸਟ ਟੈਲੀ ਫਿਲਮ ਸੀ ਉੱਥੇ ਡਾਕਟਰ ਸਤੀਸ਼ ਵਰਮਾ ਆਏ ਹੋਏ ਸੀ। ਅੱਛਾ। ਉਹਨਾਂ ਨੇ ਮੇਰੇ ਫਾਦਰ ਸਾਹਿਬ ਨੂੰ ਕਿਹਾ ਵੀ ਤੁਸੀਂ ਕੀ ਕਰਾਉਣਾ ਕੁੜੀ ਨੂੰ? ਉਹ ਕਹਿੰਦੇ ਵੀ ਅਸੀਂ ਤਾਂ ਬੀਐਡ ਕਰਾਉਣੀ ਹੈ, ਬਸ ਆਪਣਾ ਭੈਣ ਜੀ ਲੱਗ ਜੂ ਕਿਤੇ, ਠੀਕ ਹੈ, ਵਧੀਆ ਜਿਹਾ ਕੰਮ ਪੜਾਊਗੀ, ਆਪਣਾ ਫਿਰ ਵਿਆਹ ਕਰ ਦਿਆਂਗੇ, ਸਾਡੇ ਤਾਂ 20 ਸਾਲ ਨਹੀਂ ਟਪਾਉਂਦੇ, ਕੁੜੀ ਨੂੰ ਵਿਆਹ ਕਰ ਦਿੰਦੇ ਆ, ਐਵੇਂ ਜ਼ਿੰਮੇਵਾਰੀ ਲਾਈਏ ਜੀ। ਤੇ ਉਹ ਕਹਿੰਦੇ ਵੀ ਚਲੋ ਜੇ ਕੁੜੀ ਟੀਵੀ ਰੇਡੀਓ ਤੇ ਨੌਕਰੀ ਕਰ ਲਵੇ ਤੁਹਾਨੂੰ ਉਤਰਾਜ ਹੈ। ਕਹਿੰਦੇ ਲੈ ਉੱਥੇ ਧਰੀਆਂ ਪਈਆਂ ਨੌਕਰੀ। ਕਹਿੰਦੇ ਨਾ ਨਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਥੀਏਟਰ ਐਂਡ ਟੈਲੀਵਿਜ਼ਨ ਦੀ ਐਮਏ ਕਰਾਉਂਦੀ ਹੈ, ਉੱਥੋਂ ਪੜ੍ਹੇ ਹੋਏ ਮੁੰਡੇ ਕੁੜੀਆਂ ਪੈਕਸ ਲੱਗੇ ਹੋਏ ਆ ਰੇਡੀਓ ਟੀਵੀ ਤੇ, ਆਪਣੀ ਮਰਜ਼ੀ ਹੈ, ਐਕਟਿੰਗ ਨਾ ਕਰਾਓ ਭਾਵਾਂ। ਮੇਰੇ ਫਾਦਰ ਕਹਿੰਦੇ ਅੱਛਾ ਐ ਹੋ ਸਕਦਾ? ਕਹਿੰਦੇ ਹਾਂ, ਨਾਲੇ ਫੀਸ ਵੀ ਨਹੀਂ, ਸਕਾਲਰਸ਼ਿਪ ਮਿਲਦਾ। ਉਹਨਾਂ ਨੇ ਮੇਰੇ ਫਾਦਰ ਸਾਹਿਬ ਨੂੰ ਬੁਲਾ ਲਿਆ ਜੀ ਯੂਨੀਵਰਸਿਟੀ, ਉਹਨਾਂ ਨੇ ਦੇਖ ਲਿਆ ਸਭ ਕੁਝ, ਕਹਿੰਦੇ ਹਾਂ ਠੀਕ ਹੀ ਹੈ। ਕਹਿੰਦੇ ਚੱਲ ਤੂੰ ਦੇ ਲੈ ਟੈਸਟ, ਉਹਨਾਂ ਨੂੰ ਲੱਗਿਆ ਵੀ ਇਹਨੇ ਕਿਹੜਾ ਪਾਸ ਹੋ। ਤੇ ਭਾਜੀ ਹੋ ਸਕਦਾ ਮੈਂ ਪਾਸ ਵੀ ਨਾ ਹੁੰਦੀ, ਕਿਉਂਕਿ ਆਵਾਜ਼ ਤਾਂ ਮੇਰੀ ਹੈ ਹੀ ਨਹੀਂ ਸੀ, ਮੈਂ ਥੀਏਟਰ ਕੀਤਾ ਹੀ ਨਹੀਂ ਸੀ। ਬਾਕੀ ਸਾਰੇ ਐਕਸਪੀਰੀਅੰਸ ਲੱਖੇ ਵਰਗੇ, ਬਾਲੇ ਵਰਗੇ ਪਿੱਛੋਂ ਥੀਏਟਰ ਕਰਦੇ ਆਏ ਸੀ। ਹਾਂ ਹਾਂ। ਪਰ ਰੱਬ ਸੋਭੀ ਭਾਜੀ ਕੋਈ ਕੁੜੀ ਨਹੀਂ ਆਈ, ਇੱਕ ਸਵਨੀਤ ਆਈ ਸੀ, ਤੁਹਾਨੂੰ ਪਤਾ ਮੇਰੀ ਕਲਾਸਮੇਟ ਸੀ, ਉਹ ਵੀ ਘੱਟ ਵੱਧ ਹੀ ਆਉਂਦੀ ਸੀ। ਹਾਂ ਹਾਂ। ਇੰਨੀਆਂ ਘੱਟ ਕੁੜੀਆਂ ਦੇਖ ਕੇ ਪਤਾ ਨਹੀਂ ਤਰਸ ਖਾ ਕੇ ਮੈਨੂੰ ਰੱਖ ਲਿਆ ਗਿਆ ਭਾਜੀ। ਏਦਾਂ ਮੇਰੇ ਥੀਏਟਰ ਦੀ ਸ਼ੁਰੂਆਤ ਹੋਈ ਆ। ਹਾਂ। ਪਰ ਇਹ ਬੜੀ ਫਿਰ ਤੇ ਪਹਿਲੀ ਸੰਗੀਤਾ ਜਦੋਂ ਤੁਸੀਂ ਥੀਏਟਰ ਡਿਪਾਰਟਮੈਂਟ ਵਿੱਚ ਆ ਗਏ, ਤੇ ਕਿਉਂਕਿ ਪਹਿਲਾਂ ਤਾਂ ਤੁਹਾਨੂੰ ਇੰਨਾ ਕੋਈ ਟ੍ਰੇਨਿੰਗ ਵਾਲਾ ਤਜਰਬਾ ਨਹੀਂ ਸੀ, ਤੁਸੀਂ ਸਕਿੱਟਾਂ ਕਰਦੇ ਜਾਂ ਛੋਟੇ ਮੋਟੇ ਰੋਲ ਕਰਦੇ ਆਏ, ਤੇ ਇੱਥੇ ਆ ਕੇ ਕਿੱਦਾਂ ਦੀ ਦੁਨੀਆ ਦਾ ਵਾਹ ਪਿਆ ਫਿਰ? ਭਾਜੀ ਤੁਰਿਆ ਹੀ ਨਾ ਜਾਵੇ ਸਟੇਜ ਤੇ, ਐਡਾ ਬੜਾ ਮੰਚ। ਹੁਣ ਕਹਿੰਦੇ ਕਹਿੰਦੇ ਇੱਥੋਂ ਉੱਥੇ ਜਾਣਾ, ਉੱਥੋਂ ਇੱਥੇ ਜਾਣਾ, ਔਰ ਆਵਾਜ਼ ਵੀ ਉੱਚੀ ਕੱਢਣੀ ਹੈ। ਭਾਜੀ ਅਸੀਂ ਤਾਂ ਐਂ ਬੋਲਦੇ ਹੁੰਦੇ ਸੀ ਵੀ ਸਰ ਪਾਣੀ ਪੀ ਆਈਏ ਸਰ, ਏਦਾਂ ਕਰਕੇ ਕਰ ਲਈਏ ਸਰ, ਫਿਰ ਉਧਰ ਨੂੰ ਜਾਣਾ ਜੀ। ਕਿਉਂਕਿ ਭਾਈ ਸਾਨੂੰ ਐਂ ਕਹਿੰਦੇ ਸੀ ਵੀ ਜਿਹੜਾ ਇਹਦੇ ਤੋਂ ਜ਼ਿਆਦਾ ਉੱਚੀ ਆਵਾਜ਼ 'ਚ ਬੋਲਦਾ ਨਾ ਬੰਦਾ, ਕਿਉਂਕਿ ਮੈਂ ਕਾਲਜ 'ਚ ਬਾਹਰ ਤਾਂ ਬੋਲਦੀ ਸੀ ਮਾਈਕ ਤੇ, ਪਰ ਘਰ ਮੈਨੂੰ ਇਸ ਕਿਸਮ ਦੀ ਇਜਾਜ਼ਤ ਨਹੀਂ ਸੀ ਵੀ ਜਿਹੜੀ ਕੁੜੀ ਇਸ ਸੁਰ ਤੋਂ ਉੱਚਾ ਬੋਲਦੀ ਆ ਬੇਸ਼ਰਮ ਕਹਾਉਂਦੀ, ਏਦਾਂ ਇਹ ਤੋਂ ਉੱਚਾ ਨਹੀਂ ਬੋਲਣਾ। ਮੈਨੂੰ ਗੁਰਚਰਨ ਸਿੰਘ ਕਹਿਣ ਆਵਾਜ਼ ਕੱਢ, ਮੈਂ ਕਿੱਥੋਂ ਕੱਢਾਂ ਆਵਾਜ਼? ਮੈਂ ਕਿਹਾ ਸਰ ਹੈ ਹੀ ਨਹੀਂ। ਉਹਨਾਂ ਨੇ ਫਿਰ ਫਾਈਨਲੀ ਕਹਿ ਹੀ ਦਿੱਤਾ 10 ਦਿਨ ਬਾਅਦ, ਕਹਿੰਦੇ ਨਾ ਸ਼ਕਲ ਹੈ ਨਾ ਅਕਲ ਹੈ, ਪਤਾ ਨਹੀਂ ਕੀ ਲੈਣ ਆ ਜਾਂਦੇ ਨੇ ਉਰੇ। ਭਾਜੀ ਉਹ ਲੱਗੀ ਗੱਲ ਦਿਲ ਤੇ, ਉਹ ਗੱਲ ਦਿਲ ਤੇ ਲੱਗੀ। ਮੈਂ ਕਿਹਾ ਵੀ ਚਲੋ ਸ਼ਕਲ ਤਾਂ ਨਹੀਂ ਸੁਧਾਰੀ ਜਾ ਸਕਦੀ, ਪਰ ਅਕਲ ਤਾਂ ਲੱਭਣੀ ਓ ਪੈਣੀ ਹੈ ਵੀ ਇੱਥੇ ਕਿਹੜੀ ਲੱਗਣੀ। ਬਸ ਭਾਜੀ ਫਿਰ ਉਸ ਤੋਂ ਬਾਅਦ ਮਤਲਬ ਆਸ-ਪਾਸ ਦੇ ਜਿਹੜੇ ਦੋਸਤ ਮਿੱਤਰ ਸੀਗੇ ਜਿਨ੍ਹਾਂ ਨਾਲ ਜਾਣਕਾਰੀ ਹੋਈ, ਜਿਹੜੇ ਸੀਨੀਅਰ ਸੀਗੇ, ਉਹਨਾਂ ਜ਼ਮਾਨੇ 'ਚ ਇਹ ਵੀ ਹੁੰਦਾ ਸੀ ਵੀ ਸਾਡੇ ਸਾਰੇ ਪਵਨ ਵਰਗੇ ਸੀਨੀਅਰ ਸੀਗੇ, ਉਹ ਸਾਰੇ ਡਿੰਪੀ ਵਰਗੇ ਸਾਰੇ ਬੈਠਦੇ ਸੀਗੇ, ਸਮਝਾਉਂਦੇ ਸੀਗੇ ਵੀ ਪੜ੍ਹੋ ਲਿਖੋ, ਜਾਣੋ ਪਹਿਲਾਂ ਜਿਸ ਕੰਮ ਨੂੰ ਕਰਨ ਆਏ ਆ ਉਸਦੀ ਬੈਕਗਰਾਉਂਡ ਕੀ ਹੈ। ਭਾਜੀ ਪੜ੍ਹਨਾ ਲਿਖਣਾ ਤੇ ਦੇਖਣਾ ਤੇ ਸਮਝਣਾ ਸ਼ੁਰੂ ਹੋ ਗਿਆ। ਤੁਹਾਡੇ ਆਉਣ ਤੱਕ ਮੈਂ ਆਪਣੇ ਆਪ ਨੂੰ ਇੰਨਾ ਕੁ ਖੜਾ ਕਰ ਲਿਆ ਸੀਗਾ ਕਿ ਮੈਨੂੰ ਕੋਈ ਚੁਣ ਸਕੇ ਕਿ ਹਾਂ ਇਹ ਕੁੜੀ ਕੁਝ ਕਰ ਸਕਦੀ। ਲੇਕਿਨ ਭਾਜੀ ਉਦੋਂ ਤੱਕ ਦਾ ਸਫ਼ਰ ਬਹੁਤ ਹੀ ਔਖਾ ਸੀ, ਤੇ ਬਲਰਾਜ ਪੰਡਿਤ ਜੀ ਨੇ ਇਸ 'ਚ ਬਹੁਤ ਅਹਿਮ ਭੂਮਿਕਾ ਨਿਭਾਈ। ਉਹਨਾਂ ਨੇ ਇੱਕ ਸਾਨੂੰ ਪ੍ਰੋਡਕਸ਼ਨ ਕਰਾਈ ਸੀ ਭਾਜੀ, ਮਿਊਜ਼ੀਕਲ ਵਨਗੀਆਂ, ਜਿਹਨੇ ਮੇਰਾ ਕੌਨਫੀਡੈਂਸ ਬਣਾਇਆ। ਕਿਉਂਕਿ ਮੈਂ ਸੁਰ ਦੀ ਬਹੁਤੀ ਖਰਾਬ ਨਹੀਂ ਹੈਗੀ, ਠੀਕ ਹੈ, ਮੈਨੂੰ ਸੁਰ ਦੀ ਥੋੜੀ ਜਿਹੀ ਸਮਝ ਹੈਗੀ ਹੈ, ਇਸ ਕਰਕੇ ਉਹ ਮਿਊਜ਼ੀਕਲ ਪ੍ਰੋਡਕਸ਼ਨ ਸੀ। ਉਹ 'ਚ ਨਾਲ ਗਾਉਣਾ ਸੀ, ਨਾਲ ਬੋਡੀ ਲੈਂਗੁਏਜ ਸੀ। ਅੱਧੇ ਘੰਟੇ ਦੀ ਪ੍ਰੋਡਕਸ਼ਨ ਸੀ, ਕੋਈ 20 ਤੋਂ ਲੈ ਕੇ 30 ਤੱਕ ਕਵਿਤਾਵਾਂ ਸੀਗੀਆਂ, ਜਿਨ੍ਹਾਂ ਨਾਲ ਬੋਡੀ ਲੈਂਗੁਏਜ ਨਾਲ ਸਾਰੀਆਂ ਕਵਿਤਾਵਾਂ ਨੂੰ ਨਾਲੇ ਨਰੇਟ ਕਰਨਾ ਸੀ ਤੇ ਨਾਲੇ ਗਾਉਣਾ ਸੀ ਤੇ ਨਾਲੇ ਬੋਡੀ ਲੈਂਗੁਏਜ ਨਾਲ ਦਿਖਾਣਾ ਸੀ ਵੀ ਅਸੀਂ ਕੀ ਕਰ ਰਹੇ ਹਾਂ। ਮੈਂ ਨੀ ਮੇਰਾ ਰਾਂਝਾ ਹੁਣ ਕੋਈ ਹੋਰ, ਤਾ 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 ਤਾ। ਉਹਨੇ ਥੋੜਾ ਜਿਹਾ ਕੌਨਫੀਡੈਂਸ ਸੀ, ਉਹਨਾਂ ਨੇ ਮੈਨੂੰ ਕਿਹਾ ਕਿ ਅਰੇ ਆਪ ਤੋਂ ਅੱਛਾ ਗਾਤੀ। ਹੁਣ ਸਾਨੂੰ ਐ ਕਿ ਦੱਸਿਆ ਗਿਆ ਸੀ बलराज पंडित जी तोप है, अगर उन्होंने ये कह दिया कि आप अच्छा गाती हैं तो मतलब आप में कुछ अच्छा है। ਤੇ ਏਦਾਂ ਕੌਨਫੀਡੈਂਸ ਬਿਲਡਅਪ ਹੋਣਾ ਸ਼ੁਰੂ ਹੋਇਆ ਜੀ। ਤੇ ਉਸ ਪ੍ਰੋਡਕਸ਼ਨ ਤੋਂ ਬਾਅਦ ਥੋੜੀ ਜਿਹਾ ਹੌਸਲਾ ਆਇਆ, ਤੇ ਫਿਰ ਨਾਲ ਇੱਕ ਹੋਰ ਵੀ ਗੱਲ ਹੋਈ ਕਿ ਸਤੀਸ਼ ਵਰਮਾ ਜੀ ਨੇ ਬਾਹਰ ਇੱਕ ਨਾ 7 ਬਗਾਨੇ ਨਾਂ ਦੀ ਪ੍ਰੋਡਕਸ਼ਨ ਸ਼ੁਰੂ ਕਰ ਲਈ।
ਕਿ ਡਿਪਾਰਟਮੈਂਟ ਦਾ ਕੁਝ ਹਾਲੇ ਸ਼ੁਰੂ ਨਹੀਂ ਹੋਇਆ। ਉਸ ਪ੍ਰੋਡਕਸ਼ਨ ਦੇ ਜਿਹੜੇ 7 ਸ਼ੋਅ ਸੀ, ਮੈਂ ਜੈਕੌਰ ਦਾ ਰੋਲ ਕੀਤਾ ਨਾ, ਉਹਨੇ ਮੈਨੂੰ ਬਹੁਤ ਕੌਨਫੀਡੈਂਸ ਦਿੱਤਾ, ਉਹਨੇ ਮੈਨੂੰ ਬਹੁਤ ਹਿੰਮਤ ਦਿੱਤੀ, ਉਹਨੇ ਮੈਨੂੰ ਹੌਸਲਾ ਦਿੱਤਾ ਕਿ ਮੇਰੇ ਅੰਦਰ ਹੈਗੀ ਹੈ ਗੱਲ, ਮੈਂ ਐਕਸੈਪਟ ਨਹੀਂ ਕਰ ਰਹੀ ਕਿ ਮੈਂ ਇੱਥੇ ਕੀ ਕਰਨਾ ਹੈ, ਮੈਂ ਟਾਈਮ ਪਾਸ ਕਰਨ ਨਹੀਂ ਆਈ ਇੱਥੇ, ਮੈਂ ਤਾਂ ਨੌਕਰੀ ਕਰਨ ਨਹੀਂ ਆਈ, ਮੇਰੇ ਅੰਦਰ ਜੇ ਮੈਂ ਹੁਣ ਨਾ ਲੱਭਿਆ ਤਾਂ ਫਿਰ ਬਹੁਤ ਦੇਰ ਹੋ ਜਾਣੀ। ਬਸ ਫਿਰ ਤੁਸੀਂ ਆਏ ਤੇ ਫਿਰ ਤੇ ਗੱਡੀ ਚੱਲ ਪਈ। ਤੁਸੀਂ ਮੈਨੂੰ ਫੇਮਸ ਕਰਤਾ, ਤੇ ਜਦੋਂ ਮੈਂ ਫੇਮਸ ਹੋ ਗਈ ਫਿਰ ਤੇ ਬਸ ਪੂਰੀ ਹਵਾ ਹੋ ਗਈ। ਤੇ ਉਸ ਤੋਂ ਬਾਅਦ ਜਿੰਨੇ ਵੀ ਪਲੇ ਹੋਏ ਡਿਪਾਰਟਮੈਂਟ ਚ ਅਗਲੇ ਸਾਲ 2 ਹੋਏ, ਦੋਨੋਂ ਫੀਮੇਲ ਓਰੀਐਂਟਡ, ਦੋਨਾਂ ਚ ਮੈਂ ਲੀਡ ਬਿਲਕੁਲ ਰੋਲ ਕੀਤਾ, ਬਿਲकुल ਚਾਹੇ ਖਾਮੋਸ਼ ਹੋਏ। ਬਿਲਕੁਲ ਸੰਗੀਤਾ, ਉਹ ਇੰਨਾ ਵੱਡਾ ਰੋਲ ਸੀ ਚਲਿੱਤਰਾ ਹੱਥੀ ਚ ਜਦੋਂ ਮੈਂ ਤੁਹਾਡੇ ਕੋਲ ਕਰਵਾਇਆ, ਔਰ ਬੜਾ ਬਖੂਬੀ ਮੈਨੂੰ ਕੋਈ, ਯਾਨੀ ਕਿ ਹੁਣ ਮੈਂ ਪਿੱਛੇ ਮੁੜ ਕੇ ਵੇਖਦਾ ਤੇ ਮੈਂ ਕਹਿੰਦਾ ਸੰਗੀਤਾ ਨੇ ਬਹੁਤ ਅੱਛਾ ਕੀਤਾ ਸੀ, ਹੈਨਾ। ਤੇ ਮੈਂ ਚਾਹੁੰਦਾ ਉਸ ਸਮੇਂ ਦੀਆਂ, ਉਹਦੇ ਵਿੱਚ ਸੰਗੀਤਾ ਸੀ, ਲੱਖਾ ਲਹਿਰੀ ਸੀ, ਬਲਰਾਮ ਵੀ ਤੁਹਾਡਾ ਕਲਾਸਮੇਟ ਸੀਗਾ ਉਸ ਵੇਲੇ, ਜੀ ਜੂਨੀਅਰ ਸੀਗੇ, ਹਾਂਜੀ ਹੈਨਾ। ਸੈਕੰਡ ਸੈਮੂਅਲ ਈਅਰ। ਮੇਰੇ ਖਿਆਲ 1 ਸਾਲ ਜੂਨੀਅਰ ਸੀਗਾ, ਪਰ ਤੁਹਾਡੇ ਨਾਲ ਸੀ, ਹਾਂਜੀ ਹਾਂਜੀ, ਉਹਨੇ ਵੀ ਸਾਡੇ ਪਲੇ ਸਾਡੇ ਚ ਨਾਲ ਕੰਮ ਕੀਤਾ ਸੀਗਾ। ਸੋ ਜੀ ਇਹ ਜੀ। ਉਹਨਾਂ ਪਲਾਂ ਦੇ ਵਿੱਚੋਂ ਕੁਝ ਪਲ ਮੈਂ ਚਾਹੁੰਦਾ ਜ਼ਰੂਰ ਥੋੜੇ ਜਿਹੇ ਸਾਂਝੇ ਕਰੋ, ਵੀ ਉਹ ਜਿਹੜਾ ਉਹ ਪ੍ਰੋਸੈਸ ਸੀਗਾ ਚਲਿੱਤਰਾ ਭਾਜੀ ਹੱਥੀ ਵਾਲਾ। ਭਾਜੀ एक्चुअली क्या है कि मैं ना शुरू तो शायद ਤੁਸੀਂ ਇਹ ਕਹਿ ਸਕਦੇ ਆ ਕਿ ਬਚਪਨ ਤੋਂ ਨਾ ਇੱਕ ਮੇਲ ਫਰਟਰਨਿਟੀ ਤੋਂ ਨਾ ਡਰੀ ਜੀ ਕੁੜੀ ਸੀ, ਸੈਮੀ ਜੀ। ਤੇ ਉਹਨਾਂ ਸਾਰੀਆਂ ਨਜ਼ਰਾਂ ਤੋਂ ਬਚਣ ਬਾਰੇ ਨਾ ਮੈਂ ਆਪਣੀ ਇੱਕ ਖਾਸ ਕਿਸਮ ਦੀ ਇਮੇਜ ਬਣਾਈ ਹੋਈ ਸੀ, ਟੌਮ ਬॉयਜ਼ ਵਾਲੀ। ਤੁਸੀਂ ਮੇਰੇ ਸਾਹਮਣੇ ਲੈ ਕੇ ਆਏ ਸਟਾਈਲਾਈਜ਼ਡ ਪ੍ਰੋਡਕਸ਼ਨ, ਤੁਸੀਂ ਕਹੋ ਕਿ ਐਂ ਖੜ, ਮੇਰੇ ਤੋਂ ਤਾਂ ਟੇਢਾ ਹੀ ਨਾ ਹੋਇਆ ਜਾਵੇ। ਮੇਰੇ ਲਈ ਤਾਂ ਸਭ ਤੋਂ ਪਹਿਲਾਂ ਇਹ ਮੁਸੀਬਤ ਬਣ ਗਈ ਵੀ ਇਹ ਸਟਾਈਲ ਕਿਵੇਂ ਮਾਰਨੇ ਆ। ਤੁਸੀਂ ਕਹਿੰਦੇ ਟੈਪ ਡਾਂਸ ਕਰਨਾ, ਪਹਿਲਾਂ ਹੀ ਆਰਕੈਸਟਰਾ ਵੱਜਦਾ ਸੀ, ਟੈਪ ਡਾਂਸ ਕਰਨਾ ਹੁੰਦਾ ਸੀ ਮੈਂ ਤੇ ਰਾਜੀਵ ਨੇ। ਹਾਏ ਰੱਬਾ, ਮੇਰੀ ਤਾਂ ਜਾਨ ਨੂੰ ਬਣ ਆਈ। ਤੇ ਤੁਹਾਡਾ ਡਾਇਲੌਗ ਹੁਣ ਮੇਰੀ ਜ਼ਿੰਦਗੀ ਦਾ ਡਾਇਲੌਗ ਬਣਿਆ ਹੋਇਆ, ਮੈਂ ਹਰੇਕ ਨੂੰ ਕਹਿੰਨੀ ਆ, ਘਟੀਆ, ਥਰਡ ਕਲਾਸ, ਬਕਵਾਸ। ਇਹ ਅਸੀਂ ਇੰਨਾ ਸੁਣਿਆ ਤੁਹਾਡੇ ਤੋਂ, ਇੰਨਾ ਸੁਣਿਆ। ਪਰ ਭਾਜੀ ਮੈਂ ਸੱਚ ਕਹਿ ਰਹੀ ਹਾਂ, ਜੇ ਉਹ ਪ੍ਰੋਡਕਸ਼ਨ ਸਾਡੀ ਲਾਈਫ ਚ ਨਾ ਆਈ ਹੁੰਦੀ, ਜਿਹੜੀ ਕਿ ਟੋਟਲ ਥੀਏਟਰ ਸੀ, ਟੋਟਲ ਥੀਏਟਰ, ਤਾਂ ਸ਼ਾਇਦ ਸਾਡੀ ਲਰਨਿੰਗ ਇੰਨੀ ਫਾਸਟ ਨਾ ਹੁੰਦੀ। ਉਹ 2-2.5 ਮਹੀਨੇ ਚ ਜਿੰਨੀ ਅਸੀਂ ਮਿਹਨਤ ਕੀਤੀ, ਜਿੰਨਾ ਅਸੀਂ ਖੁੱਲੇ, ਜਿੰਨਾ ਤੁਸੀਂ ਸਾਨੂੰ ਚੈਲੰਜ ਦਿੱਤਾ, ਜਿੰਨਾ ਤੁਸੀਂ ਸਾਨੂੰ ਕਦੇ ਵੀ ਕਿਸੇ ਅਧੂਰੀ ਚੀਜ਼ ਨੂੰ ਐਕਸੈਪਟ ਨਹੀਂ ਕੀਤਾ, ਤੁਸੀਂ ਕੰਪਲੀਟਨੈਸ ਮੰਗੀ, ਤੁਸੀਂ ਮੁਕੰਮਲ ਕਿਹਾ ਵੀ ਕਰੋ। ਤੁਸੀਂ ਸਾਤੋਂ 2.5 ਘੰਟੇ ਦੇ ਉਸ ਨਾਟਕ ਦੇ ਦਿਨ ਚ 2 ਸ਼ੋਅ ਕਰਾ ਕੇ ਸਾਡੇ ਪਸੀਨੇ ਵੀ ਵਗਾਏ। ਉਹ ਇੱਕ ਐਸੀ ਕੱਲੀ ਪ੍ਰੋਡਕਸ਼ਨ ਹੈ ਜਿਹਦੇ 22 ਸ਼ੋਅ ਕੀਤੇ ਆ ਭਾਜੀ, ਮੈਂ 22 ਸ਼ੋਜ਼। ਬਿਲਕੁਲ। ਤੇ ਉਸ ਪ੍ਰੋਡਕਸ਼ਨ ਨੇ ਨੇਰੀ ਮਚਾਤੀ, ਮਤਲਬ ਪੋਸਟਰ ਬਣਾ ਯੂਨੀਵਰਸਿਟੀਆਂ ਚ ਲਾ ਅਸੀਂ ਭੱਜੇ ਫਿਰਦੇ ਹੁੰਦੇ ਸੀ ਵੀ ਜਿਹੜਾ ਇੱਕ ਬੰਦੇ ਨੇ 5 ਸ਼ੋਅ ਦੇਖੇ। ਇੰਨਾ ਇੰਜੋਏ ਕੀਤਾ ਲੋਕਾਂ ਨੇ, ਬਹੁਤ ਬਹੁਤ। ਮਤਲਬ ਜਿਹੜੀ ਚੀਜ਼ ਤੁਹਾਡੀ ਲਾਈਫ ਚ ਤੁਹਾਨੂੰ ਚੈਲੰਜਸ ਦਵੇ, ਤੇ ਉਸ ਚੈਲੰਜਸ ਨੂੰ ਤੁਸੀਂ ਐਕਸੈਪਟ ਕਰੋ, ਫਿਰ ਉਸਨੂੰ ਕੰਪਲੀਟ ਕਰੋ, ਤੇ ਫਿਰ ਅਚੀਵ ਕਰੋ, ਤੇ ਫਿਰ ਦਾਦ ਮਿਲੇ। ਭਾਜੀ ਮੈਨੂੰ ਲੱਗਦਾ ਇਸ ਤੋਂ ਵੱਡਾ ਪ੍ਰੋਸੈਸ ਤੇ ਨਹੀਂ ਹੋ ਸਕਦਾ। ਬਿਲਕੁਲ, ਔਰ ਮੈਂ ਆਪ ਸਮਝਦਾ ਕਿ ਉਸ ਵੇਲੇ ਤੁਹਾਡੀ ਬੜੀ, ਤੁਸੀਂ ਸਾਰੇ ਕਲਾਕਾਰਾਂ ਨੇ ਬੜੀ ਮਿਹਨਤ ਕੀਤੀ ਸੀ, ਔਰ ਸਾਰਿਆਂ ਨੇ ਉਸ ਚੀਜ਼ ਨੂੰ ਫੋਲੋ ਵੀ ਕੀਤਾ ਜੋ ਮੈਂ ਚਾਹੁੰਦਾ ਸੀਗਾ ਕਿ ਇਦਾਂ ਦਾ ਸਟਾਈਲਾਈਜ਼ਡ ਹੋਵੇ, ਕਿ ਉਹ ਸਾਰਾ ਇੱਕ ਕਮੇਡੀਆ ਡੈਲ ਆਰਟੇ ਸਟਾਈਲ ਸੀਗਾ, ਹੈਨਾ। ਤੇ ਉਹ ਇਟਾਲੀਅਨ ਸਾਰਾ ਵੀ ਸਟਾਈਲ ਮੈਂ ਤੁਹਾਡੇ ਨਾਲ, ਉਹ ਜਿਹੜਾ ਮੇਰੇ ਲਈ ਵੀ ਬੜਾ, ਕਿਉਂਕਿ ਮੈਂ ਨਵਾਂ ਐਨਐਸਡੀ ਤੋਂ ਆਇਆ ਸੀਗਾ, ਤੇ ਉਦੋਂ ਤੁਹਾਡੇ ਨਾਲ ਇੰਨੀ ਵੱਡੀ ਪ੍ਰੋਡਕਸ਼ਨ ਕਰਵਾਉਣੀ, ਔਰ ਮੈਂ ਸਮਝਦਾ ਉਹ ਯੂਨੀਵਰਸਿਟੀ ਨੇ ਜਿਹੜਾ ਮੈਨੂੰ ਪਹਿਲੀ ਵਾਰੀ ਕੋਈ ਜਿਹੜੀ ਪ੍ਰੋਫੈਸ਼ਨਲ ਕੋਈ ਅਸਾਈਨਮੈਂਟ ਉਹ ਤੁਹਾਡੀ ਯੂਨੀਵਰਸਿਟੀ ਨੇ ਦਿੱਤੀ ਸੀਗੀ 1992 ਦੇ ਵਿੱਚ। ਉਸ ਤੋਂ ਪਹਿਲੇ ਮੈਨੂੰ ਕੋਈ ਪ੍ਰੋਫੈਸ਼ਨਲ ਅਸਾਈਨਮੈਂਟ ਇਦਾਂ ਦੀ ਨਹੀਂ ਸੀ ਮਿਲੀ ਕਿ ਜਿਸ ਚ ਬਹੁਤ ਪੈਸੇ ਵੀ ਮਿਲੇ ਹੋਣ, ਤੇ ਇੱਕ ਵੱਡਾ ਨਾਮ, ਇੱਕ ਵੱਡੀ ਯੂਨੀਵਰਸਿਟੀ ਦਾ ਨਾਮ, ਉਹ ਵੀ ਉਸ ਔਰ ਤੁਹਾਡੇ ਵਰ। ਔਰ ਮੈਨੂੰ ਹੁਣ ਇਸ ਗੱਲ ਦਾ ਬੜਾ ਮਾਣ ਹੁੰਦਾ ਹੈ ਕਿ ਉਸ ਨਾਟਕ ਚ ਜਿੰਨੇ ਵੀ ਕਲਾਕਾਰ ਕੰਮ ਕਰਨ ਵਾਲੇ ਸੀ, ਉਹ ਸਾਰੇ ਇਸ ਵੇਲੇ ਨਾਮੀ ਗਰਾਮੀ ਜਿਹੜੇ ਥੀਏਟਰ ਦੇ ਐਕਟਰ ਨੇ। ਉਹ ਚ ਸੰਗੀਤਾ ਗੁਪਤਾ, ਲੱਖਾ ਲਹਿਰੀ, ਐਬੂਅਲ ਜੌਨ, ਬਲਰਾਮ ਨਾਟਕਕਾਰ ਉਹਦੇ ਵਿੱਚ ਹੈ ਨਾ, ਬਾਲਾ ਉਹਦੇ ਵਿੱਚ ਸੀ, ਉਹ ਸੰਜੂ ਸਲੋਂਕੀ ਸੀਗਾ, ਉਹ ਇਸ ਵੇਲੇ ਫਿਲਮਾਂ ਦਾ ਐਕਟਰ ਹੈ। ਉਹ ਸਾਰੀ ਤੁਹਾਡੀ ਟੀਮ ਜਿਹੜੀ ਹੈ, ਕਿ ਸਾਰਿਆਂ ਨੇ ਵੇਖੋ, ਇਹ ਮੈਨੂੰ ਚੰਗਾ ਲੱਗਦਾ ਹੁੰਦਾ ਇਹ ਦੱਸਣਾ ਵੀ ਤੇ ਕਹਿਣਾ ਵੀ ਕਿ ਇਹ ਸਾਰੇ ਜਿਹੜੇ ਮੇਰੇ ਸਟੂਡੈਂਟ ਹੈ, ਜਿਹੜੇ ਇਸ ਵੇਲੇ ਫਿਲਮਾਂ ਚ ਛਾਏ ਨੇ, ਥੀਏਟਰ ਵਿੱਚ ਵੀ ਛਾਏ ਹੋਏ ਨੇ। ਸੋ ਬਹੁਤ ਵਧੀਆ ਸੀ। ਸੰਗੀਤਾ, ਫਿਰ ਤੁਹਾਡੇ ਲਈ ਅਗਲਾ ਚੈਲੰਜ ਫਿਰ ਆਇਆ, ਐਮਏ ਤਾਂ ਕਰ ਲਈ, ਹੁਣ ਕੀ ਕਰੋਗੇ, ਹੈਨਾ। ਫਿਰ ਕਿੱਦਾਂ ਲੱਗਾ ਵੀ ਅੱਛਾ ਮੈਂ ਹੁਣ ਥੀਏਟਰ ਦੇ ਸਿਰ ਤੇ ਸਰਵਾਈਵ ਕਰ ਲਾਂਗੀ,
ਉਹ ਵੀ ਇੱਕ ਕੁੜੀ ਹੈ ਨਾ, ਤੇ ਕੁੜੀ ਦੇ ਕੋਲ ਥੀਏਟਰ ਗਰੁੱਪ ਕੋਈ ਨਹੀਂ ਹੈ, ਫਿਰ ਉਹ ਕੁੜੀ ਕੀ ਕਰਨ ਲੱਗ ਪਈ ਸੀ, ਇਹ ਦੱਸੋ ਜਰਾ। ਭਾਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਨਾ ਪਤਾ ਨਹੀਂ ਇਹ ਉਹਦੀ ਕਮਜ਼ੋਰੀ ਹੈ ਕਿ ਖਾਸੀਅਤ ਹੈ, ਜਦੋਂ ਤੁਸੀਂ ਉੱਥੇ ਪੜ੍ਹਦੇ ਹੋ ਨਾ, ਉਹ ਤੁਹਾਨੂੰ ਇੱਕ ਖਾਸ ਕਿਸਮ ਦੀ ਸਿਕਿਉਰਿਟੀ ਦਿੰਦੀ ਹੈ ਆਪਣੀ ਸਰਾਊਂਡਿੰਗ 'ਚ, ਕਿ ਤੁਸੀਂ ਉਸ ਤੋਂ ਬਾਹਰ ਨਿਕਲਣਾ ਨਹੀਂ ਚਾਹੁੰਦੇ, ਕਿਉਂਕਿ ਤੁਸੀਂ ਉਸ ਦੀ ਸਰਾਊਂਡਿੰਗ 'ਚ ਸਟਾਰ ਬਣ ਚੁੱਕੇ ਹੁੰਦੇ ਹੋ। ਮੈਨੂੰ ਨਹੀਂ ਪਤਾ, ਇਹ ਹੋ ਸਕਦਾ ਇੱਕ ਇਨਸਾਨ ਦੀ ਸਿਕਿਉਰਿਟੀ ਵਾਸਤੇ ਜਾਂ ਉਹਦੇ ਜਿਉਂਦੇ ਰਹਿਣ ਲਈ ਇੱਕ ਸਾਧਨ ਦੇ ਤੌਰ ਤੇ ਭਾਵੇਂ ਠੀਕ ਹੋਵੇ, ਲੇਕਿਨ ਉਹਦੀ ਗਰੋਥ ਵਾਸਤੇ ਮਾੜੀ ਗੱਲ ਹੈ ਕਿ ਉਹ ਇੱਕ ਬਹੁਤ ਛੋਟੀ ਜਗ੍ਹਾ 'ਚ ਸਿਮਟ ਕੇ ਰਹਿ ਜਾਏ। ਇਹੀ ਮੇਰੇ ਮਨ 'ਚ ਪੈਦਾ ਹੋ ਗਿਆ ਸੀ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੁਣ ਛੱਡਣੀ ਨਹੀਂ ਹੈਗੀ। ਬਿਲਕੁਲ। ਤੇ ਇਸੇ ਕਰਕੇ ਮੈਂ 1991 'ਚ UGC ਨੈਟ ਕੁਆਲੀਫਾਈ ਕਰ ਲਿਆ ਸੀ। ਵਾਹ। ਤੇ 92 ਦਾ ਜਦੋਂ ਭਾਜੀ ਤੁਹਾਨੂੰ ਪਤਾ ਸੀ 2.5 ਸਾਲ 'ਚ MA ਕੀਤੀ ਹੈ, ਸਾਡੀ ਬੜੀ ਮਹਾਨ ਕਲਾਸ ਹੈ। ਅਸੀਂ 6 ਮਹੀਨੇ ਦਾ ਇੱਕ ਸਮੈਸਟਰ ਜ਼ੀਰੋ ਕਰਾਇਆ, ਕਮਲੇਸ਼ ਉੱਪਲ ਮੈਡਮ ਨੂੰ ਬਦਲਵਾ ਕੇ ਨਵਨਿੰਦਰਾ ਬਹਿਲ ਨੂੰ ਹੈਡ ਬਣਵਾਇਆ ਸੀ ਕਿ ਉਹ ਸਾਨੂੰ ਬਿਨਾਂ ਪ੍ਰੋਡਕਸ਼ਨ ਦੇ ਸਾਡੇ ਨੰਬਰ ਲਾ ਕੇ ਸਾਨੂੰ ਪ੍ਰਾਇੋਰਟੀ ਪਾਸ ਕਰ ਦੇਣਾ ਚਾਹੁੰਦੇ ਆ। ਅਸੀਂ ਚਾਹੁੰਦੇ ਹਾਂ ਪ੍ਰੋਡਕਸ਼ਨ ਹੋਵੇ ਤੇ ਤਾਂ ਨੰਬਰ ਲੱਗਣ, ਇਸ ਲਈ ਸਾਡੀ ਸਾਰੀ ਕਲਾਸ ਨੂੰ 6 ਮਹੀਨੇ ਲਈ ਫੇਲ ਕਰ ਦਿੱਤਾ ਗਿਆ ਸੀ ਤੇ ਅਸੀਂ 2.5 ਸਾਲਾਂ 'ਚ MA ਕਰਨ ਵਾਲਾ ਇਕਲੌਤਾ ਬੈਚ ਹੈ। ਇਹ ਵੀ ਤਜਰਬੇ ਨੇ ਜੀ। ਤੇ ਭਾਜੀ ਫਿਰ ਮੈਂ ਬਹੁਤ ਕੋਸ਼ਿਸ਼ ਕੀਤੀ ਇਸ ਕਿਸਮ ਦੀ ਕਿ ਮੈਂ ਕਿਸੇ ਤਰੀਕੇ ਨਾਲ ਡਿਪਾਰਟਮੈਂਟ 'ਚ ਅਡਹੌਕ ਤੇ ਪੜਾਉਣ ਲੱਗ ਜਾਵਾਂ ਜਾਂ ਮੈਨੂੰ ਇੱਥੇ ਕਲਾਸਿਸ ਮਿਲ ਜਾਣ, ਕਿਉਂਕਿ ਰਪਟਰੀ ਨਹੀਂ ਸੀ ਬਣੀ ਹਲੇ। ਹਾਂ, ਸਿਕਿਉਰਿਟੀ ਮੇਰੇ ਕੋਲ ਹੈਗੀ ਸੀ ਭਾਜੀ, ਮੈਂ ਬਾਹਰ ਰਜੇਸ਼ ਭਾਜੀ ਨਾਲ ਕੰਮ ਕਰਨਾ ਸ਼ੁਰੂ ਕਰਤਾ ਸੀ। ਬਲਰਾਜ ਪੰਡਿਤ ਤੇ ਕ੍ਰਿਸ਼ਨ ਦਵੇਦੀ ਜੀ ਦੇ ਬਾਹਰ ਥੀਏਟਰ ਗਰੁੱਪ ਸੀਗਾ ਅਰਬਨ ਸਟੇਟ ਪਟਿਆਲਾ, ਮੈਂ ਉਹਨਾਂ ਨਾਲ ਐਜ਼ ਐਨ ਐਕਟਰਸ ਕੰਮ ਕਰਨਾ ਸ਼ੁਰੂ ਕਰਤਾ ਸੀ। ਮੈਨੂੰ ਰੋਜ਼ੀ ਰੋਟੀ ਦੇ ਪੈਸੇ ਉੱਥੋਂ ਮਿਲਦੇ ਸੀਗੇ ਤੇ ਰੇਡੀਓ ਸਟੇਸ਼ਨ ਤੇ ਵੀ 2 ਪ੍ਰੋਗਰਾਮ ਕਰਨੇ ਸ਼ੁਰੂ ਕਰਤੇ ਸੀ, ਥੋੜੇ ਜਿਹੇ ਪੈਸੇ ਉੱਥੋਂ ਆਉਂਦੇ ਸੀ, ਕਿਉਂਕਿ ਟੀਵੀ ਸਮੈਸਟਰ ਵਾਸਤੇ ਸਤੀਸ਼ ਕੌਲ ਆਲਰੇਡੀ ਮੈਨੂੰ ਹਿੰਦੀ ਸੀਰੀਅਲਸ ਵਾਸਤੇ ਸਿਲੈਕਟ ਕਰ ਗਏ ਸੀ, ਇਸ ਲਈ ਮੈਂ ਜਲੰਧਰ ਦੂਰਦਰਸ਼ਨ ਵਿੱਚ ਵੀ ਹਿੰਦੀ ਸੀਰੀਅਲ ਕਰਨ ਵਾਸਤੇ ਜਾਂਦੀ ਸੀ। ਸੋ ਰੋਜ਼ੀ ਰੋਟੀ ਦਾ ਮਸਲਾ ਹੱਲ ਹੋ ਚੁੱਕਿਆ ਸੀ। ਮੈਂ ਘਰੇ ਕਹਿ ਚੁੱਕੀ ਸੀ ਵੀ ਟਾਟਾ ਬਾਏ ਬਾਏ, ਵਿਆਹ ਵੂ ਦੀਆਂ ਗੱਲਾਂ ਕਰਨੀਆਂ ਨਹੀਂ ਹੈਗੀਆਂ, ਆਪਾਂ ਪਹਿਲਾਂ ਹੀ ਕਿਹਾ ਸੀ ਕਰਾਉਣਾ ਨਹੀਂ, ਹੁਣ ਤੇ ਪੱਕਾ ਹੀ ਨਹੀਂ ਕਰਾਉਣਾ, ਕਿਉਂਕਿ ਹੁਣ ਰੋਟੀ ਜੋਗੇ ਹੋ ਗਏ, ਬਾਕੀ ਤੁਸੀਂ ਰੋਣਾ ਪਿੱਟਣਾ ਦੇਖੀ ਜਾਓ, ਆਪਣਾ ਕੋਈ ਸਰੋਕਾਰ ਨਹੀਂ ਹੈਗਾ, ਬਾਏ ਬਾਏ ਜੀ। ਹੁਣ ਸਰਵਾਈਵਲ ਦੀ ਉਹੀ ਸਮੱਸਿਆ ਸੀ ਵੀ ਸਰਵਾਈਵ ਕਿੱਦਾਂ ਕਰਨਾ। ਤੇ ਭਾਜੀ ਜਦੋਂ ਯੂਨੀਵਰਸਿਟੀ 'ਚ ਸਾਲ 1.5 ਸਾਲ ਮੈਂ ਗੇੜੇ ਕੱਢਦੀ ਰਹੀ, ਨਾਲ ਬਾਹਰ ਥੀਏਟਰ ਕਰਦੀ ਰਹੀ, ਤੇ ਫਿਰ ਇੱਕ ਦਿਨ ਧੀਰ ਮੈਮ ਨੇ ਮੈਨੂੰ ਕਹਿ ਹੀ ਦਿੱਤਾ ਵੀ ਜੇ ਟੈਕਨੀਕਲ ਅਸਿਸਟੈਂਟ ਲੱਗਣਾ ਤਾਂ ਦੱਸ, ਲੈਕਚਰਰ ਤਾਂ ਤੂੰ ਨਹੀਂ ਲੱਗ ਸਕਦਾ। ਮੈਂ ਉਹਨਾਂ ਨੂੰ ਕਿਹਾ ਜੀ ਸਮਾਨ ਚੱਕਣ ਵਾਸਤੇ ਤਾਂ ਆਪਾਂ ਵੀ ਨਹੀਂ ਬਣੇ। ਮੈਂ ਕਿਹਾ ਜੀ ਇੰਨਾ ਦਮ ਤਾਂ ਆਪਾਂ ਨੂੰ ਵੀ ਲੱਗਦਾ ਵੀ ਜੇ ਬਾਹਰ ਜਾ ਕੇ ਵੀ ਰੋਟੀ ਕਮਾਈ ਤੇ ਫ੍ਰੀਲਾਂਸਿੰਗ ਕਰਕੇ ਵੀ ਖੜੇ ਤਾਂ ਹੋ ਹੀ ਜਾਵਾਂ। ਕਹਿੰਦੇ ਫਿਰ ਕਰੋ ਟਰਾਈ। ਫਿਰ ਭਾਜੀ ਬਸ ਮੇਰਾ ਖਿਆਲ ਹੈ ਕਿ ਉਦੋਂ ਹੀ ਮੈਨੂੰ ਇੰਡੀਅਨ ਥੀਏਟਰ ਚੋਂ ਮੈਂ ਥੀਏਟਰ ਲੈਬ 'ਚ ਆਪਣਾ ਇੰਟਰਵਿਊ ਦੇ ਕੇ ਆਈ ਸੀ, ਮੈਨੂੰ ਮੋਹਨ ਮਹਾਰਿਸ਼ੀ ਜੀ ਦੀ ਕਾਲ ਆ ਗਈ। ਅੱਛਾ। ਅਸੀਂ ਇੰਡੀਅਨ ਥੀਏਟਰ ਤੋਂ ਬਾਹਰ ਦਾ ਬੱਚਾ ਨਹੀਂ ਰੱਖਦੇ, ਪਰ ਤੇਰੀ ਕਿਉਂਕਿ ਇੰਟਰਵਿਊ ਬਹੁਤ ਚੰਗੀ ਸੀ ਤੇ ਇੱਕ ਸੀਟ ਖਾਲੀ ਹੈ ਤੇ ਤੈਨੂੰ ਸਿਲੈਕਟ ਕੀਤਾ ਜਾਵੇ। ਮੈਂ ਚਲੀ ਗਈ, ਮੈਂ ਥੀਏਟਰ ਲੈਬ ਚਲੀ ਗਈ ਜੀ। ਇਸੇ ਕਰਕੇ ਬਹੁਤ ਲੋਕਾਂ ਨੂੰ ਭੁਲੇਖਾ ਪੈਂਦਾ ਕਿ ਮੈਂ 2 ਸਾਲ ਥੀਏਟਰ ਲੈਬ 'ਚ ਰਹੀ ਹਾਂ ਕਿ ਇਹ ਕੁੜੀ ਕਿੱਥੋਂ ਦੀ ਹੈ, ਪਟਿਆਲੇ ਦੀ ਹੈ ਕਿ ਚੰਡੀਗੜ੍ਹ ਦੀ ਹੈ। ਕਿਉਂਕਿ ਜਸਪਾਲ ਨਾਲ ਵੀ ਮੇਰੀ ਜਾਣਕਾਰ ਹੈ, ਦੋਸਤੀ ਹੈ, ਤੇ ਉਸ ਟਾਈਮ ਦੇ ਦਰਮਿਆਨ ਅਜੇ ਜੀਂਦਰਨ ਹੋ ਗਿਆ, ਰਾਜੀਵ ਭਾਟੀਆ ਹੋ ਗਿਆ, ਨਾ ਸ਼ੈਲੀ ਹੋ ਗਿਆ, ਇਹ ਸਾਰੇ ਮੇਰੇ ਦੋਸਤ ਨੇ, ਕਿਉਂਕਿ ਉੱਥੇ ਜਾ ਕੇ ਵੀ ਮੇਰੀ ਵਾਹਵਾ ਦੋਸਤੀ ਸੀ, ਜ਼ੁਲਫਿਕਾਰ ਹੋ ਗਿਆ, ਸਾਰੇ ਉੱਥੇ ਹੁੰਦੇ ਸੀਗੇ। ਤੇ ਮੈਂ ਉੱਥੇ 1.5-2 ਸਾਲ ਉੱਥੇ ਕੀਤੀ ਤੇ ਮੈਨੂੰ ਉੱਥੇ ਜਾ ਕੇ ਵੀ ਪਤਾ ਲੱਗਿਆ ਅਸੀਂ ਇੱਕੋ ਹੀ ਨਾਟਕ ਕੀਤਾ, ਕਿਉਂਕਿ ਮੋਹਨ ਜੀ ਕਿਸੇ ਅਗਲੇ ਨਾਟਕ ਤੇ ਕੰਮ ਕਰ ਰਹੇ ਸੀ, ਇੱਕੋ ਹੀ ਨਾਟਕ ਕੀਤਾ ਸੀ ਨਾਟਕ ਕੇ ਵਿੱਚ में। ਉਸ ਤੋਂ ਬਾਅਦ ਅਗਲਾ ਨਾਟਕ ਹੋ ਨਹੀਂ ਸਕਿਆ ਕਿਉਂਕਿ ਉਹ ਆਪਣੇ ਅਗਲੇ ਆਇਨਸਟਾਈਨ ਤੇ ਰਿਸਰਚ ਕਰ ਰਹੇ ਸੀ, ਜਿਹੜਾ ਸ਼ਾਇਦ ਉਹਨਾਂ ਨੇ NST ਨੂੰ ਕਰਾਉਣਾ ਸੀ। ਅਸੀਂ ਸਿਰਫ ਉਹਨਾਂ ਨੂੰ ਕਿਤਾਬਾਂ ਕਤੂਬਾਂ ਇਸ਼ੂ ਕਰਾ ਕੇ ਦਿੰਦੇ ਸੀ, ਆਪਸ ਵਿੱਚ ਡਿਸਕਸ਼ਨ ਕਰ ਲੈਂਦੇ ਸੀ। ਮੈਂ ਕਿਹਾ ਵੀ ਸਾਥੀਓ ਏਦਾਂ ਤਾਂ ਗੱਲ ਬਣਨੀ ਨਹੀਂ ਹੈਗੀ, 2200 ਰੁਪਏ ਮਹੀਨਾ ਇਕੱਠਾ ਕਰਕੇ ਆਪਾਂ ਕਦ ਤੱਕ ਜੀਣਾ। ਮੈਂ ਕਿਹਾ ਚਲੋ ਵੀ ਫਿਰ ਬੰਬਈ ਚੱਲਦੇ। ਮੈਂ ਸਾਰਿਆਂ ਤੋਂ ਰਿਜ਼ਾਈਨ ਦਵਾਤਾ ਭਾਜੀ। ਅਸੀਂ 15 ਦੇ 15 ਬੰਦਿਆਂ ਨੇ ਬੰਬਈ ਦੀ ਫਲਾਈਟ ਫੜ ਲਈ। ਓ ਸਭ ਲੋਕ ਭਾਜੀ ਮੈਂ ਕੱਲੀ ਮੈਂ ਮੁੜੀ ਆ, ਬਾਕੀ ਸਾਰੇ ਮੁੰਬਈ ਸੈਟਲਡ ਨੇ, ਵੈਲ ਸੈਟਲਡ। ਮੈਂ ਉੱਥੇ ਜਾ ਕੇ ਆਡੀਸ਼ਨਸ ਦਿੱਤੇ ਭਾਜੀ। ਮੈਂ ਰਮਨ ਕੁਮਾਰ ਜੀ ਨੂੰ ਲੱਭਦੀ ਸੀ, ਉਹ ਮੈਨੂੰ ਲੱਭੇ ਨਹੀਂ। ਫਿਰ ਮੈਨੂੰ ਅਨੰਤ ਮਹਾਦੇਵਨ ਲੱਭੇ, ਉਹਨਾਂ ਦੇ ਇੱਕ ਸੀਰੀਅਲ 'ਚ ਮੇਰੀ ਕਾਸਟਿੰਗ ਹੋਈ, ਵਨ ਆਫ ਦਾ ਸੈਕੰਡ ਲੀਡ 'ਚ ਮੈਂ ਸਿਲੈਕਟ ਹੋਈ। ਮੈਨੂੰ ਦੀਵਾਲੀ ਦੀ ਛੁੱਟੀਆਂ ਹੋਈਆਂ, ਮੈਂ ਘਰ ਆਈ ਤੇ ਮੇਰੀ ਮਦਰ ਦੀ ਥਾਈ ਬੋਨ ਟੁੱਟ ਗਈ। ਡਾਕਟਰ ਨੇ ਕਿਹਾ 9 ਮਹੀਨੇ ਬੈੱਡ ਤੇ ਉਹ ਫਿਰ ਬੈੱਡ ਤੇ, ਮੈਂ ਸੇਵਾ ਤੇ, ਰਿਸ਼ਤੇਦਾਰ ਇਕੱਠੇ ਹੋ ਗਏ ਵੀ ਇੱਕੋ ਇੱਕ ਕੁੜੀ ਹੈ, ਸੇਵਾ ਮਾਂ ਦੀ ਕਰਨੀ ਪੈਣੀ ਹੈ। ਮੇਰੇ ਫਾਦਰ ਸਾਹਿਬ ਆ ਕੇ ਬੰਬਈ ਤੋਂ ਮੇਰਾ ਸਮਾਨ ਚੱਕ ਕੇ ਲੈ ਗਏ, ਉਹਨਾਂ ਨੂੰ ਇਹੀ ਚਾਹੀਦਾ। ਫਿਰ ਭਾਜੀ ਮੈਨੂੰ 1.5 ਸਾਲ ਘਰ ਬਿਠਾਇਆ ਗਿਆ, ਮੇਰਾ ਮੈਟਰੀਮੋਨੀਅਲ ਮੇਰਾ ਇਸ਼ਤਿਹਾਰ ਦਿੱਤਾ ਗਿਆ ਵੀ ਤੂੰ ਸਾਡੇ ਇਮੋਸ਼ਨਸ ਨਾਲ ਖੇਡਣਾ। ਮੈਂ ਉਹਨਾਂ ਨੂੰ ਕਿਹਾ ਚਲੋ ਠੀਕ ਹੈ, ਤੁਹਾਡੀ ਮਰਜ਼ੀ ਹੈ,
ਤੁਸੀਂ ਜਿਹਦੇ ਨਾਲ ਮੇਰਾ ਵਿਆਹ ਕਰਨਾ ਚਾਹੁੰਦੇ ਹੋ ਕਰ ਦਿਓ, ਤੁਹਾਡੀ ਜ਼ਿੰਮੇਵਾਰੀ ਇੱਕ ਵਾਰ ਖਤਮ ਹੋ ਗਈ, ਬਾਕੀ ਆਪਣੀ ਜ਼ਿੰਦਗੀ ਮੈਂ ਆਪੇ ਦੇਖ ਲੂੰਗੀ। ਤੇ ਪਰ ਉਹਨੂੰ ਮੁੰਡੇ ਨੂੰ ਇਹ ਜ਼ਰੂਰ ਦੱਸਣਾ ਵੀ ਸਾਡੀ ਕੁੜੀ ਨੇ ਥੀਏਟਰ ਐਂਡ ਟੈਲੀਵਿਜ਼ਨ ਡਿਪਾਰਟਮੈਂਟ ਤੋਂ MA ਕੀਤੀ ਹੈ, ਉਹ ਫੀਲਡ 'ਚ 2 ਸਾਲ 3 ਸਾਲ ਕੰਮ ਕਰਦੀ ਰਹੀ ਹੈ ਰਿਪਰਟਰੀ 'ਚ, ਤੇ ਬੰਬਈ ਜਾ ਕੇ ਵੀ ਵਾਪਸ ਆਈ। ਜਿਸ ਮੁੰਡੇ ਨੂੰ ਇਹ ਸਾਰੀਆਂ ਸ਼ਰਤਾਂ ਮਨਜ਼ੂਰ ਹੋਣਗੀਆਂ, ਤੇ ਮੈਂ ਅੱਗੇ ਤੋਂ ਕਦੇ ਵੀ ਇਸ ਫੀਲਡ 'ਚ ਕੰਮ ਨਹੀਂ ਕਰੂੰਗੀ। ਮੈਂ ਹਮੇਸ਼ਾ ਲਈ ਇਹ ਲਾਈਨ ਛੱਡ ਦੂੰਗੀ, ਜੇ ਉਹਨੂੰ ਮਨਜ਼ੂਰ ਹੈ ਮੈਂ ਵਿਆਹ ਕਰਾਉਣ ਨੂੰ ਤਿਆਰ। ਭਾਜੀ ਮੈਂ 1.25 ਸਾਲ ਘਰ ਬੈਠੀ ਰਹੀ, ਇਹਨਾਂ ਨੇ 100 ਮੁੰਡੇ ਦੇਖੇ। ਤੁਸੀਂ ਦੇਖ ਲਓ ਸਾਡੀ ਜਾਤ ਦਾ ਇੱਕ ਵੀ ਮੁੰਡਾ ਇਹ ਜਾਣ ਕੇ ਕਿ ਮੈਂ ਥੀਏਟਰ ਐਂਡ ਟੈਲੀਵਿਜ਼ਨ ਡਿਪਾਰਟਮੈਂਟ ਤੋਂ ਪੜ੍ਹੀ ਹੋਈ ਹਾਂ, ਮੈਂ ਰੇਡੀਓ TV ਤੇ ਕੰਮ ਕਰਦੀ ਰਹੀ ਹਾਂ, ਮੇਰੇ ਨਾਲ ਵਿਆਹ ਕਰਾਉਣ ਨੂੰ ਤਿਆਰ ਨਹੀਂ ਹੋਇਆ, ਜਿਵੇਂ ਕਿ ਮੈਨੂੰ ਕੋੜ ਪਿਆ ਹੁੰਦਾ। ਜਿਹੜੀ ਕਲਾਸ ਇੰਨਾ ਹੀ ਨੈਰੋ ਮਾਈਂਡਡ ਹੋਵੇ, ਉਹਦੇ ਨਾਲ ਤੁਸੀਂ ਜ਼ਿੰਦਗੀ ਕਿਵੇਂ ਕੱਢ ਸਕਦੇ ਹੋ? ਕਮ ਸੇ ਕਮ ਮਤਲਬ ਆਪਣੀ ਜਾਤ ਤੋਂ ਬਾਹਰ ਉਹ ਦੇਖ ਨਹੀਂ ਪਾ ਰਹੇ ਸੀ। ਮੈਨੂੰ ਕਹਿੰਦੇ ਤੂੰ ਲੱਭ ਲੈ। ਮੈਂ ਕਿਹਾ ਮੈਂ ਲੱਭ ਕੇ ਵੇਖ ਲਿਆ, ਉਹਨੇ ਕੀ ਚੰਨ ਚਾੜਿਆ ਮੈਨੂੰ ਪਤਾ, ਬਸ ਰਹਿਣ ਦੋ, ਮੈਂ ਵੀ ਲੱਭ ਕੇ ਵੇਖ ਲਿਆ, ਮੇਰੇ ਤਾਂ ਹੱਥ ਖੜੇ ਆ। ਹੁਣ ਤੁਸੀਂ ਵੀ ਛੱਡ ਦੋ, ਤੇ ਕਮ ਸੇ ਕਮ ਮੈਂ ਜੋ ਕੰਮ ਕਰਨ ਲਈ ਬਣੀ ਆ ਮੈਨੂੰ ਉਹ ਕੰਮ ਤੇ ਕਰਨ ਦਿਓ, ਮੈਨੂੰ ਮੇਰਾ ਕਰੀਅਰ ਤੇ ਸਟਾਰਟ ਕਰਨ ਦਿਓ। ਮੈਂ 28 ਸਾਲਾਂ ਦੀ ਹੋ ਗਈ ਹਾਂ। ਭਾਜੀ ਮੇਰੇ ਭਰਾ ਨੇ ਸਟੈਂਡ ਲਿਆ, ਫਿਰ ਉਹਨੇ ਮੈਨੂੰ ਕਿਹਾ ਮੇਰੀ ਮਾਂ ਨੂੰ ਵੀ ਤੁਹਾਨੂੰ ਯਾਰ ਘਰ 'ਚ ਕੁੜੀ ਚਾਹੀਦੀ ਹੈ, ਮੈਂ 22 ਸਾਲਾਂ ਦਾ, ਤੁਸੀਂ ਮੇਰਾ ਵਿਆਹ ਕਰ ਦਿਓ, ਮੈਂ ਘਰੇ ਬਹੂ ਲੈ ਕੇ ਆਣਾ, ਤੁਸੀਂ ਬਿਠਾਓ ਇਹਨੂੰ, ਆਜ਼ਾਦ ਕਰ ਲਓ ਪਲੀਜ਼, ਉਹਨੂੰ ਕੰਮ ਕਰੋ। ਭਾਜੀ ਅਸੀਂ ਮੇਰੇ ਭਰਾ ਦਾ ਵਿਆਹ ਕੀਤਾ ਤੇ ਮੈਨੂੰ ਆਜ਼ਾਦੀ ਮਿਲੀ। 29 ਸਾਲ ਦੀ ਉਮਰ 'ਚ ਫਿਰ ਮੈਂ ਦੁਬਾਰਾ ਘਰੋਂ ਵਾਪਸ ਆਈ, ਤੇ ਫਿਰ ਮੇਰੇ ਖਿਆਲ ਉਸ ਦਰਮਿਆਨ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਰਿਪਰਟਰੀ ਕੰਪਨੀ ਬਣਾਈ ਸੀ, ਮੈਂ ਉਹਨੂੰ ਹੀ ਜੁਆਇਨ ਕੀਤਾ। ਮੈਂ ਸਾਲ ਕੁ ਉੱਥੇ ਕੰਮ ਕੀਤਾ, ਕਿਉਂਕਿ ਰਿਪਰਟਰੀ ਨੇ ਵੀ ਕੋਈ ਨਾਟਕ ਨਾ ਕੀਤਾ ਭਾਜੀ। ਇੱਕ ਨਾਟਕ ਕਰਕੇ ਉਹਦੇ ਕੁਛ ਲੋਕ ਕਰਕੇ ਬੈਠ ਕੇ, ਅਸੀਂ ਰੋਜ਼ ਇੱਕ ਛੋਟੇ ਜਿਹੇ ਕਮਰੇ 'ਚ ਜਾਂਦੇ, ਬੈਠਦੇ, ਤਾਸ਼ ਖੇਡਦੇ, ਚਾਹ ਪਾਣੀ ਪੀਂਦੇ, ਵਾਪਸ ਆ ਜਾਂਦੇ। ਇਦਾਂ ਕਰਕੇ ਜਦੋਂ 6 ਮਹੀਨੇ ਬੀਤ ਗਏ ਤਾਂ ਮੇਰੇ ਪਾਣੀ ਸਿਰ ਤੋਂ ਨਿਕਲ ਗਿਆ। ਫਿਰ ਭਾਜੀ ਮੈਂ ਗੁਰਚਰਨ ਸਰ ਨੂੰ ਕਿਹਾ ਵੀ ਕੋਈ ਪ੍ਰੋਡਕਸ਼ਨ ਨਹੀਂ ਹੋਊਗੀ, ਉਹ ਕਹਿੰਦੇ ਤੁਹਾਨੂੰ ਤਕਲੀਫ ਕੀ ਹੈ, ਹੁਣ ਤਨਖਾਹ ਮਿਲ ਰਹੀ ਹੈ, ਕੰਮ ਕਰੋ ਆਪਣਾ। ਭਾਜੀ ਮੈਂ ਰੈਜ਼ਿਗਨੇਸ਼ਨ ਲਿਖਿਆ, ਟੇਬਲ ਤੇ ਰੱਖਿਆ, ਮੈਂ ਕਿਹਾ ਜੀ ਮੈਂ ਮਾਫੀ ਚਾਹੁੰਦੀ ਹਾਂ, ਮੈਂ ਤਫਰੀਹ ਦੀਆਂ ਰੋਟੀਆਂ ਖਾਧੀਆਂ ਨਹੀਂ ਜਾਂਦੀਆਂ, ਮੈਂ ਨਕਾਰਾ ਹੋ ਰਹੀ ਹਾਂ, ਮੈਂ ਨਕੰਮੀ ਹੋ ਰਹੀ ਹਾਂ, ਮੈਨੂੰ ਆਪਣੇ ਨਾ ਹੋਣ ਦਾ ਅਹਿਸਾਸ ਹੋ ਰਿਹਾ, ਮੈਂ ਜਾਣਾ ਚਾਹੂੰਗੀ ਇਸ ਜਗ੍ਹਾ। ਭਾਜੀ ਉਦੋਂ ਉਹਨਾਂ ਦਿਨਾਂ 'ਚ ਲਵਲੀਨ ਮੇਰੀ ਪੜੋਸਣ ਸੀਗੀ, ਉਹ ਮੇਰਾ ਇੱਕ ਨਾਟਕ ਦੇਖ ਕੇ ਆਈ ਸੀ, ਉਹਨੇ ਮੈਨੂੰ ਕਿਹਾ ਕਹਿੰਦੀ ਤੁਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਕੀ ਕਰਦੇ ਪਏ ਹੋ, ਤੁਸੀਂ ਚੰਡੀਗੜ੍ਹ ਜਾਓ, ਬੈਟਰ ਪਲੇਟਫਾਰਮ ਹੈ, ਉੱਥੇ ਬਹੁਤ ਸਾਰਾ ਚੰਗਾ ਥੀਏਟਰ ਹੁੰਦਾ, ਤੇ ਤੁਸੀਂ ਇੱਥੋਂ ਨਿਕਲੋ ਬਾਹਰ, ਆਪਣੇ ਟੈਲੈਂਟ ਦਾ ਉੱਥੇ ਇਸਤੇਮਾਲ ਕਰੋ। ਮੈਂ ਕਿਹਾ ਜੀ ਮੇਰਾ ਤਾਂ ਕੋਈ ਘਰ ਨਹੀਂ ਉੱਥੇ, ਘਾਟ ਤੇ ਮੈਂ ਕਿਸੇ ਨੂੰ ਜਾਣਦੀ ਨਹੀਂ। ਕਹਿੰਦੇ ਨਹੀਂ ਘਰ ਤੇ ਸਾਡਾ ਹੈਗਾ ਯੂਨੀਵਰਸਿਟੀ 'ਚ ਬੜਾ ਵੱਡਾ, ਮੇਰੇ ਫਾਦਰ ਨੂੰ ਮਿਲਿਆ ਹੋਇਆ, ਤੁਸੀਂ ਉੱਥੇ ਆ ਕੇ ਰਹੋ ਤੇ ਬਾਅਦ ਚੋਂ ਇੰਤਜ਼ਾਮ ਕਰ ਲਿਓ। ਭਾਜੀ 2 ਦਿਨ 'ਚ ਹੀ ਫੈਸਲਾ ਹੋ ਗਿਆ, ਅੱਜ ਰਿਜ਼ਾਈਨ ਕੀਤਾ, ਕੱਲ ਨੂੰ ਸਮਾਨ ਚੱਕਿਆ, ਫਲੈਟ ਸਰਚ ਕੋਲੋਂ ਫਲੈਟ ਖਾਲੀ ਕੀਤਾ, ਅਗਲੇ ਦਿਨ ਚੰਡੀਗੜ੍ਹ ਪਹੁੰਚ ਗਈ। ਹੁਣ ਚੰਡੀਗੜ੍ਹ ਪਹੁੰਚ ਕੇ ਵਟ ਨੈਕਸਟ? ਮੈਨੂੰ ਕਿਸੇ ਨੇ ਕਿਹਾ ਬਈ ਕਮਲ ਤਿਵਾੜੀ ਜੀ ਇੱਕ ਡਾਕਟਰ ਆਤਮਜੀਤ ਹੈ, ਆਹ 2 ਬੰਦਿਆਂ ਨੂੰ ਮਿਲਣੀ, ਕੁਝ ਨਾ ਕੋਈ ਰਸਤਾ ਰੱਖੂਗਾ। ਪਹਿਲਾਂ ਕਮਲ ਤਿਵਾੜੀ ਜੀ ਕੋਲ ਗਈ, ਉਹ ਕਹਿੰਦੇ ਅੱਛਾ ਪੰਜਾਬੀ ਯੂਨੀਵਰਸਿਟੀ ਪਟਿਆਲਾ, ਹਾਂ ਸੁਣਿਆ, ਕਹਿੰਦੇ ਗਰੁੱਪ ਬਣਾਇਆ। ਕਹਿੰਦੇ ਗਰੁੱਪ? ਕਹਿੰਦੇ ਹਾਂ ਗਰੁੱਪ ਹੁੰਦਾ ਕਿ ਥੀਏਟਰ ਗਰੁੱਪ? ਮੈਂ ਕਿਹਾ ਜੀ ਹਾਂਜੀ ਸੁਣਿਆ ਨਾ। ਕਹਿੰਦੇ ਨਹੀਂ ਤੇਰਾ ਹੈ? ਮੈਂ ਕਿਹਾ ਜੀ ਮੈਂ ਤਾਂ ਕੱਲੀ ਹਾਂ। ਕਹਿੰਦੇ ਤੇ ਬੰਦੇ ਲੱਭ, ਗਰੁੱਪ ਬਣਾ, ਇਹ ਕੰਮ ਕਰ। ਕਹਿੰਦੇ ਮੈਨੂੰ ਕਹਿੰਦੇ ਮੈਂ ਜਾਣ ਲੱਗੀ, ਕਹਿੰਦੇ ਅੱਛਾ ਗਰੁੱਪ ਦਵਾਂ? ਮੈਂ ਕਿਹਾ ਕਹਿੰਦੇ ਬਾਹਰ ਨਾ 4-5 ਦੇਖ ਮੁੰਡੇ ਕੁੜੀਆਂ ਬੈਠੀ। ਮੈਂ ਕਿਹਾ ਜੀ ਕੌਣ ਹੈ? ਕਹਿੰਦੇ ਉਹ ਜ਼ੁਲਫੀਕਾਰ ਨਾਂ ਦਾ ਇੱਕ ਮੁੰਡਾ ਸੀਗਾ, ਉਹ ਬੰਬੇ ਚਲਾ ਗਿਆ, ਕਹਿੰਦਾ ਉਹ ਵਿਚਾਰੇ ਲਵਾਰਸ ਹੋ ਗਏ, ਕਹਿੰਦੇ ਸਾਂਭ ਲਾ ਉਹਨਾਂ ਨੂੰ। ਮੈਂ ਕਿਹਾ ਜੀ ਗਰੁੱਪ ਦਾ ਨਾਂ ਕੀ ਰੱਖਾਂ? ਉਹ ਤਬਲਾ ਵਜਾ ਰਹੀ ਸੀ, ਕਹਿੰਦੇ ਮੈਂ ਰੂਪਕ ਤਾਲ, ਕਹਿੰਦੇ ਚੱਲ ਰੂਪਕ ਰੱਖ ਲੈ। ਅੱਛਾ, ਏਦਾਂ ਮੇਰਾ ਨਾਮਕਰਨ ਹੋਇਆ ਗਰੁੱਪ ਦਾ। ਮੈਂ ਕਿਹਾ ਅੱਛਾ ਜੀ ਰੂਪਕ ਰੱਖ ਲੈਣੀ ਆ। ਮੈਂ ਜਾ ਕੇ ਜੀ, ਮੈਨੂੰ ਪਤਾ ਨਹੀਂ ਸੀਗਾ, ਮੈਂ ਪੰਜਾਬ 'ਚ ਗਈ, ਉਹ ਕਹਿੰਦੇ 500 ਰੁਪਏ ਲੱਗਣਗੇ, ਮੇਰੇ ਕੋਲ 500 ਰੁਪਏ ਨਹੀਂ ਸੀਗੇ। ਮੈਂ ਹਰਿਆਣਾ 'ਚ ਗਈ, ਕਹਿੰਦੇ 50 ਰੁਪਏ ਲੱਗਣਗੇ ਰਜਿਸਟ੍ਰੇਸ਼ਨ। ਮੈਂ 50 ਰੁਪਏ ਭਰੇ, ਸਰਟੀਫਿਕੇਟ ਭਰੇ, ਗਰੁੱਪ ਦੇ ਮੈਂਬਰ ਦੇ ਨਾਮ ਲਿਖੇ, ਉਹਨਾਂ ਬੱਚਿਆਂ ਨਾਲ ਗੱਲਬਾਤ ਕੀਤੀ, ਤੇ ਭਾਜੀ 15-20 ਦਿਨ 'ਚ ਮੇਰਾ ਗਰੁੱਪ ਰਜਿਸਟਰਡ ਹੋ ਗਿਆ, ਤੇ ਮੈਨੂੰ ਪਤਾ ਲੱਗ ਗਿਆ ਵੀ ਹਾਂ ਹੁਣ ਮੇਰਾ ਇੱਕ ਗਰੁੱਪ ਬਣ ਗਿਆ ਤੇ ਹੁਣ ਕੰਮ ਸ਼ੁਰੂ ਕਰਨਾ। ਲੇਕਿਨ ਫਿਰ ਵੀ ਕੋਈ ਰਾਹ ਸਿਰ ਨਜ਼ਰ ਨਾ ਆਇਆ, ਕਿਉਂਕਿ ਮੈਂ ਪਾਸ਼ ਦੀਆਂ ਚਿੱਠੀਆਂ ਡਾਇਰੀ ਤੇ ਇੱਕ ਸੋਲੋ ਤਿਆਰ ਕੀਤੀ ਹੋਈ ਸੀ, ਜਿਹਦੇ ਮੈਂ ਇੱਕ ਅੱਧਾ ਸ਼ੋਅ ਹੀ ਕੀਤਾ ਸੀ, ਮੈਨੂੰ ਲੱਗਦਾ ਸੀ ਕੁਝ ਕੱਚਾ ਪੱਕਾ ਜਾਏ। ਫਿਰ ਮੈਂ ਡਾਕਟਰ ਆਤਮਜੀਤ ਨੂੰ ਲੱਭਿਆ ਜੀ, ਉਹਨਾਂ ਦੇ ਮੈਂ ਕਾਲਜ ਗਈ, ਸਤਿ ਸ੍ਰੀ ਅਕਾਲ ਬੁਲਾਈ, ਤੇ ਮੈਂ ਕਿਹਾ ਜੀ ਮੇਰਾ ਨਾਮ ਸੰਗੀਤਾ ਹੈ ਜੀ। ਕਹਿੰਦੇ ਅੱਛਾ ਅੱਛਾ। ਉਹਨੇ ਪੂਰਾ, ਮੈਨੂੰ ਪਹਿਲਾਂ ਹੀ ਜਾਣਦੇ ਸੀ ਜੀ, ਚਿਤਰਾਥੀ ਦੇਖ ਕੇ ਗਏ ਹੋਏ ਸੀ ਪਟਿਆਲੇ ਆ ਕੇ, ਉਹਨਾਂ ਨੇ ਪੂਰਾ ਡਰਾਮਾ ਕੀਤਾ ਮੇਰੇ ਨਾਲ। ਅੱਛਾ ਅੱਛਾ ਕਹਿੰਦੇ। ਮੈਂ ਕਿਹਾ ਜੀ ਏਦਾਂ ਕਰਕੇ ਮੈਂ ਆਪਣੀ ਇੱਕ ਸੋਲੋ ਤੋਂ ਡਾਇਰੈਕਟ ਕਰਾਉਣਾ ਚਾਹੁੰਦੀ ਹਾਂ, ਤੇ ਆ ਹੈਗੀ ਹੈ ਸਕ੍ਰਿਪਟ, ਤੇ ਤੁਸੀਂ ਪਲੀਜ਼ ਕਰ ਦਿਓ। ਕਹਿੰਦੇ ਬੇਟਾ ਮੈਂ ਤਾਂ 10 ਦਿਨ ਬਾਅਦ ਟੋਰਾਂਟੋ ਜਾ ਰਹੀ ਹਾਂ, ਮੇਰੇ ਕੋਲ ਤਾਂ ਵਕਤ ਨਹੀਂ ਹੈ। ਮੈਂ ਕਿਹਾ ਜੀ 10 ਦਿਨ ਕਾਫੀ ਹੈ, ਤੁਸੀਂ 7 ਦਿਨ 'ਚ ਕਰ ਦੋਗੇ? ਮੈਂ ਤਾਂ 5 ਦਿਨ 'ਚ ਕਰ ਲੂੰਗੀ। ਕਹਿੰਦੇ ਅੱਛਾ ਪੜ੍ਹ ਕੇ ਸੁਣਾਓ। ਮੈਂ ਕਹਿੰਦੀ ਜੀ ਸਕ੍ਰਿਪਟ ਤੁਸੀਂ ਫੜ ਲਓ, ਮੈਂ ਤੁਹਾਨੂੰ ਸਾਰੀ ਜ਼ੁਬਾਨੀ ਸੁਣਾ ਦੂੰਗੀ। ਮੈਂ ਬੋਲਣਾ ਸ਼ੁਰੂ ਹੋਈ ਜੀ, 1 ਪੇਜ ਸੁਣਾਇਆ, 2 ਪੇਜ ਸੁਣਾਇਆ, ਉਹਨੇ ਬੰਦ ਕਰਤਾ। ਕਹਿੰਦੇ ਹਾਂ ਠੀਕ ਹੈ ਠੀਕ ਹੈ।
ਕਹਿੰਦੇ ਹੋਰ ਤੁਹਾਡੀਆਂ ਕੀ ਹੌਬੀਜ਼ ਨੇ? ਮੈਂ ਕਿਹਾ ਜੀ ਬਸ ਕਮਜ਼ੋਰੀ ਇੱਕੋ ਹੀ ਹੈ ਵੀ ਸਵੇਰੇ ਨਹੀਂ ਉੱਠ ਸਕਦੇ। ਕਹਿੰਦੇ ਅੱਛਾ ਕੱਲ ਸਵੇਰੇ 5 ਵਜੇ ਰਸਲ ਤੇ ਆ ਜਾਓ। ਮੈਂ ਕਿਹਾ ਹਾਂਜੀ। ਕਹਿੰਦੇ ਹਾਂਜੀ। ਕਹਿੰਦੇ ਕਿੱਥੇ ਰਹਿੰਦੇ ਹੋ? ਮੈਂ ਕਿਹਾ ਜੀ 40 ਸੈਕਟਰ ਕਿਸੇ ਨੇ ਕਮਰਾ ਦਿੱਤਾ। ਕਹਿੰਦੇ ਹਾਂ ਮੇਰਾ ਘਰ 70 ਸੈਕਟਰ ਹੈ। ਕਹਿੰਦੇ ਆ ਜਾਓ ਸਵੇਰੇ 5 ਵਜੇ। ਭਾਜੀ ਮੈਂ ਅਗਲੇ ਦਿਨ ਤਿਆਰ ਹੋ ਕੇ, ਇੰਨੀ ਠੰਡ ਸਰਦੀਆਂ, ਜੈਕਟ ਪਾ ਕੇ ਲਵਲੀ ਨੇ ਸਕੂਟਰ ਚਲਾਇਆ। ਅਸੀਂ ਪਹੁੰਚੀਆਂ 40 ਸੈਕਟਰ ਤੋਂ 70 ਸੈਕਟਰ ਦੇ ਵਿੱਚ ਚਲਾ ਕੇ ਸਕੂਟਰ। ਅਸੀਂ ਠੰਡੀਆਂ ਹੋਈਆਂ ਪਈਆਂ ਜਮਾਂ ਹੀ। ਅਸੀਂ 5 ਵਜ ਕੇ ਨਾ ਭਾਜੀ 5 ਮਿੰਟ ਹੋ ਗਏ। ਭਾਜੀ ਉਹ ਬਾਹਰ ਆਏ, ਕਹਿੰਦੇ ਕਿੰਨਾ ਟਾਈਮ ਹੋਇਆ? ਮੈਂ ਕਿਹਾ ਜੀ 5 ਵਜ ਕੇ 5 ਮਿੰਟ। ਕਹਿੰਦੇ ਕੱਲ ਨੂੰ ਆਇਓ। ਭਾਜੀ ਉਹਨਾਂ ਨੇ ਗੇਟ ਹੀ ਨਹੀਂ ਖੋਲਿਆ। ਅਸੀਂ ਮੁੜ ਗਈਆਂ। ਅਗਲੇ ਦਿਨ ਫਿਰ ਅਸੀਂ 4:55 ਤੇ ਹੀ ਬਾਹਰ ਜਾ ਕੇ ਬਹਿ ਗਈਆਂ। ਜਦੋਂ ਬਾਹਰ ਆਏ ਕਹਿੰਦੇ ਆ ਗਈਆਂ। ਆਂਟੀ ਨੇ ਫਿਰ ਮੈਨੂੰ ਅਗਲੇ ਦਿਨ ਦੱਸਿਆ ਵੀ ਇਹ ਜਾਣ ਬੁੱਝ ਕੇ ਇਮਤਿਹਾਨ ਲੈਂਦੇ, ਤੈਨੂੰ ਟਰਕਾਉਣਾ ਚਾਹੁੰਦੇ ਸੀ, ਪਰ ਇਹ ਦੇਖਣਾ ਚਾਹੁੰਦੇ ਸੀ ਤੂੰ ਕਿੰਨੀ ਪੱਕੀ ਹੈ। ਫਿਰ ਭਾਜੀ ਕੁੱਤੇ ਛੱਡ ਦਿਆ ਕਰਨ। ਮੈਂ ਕੁੱਤਿਆਂ ਕੋਲ ਬਲੇਟੇ ਖਾਂਦੀ, ਇੱਧਰ ਉੱਧਰ ਕਰਦੀ, ਪਤਾ ਨਹੀਂ ਕਿਵੇਂ ਆਵਾਂ। ਪਰ ਫਿਰ ਵੀ ਜਿਵੇਂ ਤਿਵੇਂ ਮਰਜ਼ੀ ਕਰਕੇ ਨਾ ਉਹਨਾਂ ਨੇ ਮੈਨੂੰ 5 ਕੁ ਦਿਨਾਂ ਵਿੱਚ ਮੇਰੀ ਸਾਰੀ ਪਰਫਾਰਮੈਂਸ ਨੂੰ ਥੋੜਾ ਜਿਹਾ ਨਵਿਆਤਾ। ਹਾਂ ਤੇ ਫਿਰ ਜਿਹੜੀ ਸਭ ਤੋਂ ਵੱਡੀ ਮਦਦ ਭਾਜੀ ਉਹਨਾਂ ਨੇ ਮੇਰੀ ਕੀਤੀ, ਕਿ ਜਿਸ ਵਕਤ ਮੇਰੇ ਕੋਲ ਆਪਣੇ ਘਰ ਦਾ ਕਿਰਾਇਆ ਦੇਣ ਵਾਸਤੇ 1000 ਰੁਪਏ ਦੀ ਵੀ ਕਿਤੋਂ ਆਉਣ ਦੀ ਉਮੀਦ ਨਹੀਂ ਸੀ, ਮੈਨੂੰ ਜਿਸ ਬੰਦੀ ਨੇ ਘਰ ਰਹਿਣ ਲਈ ਦਿੱਤਾ ਸੀਗਾ ਭਾਜੀ, ਉਹਦਾ ਕਿਰਾਇਆ 1200 ਰੁਪਏ ਸੀਗਾ। ਤੇ ਮੈਨੂੰ ਨਹੀਂ ਪਤਾ ਸੀ ਕਿ ਮਹੀਨਾ ਪੂਰਾ ਹੋਣ ਤੋਂ ਬਾਅਦ ਉਹ 1200 ਰੁਪਏ ਮੈਂ ਕਿੱਥੋਂ ਦੇਣਾ ਹੈ। ਇਸ ਸ਼ਹਿਰ ਵਿੱਚ ਆ ਕੇ ਮੈਨੂੰ ਕਿੱਥੋਂ ਕੰਮ ਮਿਲੂਗਾ, ਮੈਨੂੰ ਕੌਣ ਕੰਮ ਕਰਾਊਗਾ। ਮੈਨੂੰ ਉਹਨਾਂ ਨੇ ਆਲੂਵਾਲੀਆ ਸਾਹਿਬ ਕੋਲ ਭੇਜਿਆ ਕਿ ਉਹ ਇੱਥੇ ਮੀਟਿੰਗ ਵਾਸਤੇ ਆਏ ਹੋਏ ਆ, ਤੂੰ ਉਹਨਾਂ ਨੂੰ ਮਿਲ ਲੈ, ਮੈਂ ਤਾਂ ਜਾ ਰਿਹਾ ਬਾਹਰ। ਮੈਂ ਉਹਨਾਂ ਨੂੰ ਜੀ ਇੱਕ ਅਕਾਊਂਟ ਜਨਰਲ ਦੇ ਆਫਿਸ ਦੇ ਬਾਹਰ ਮਿਲੀ। ਕਹਿੰਦੇ ਅੱਛਾ ਤੂੰ ਸੰਗੀਤ ਹੈ? ਹਾਂ ਹਾਂ ਤੇਰਾ ਪਲੇ ਦੇਖਿਆ ਮੈਂ, ਪੰਜਾਬੀ ਨਸੀਬ ਵਾਲਾ ਆਤਮਜੀਤ ਦਾ ਆਇਆ ਸੀ ਫੋਨ ਮੈਨੂੰ। ਹਾਂ ਤੂੰ ਕੀ ਚਾਹੁੰਦੀ ਹੈ? ਅੱਛਾ ਪਾਸ਼ ਦਾ ਕੀਤਾ, ਸੋਲੋ ਕੀਤੀ ਹੈ? ਹਾਂ ਕਿੰਨੇ ਪੈਸੇ ਲਾਏਂਗੀ? ਮੈਂ ਕਿਹਾ ਜੀ ਮੈਂ ਲਾਉਂਗੀ। ਮੈਂ ਕਿਹਾ ਜੀ ਤੁਸੀਂ ਦੇਣੇ ਆ, ਮੈਂ ਕਿੱਥੇ ਲੈਣੇ ਆ? ਨਹੀਂ ਨਹੀਂ ਫਿਰ ਕਿੰਨੇ ਲਾਏਂਗੀ? ਅਜੀ ਮੇਰੇ ਮੂੰਹ ਤਾਂ ਗੋਲ ਗੋਲ ਦੋ ਤਿੰਨ ਘੁੰਮ ਰਿਹਾ ਸੀਗਾ। ਕਹਿੰਦੇ 7000 ਸ਼ੋ ਤਾਂ ਬਹੁਤ ਹੈ। ਭਾਜੀ ਮੇਰੇ ਮੂੰਹ ਤੋਂ ਜ਼ੁਬਾਨ ਨਾ ਨਿਕਲੇ, ਫਸ ਗਈ ਜ਼ੁਬਾਨ ਉਦਾਂ ਹੀ। ਕਹਿੰਦੇ ਚੱਲ ਠੀਕ ਹੈ, ਹੁਣ ਮੈਂ ਤਾਂ ਤੂੰ ਕਿੱਥੇ ਲੱਭਣਾ ਫਿਰ? 7 ਸ਼ੋ ਕਰ ਲੈ 7-7000 ਦੇ, ਠੀਕ ਹੈ? ਜਾਂ 7 ਕਰ ਲੈਂਗੀ, ਸਰਟੀਫਿਕੇਟ ਲੈ ਕੇ ਆ ਜੀ ਮੇਰੇ ਕੋਲ, ਪੈਸੇ ਮਿਲ ਜਾਣਗੇ ਤੈਨੂੰ, ਬਸ ਆਲ ਦੀ ਬੈਸਟ। ਅਜੀ ਉਹ ਕਹਿ ਕੇ ਚਲੇ ਗਏ। ਮੈਨੂੰ ਤਾਂ ਸਮਝ ਨਾ ਆਇਆ ਵੀ ਮੈਂ ਚੀਕਾਂ ਮਾਰਾਂ, ਹੱਸਾਂ, ਰੋਵਾਂ, ਕੀ ਕਹਾਂ, ਕੀ ਕਰਾਂ। ਭਾਜੀ ਉਹ 7 ਸ਼ੋਜ਼ ਨੇ ਮੇਰੀ ਜ਼ਿੰਦਗੀ ਦੀ ਇਕਨੋਮਿਕਸ ਬਦਲਤੀ। ਉਹ 7 ਸ਼ੋ ਨੇ ਸੰਗੀਤਾ ਨੂੰ ਖੜੀ ਕਰਤਾ। ਭਾਜੀ ਕਈ ਵਾਰ 9 ਰੁਪਏ ਨਹੀਂ ਸੀ ਹੁੰਦੇ ਕਿ 5 ਰੁਪਏ ਦੀ ਦਾਲ, 4 ਰੁਪਏ ਦੀ 4 ਰੋਟੀਆਂ। ਐਂ ਹੁੰਦਾ ਸੀ ਕਿ ਅੱਜ ਦੀ ਰਾਤ ਪਾਣੀ ਪੀ ਕੇ ਸੌਣਾ ਪੈਣਾ। ਇਸ ਕਰਕੇ ਮੈਂ ਹਮੇਸ਼ਾ ਉਹਨਾਂ ਨੂੰ ਸੈਲੂਟ ਕਰਦੀ ਹਾਂ ਕਿ ਜੇ ਉਹਨਾਂ ਨੇ ਮੇਰੇ ਸਿਰ ਤੇ ਆਪਣਾ ਹੱਥ ਨਾ ਰੱਖਿਆ ਹੁੰਦਾ, ਮੈਂ ਖੜੀ ਨਹੀਂ ਹੋ ਸਕਦੀ। ਭਾਜੀ ਕੋਈ ਨਾ ਕੋਈ ਹੁੰਦਾ ਭਾਜੀ ਜੋ ਤੁਹਾਡੇ ਸਿਰ ਤੇ ਹੱਥ ਰੱਖਦਾ, ਔਰ ਰੱਬ ਭੇਜਦਾ ਉਹਨਾਂ ਨੂੰ ਏਦਾਂ ਕਰਕੇ ਵੀ ਇਹਨਾਂ ਬੰਦਿਆਂ ਨੂੰ ਸਾਂਭ ਲਓ। ਬਿਲਕੁਲ ਬਿਲकुल ਇਹ ਸੰਗੀਤਾ ਇਹ ਸੰਘਰਸ਼ ਹੀ ਹੈ। ਇਹ ਤੁਹਾਨੂੰ ਪੈਰਾਂ ਸਿਰ ਖੜਾ ਹੋਣਾ ਸਿਖਾਉਂਦਾ ਹੈ। ਇਹ ਤੁਹਾਨੂੰ ਦੱਸਦਾ ਵੀ ਹੁਣ ਤੁਸੀਂ ਲੜਨਾ ਹੈ, ਤੁਸੀਂ ਖੜਨਾ ਹੈ, ਤੇ ਫਿਰ ਕੁਝ ਬਣਨਾ ਵੀ ਹੈ ਤੁਸੀਂ ਜ਼ਿੰਦਗੀ 'ਚ। ਔਰ ਮੇਰਾ ਖਿਆਲ ਹੈ ਤੂੰ ਉਹ ਸਾਰੇ ਜਿਹੜੇ ਸੰਘਰਸ਼, ਉਹਦੇ ਚੈਲੰਜ ਜਿਹੜੇ ਤੂੰ ਕਬੂਲ ਕੀਤੇ ਆ ਨਾ, ਉਸੇ ਕਰਕੇ ਤੇਰਾ ਅੱਜ ਇੱਕ ਮੁਕਾਮ ਬਣਿਆ, ਤੇਰੀ ਇੱਕ ਜਗ੍ਹਾ ਬਣੀ ਹੈ। ਤੇ ਅਸੀਂ ਬੜੇ ਮਾਣ ਨਾਲ ਕਹਿ ਸਕਦੇ ਹਾਂ ਵੀ ਹਾਂ ਬਈ ਸੰਗੀਤਾ ਦਾ ਇਹ ਨਾਟਕ ਹੈ, ਸੰਗੀਤਾ ਦਾ ਇਹ ਨਾਮ ਹੈ, ਸੰਗੀਤਾ ਦਾ ਇਹ ਥੀਏਟਰ ਹੈ। ਸੋ ਇਹ ਤੇਰੇ ਇਹ ਸੰਘਰਸ਼ ਜਿਹੜਾ ਤੇਰੇ ਹਿੱਸੇ ਆਇਆ, ਔਰ ਤੂੰ ਉਸ ਸੰਘਰਸ਼ ਨੂੰ ਬੜੇ ਖਿੜੇ ਮੱਥੇ ਕਬੂਲ ਕੀਤਾ, ਇਹ 'ਚ ਵੀ ਕੋਈ ਸ਼ੱਕ ਨਹੀਂ। ਜਿਹੜੀ ਜਰਨੀ ਤੂੰ ਬਿਆਨ ਕਰ ਦਿੱਤੀ ਹੈ, ਮੇਰਾ ਖਿਆਲ ਹੈ ਇਹ ਸ਼ਾਇਦ ਹਾਰੀ ਸਾਰੀ ਦੇ ਹਿੱਸੇ ਨਹੀਂ ਆਉਂਦੀ, ਟਾਵੇਂ ਟਾਵੇਂ ਦੇ ਹਿੱਸੇ ਆਉਂਦੀ ਹੈ। ਪਰ ਤੂੰ ਬਤੌਰ ਲੜਕੀ, ਇੱਕ ਫੀਮੇਲ ਹੁੰਦਿਆਂ ਹੋਇਆ ਇਹ ਸਾਰੇ ਚੈਲੰਜ ਨੂੰ ਜਿਸ ਤਰ੍ਹਾਂ ਕਬੂਲ ਕੀਤਾ, ਔਰ ਉਹਦੇ ਵਿੱਚੋਂ SK ਆਲੂਵਾਲੀਆ ਇੱਕ ਤੇਰੇ ਲਈ ਅੱਗੋਂ ਡਾਕਟਰ ਆਤਮਜੀਤ ਦੇ ਰਾਹੀਂ ਇੱਕ ਬਣ ਕੇ ਇਸ ਤਰ੍ਹਾਂ ਨਿਕਲੇ। ਔਰ ਕਿਵੇਂ ਕਿਵੇਂ ਦੇਖੋ ਲੜੀ ਦੇ ਨਾਲ ਲੜੀ ਹੁੰਦੀ ਹੈ ਕਿ ਆਤਮਜੀਤ ਉਹਨਾਂ ਨੂੰ ਯਾਦ ਸੀ ਕਿ ਹਾਂ ਤੂੰ ਉਹ ਕੁੜੀ ਹੈ ਜਿਹੜੀ ਚਲਿੱਤਰਾ ਹੱਥੀ ਦੇ ਰੋਲ ਵਾਲੀ ਹੈ। ਉਹਨਾਂ ਨੇ ਅੱਗੇ SK ਆਲੂਵਾਲੀਆ ਦੇ ਨਾਲ ਬੜੀ ਦੋਸਤੀ ਸੀ ਉਹਨਾਂ ਦੀ, ਉਹਨਾਂ ਨੇ ਉਹ ਤੇਰਾ ਨਾਂ ਦੀ ਸਿਫਾਰਿਸ਼ ਵੀ ਕਰ ਦਿੱਤੀ। ਔਰ ਤੂੰ ਜਿਹੜਾ ਹੁਣੇ SK ਆਲੂਵਾਲੀਆ ਉਹਨਾਂ ਦੀ ਗੱਲਬਾਤ ਬਿਆਨ ਕੀਤੀ, ਮੈਨੂੰ ਲੱਗ ਰਿਹਾ ਜਿਵੇਂ SK ਆਲੂਵਾਲੀਆ ਹੀ ਬੋਲ ਰਹੇ ਆ, ਡਿੱਟੋ ਏਦਾਂ ਬੋਲਦੇ ਸੀ ਉਹ। ਤੂੰ ਏਡੀ ਕਾਹਲੀ ਦੇ ਨਾਲ, ਔਰ ਇਸੇ ਤੂੰ ਵਿਕਰੀ ਬਹੁਤ ਸੋਹਣੀ ਕੀਤੀ ਆਲੂਵਾਲੀਆ ਸਾਹਿਬ ਦੀ ਜਿਹੜੀ ਆ। ਹਾਂ ਬਿਲਕੁਲ ਏਦਾਂ ਹੀ ਬੋਲਦੇ ਸੀਗੇ। ਸੋ ਇਹ ਸੰਗੀਤਾ ਬਹੁਤ ਜ਼ਬਰਦਸਤ ਹੈ, ਬੜੀ ਜਰਨੀ ਹੈ। ਤੇ ਮੇਰਾ ਖਿਆਲ ਹੈ ਕਿ ਇਹ ਜਿਹੜੀਆਂ ਚੀਜ਼ਾਂ ਨੇ,
ਇਹ ਸਾਨੂੰ ਹਮੇਸ਼ਾ ਹਮੇਸ਼ਾ ਜਿਹੜੀਆਂ ਯਾਦ ਵੀ ਰੱਖਣੀਆਂ ਚਾਹੀਦੀਆਂ, ਔਰ ਇਹ ਸੰਘਰਸ਼ ਜਿਹੜਾ ਹੈ ਸਾਨੂੰ ਭੁੱਲਣਾ ਨਹੀਂ ਚਾਹੀਦਾ, ਕਿਉਂਕਿ ਇਹ ਸਾਨੂੰ ਜੀ ਅੱਗੇ ਤੋਰਦਾ ਹੈ, ਬਹੁਤ ਅੱਗੇ ਤੋਰਦਾ ਜੀ ਹੈ ਨਾ, ਸਾਡੀ ਜੀ ਪਿੱਠ ਤੇ ਖੜਾ ਹੁੰਦਾ ਹੈ, ਸਾਡਾ ਇਤਿਹਾਸ ਬਣ ਕੇ ਸਾਡੇ ਨਾਲ ਤੁਰਦਾ ਹੈ। ਔਰ ਮੈਂ ਸਮਝਦਾ ਅੱਜ ਬੜੇ ਯੰਗ ਲੋਕ ਸਾਡੇ ਨਾਲ ਜੁੜੇ ਹੋਏ ਆ, 20-25 ਯੰਗ ਲੋਕ ਨੇ ਇੱਥੇ ਜਿਹੜੇ ਸੁਣਦੇ ਪਏ ਨੇ, ਬਹੁਤ ਸੀਨੀਅਰ ਆਰਟਿਸਟ ਕ੍ਰਿਸ਼ਨ ਦਵੇਸਰ ਹੋਰੀ ਜੁੜੇ ਹੋਏ ਨੇ, ਜਿਹੜੇ ਗੁਰਸ਼ਰਨ ਭਾਜੀ ਦੇ ਸਭ ਤੋਂ ਪੁਰਾਣੇ ਆਰਟਿਸਟ ਸੀ, ਉਹ ਵੀ ਸਾਰੇ ਇਹ ਦੇਖਦੇ ਪਏ ਨੇ, ਸੁਣਦੇ ਪਏ ਤੁਹਾਡੇ ਬਿਆਨ, ਸਾਰੀ ਗੱਲਬਾਤ ਗਾਥਾ ਨੂੰ ਜਿਹੜੇ, ਤੇ ਮੈਂ ਸਮਝਦਾ ਇਹ ਚੋਂ ਬਹੁਤ ਕੁਝ ਸਿੱਖਣ। ਬਹਿਲ ਮੈਡਮ ਵੀ ਜੁੜੇ ਹੋਏ ਨੇ ਸਾਡੇ ਨਾਲ, ਉਹ ਵੀ ਸੁਣ ਰਹੇ ਤੁਹਾਡੀ ਗੱਲ ਨੂੰ। ਤੇ ਸੰਗੀਤਾ ਫਿਰ ਅਗਲਾ ਪੜਾਅ ਆ ਜਾਂਦਾ ਵੀ ਲਓ ਇੱਕ ਤੁਹਾਨੂੰ ਫਾਈਨੈਂਸ਼ੀਅਲ ਸਿਕਿਉਰਿਟੀ ਮਿਲ ਗਈ। ਇਹ ਮੈਨੂੰ ਲੱਗਦਾ ਕਿ ਇਹ ਵੈਸੇ ਕੋਈ ਬਹੁਤ ਲੰਬੇ ਸਮੇਂ ਲਈ ਨਹੀਂ ਸੀਗੀ ਜਿੰਨੀ ਕਿ ਤੁਸੀਂ ਜੀ ਦੱਸੀ ਹੈ ਨਾ, ਪਰ ਉਸ ਵੇਲੇ ਲਈ ਬਹੁਤ ਸੀਗੀ, ਹੈ ਨਾ। ਤੇ ਉਸ ਜੀ ਤੋਂ ਬਾਅਦ ਫਿਰ ਤੁਸੀਂ ਜਿਹੜਾ ਇਹ ਆਪਣੇ ਥੀਏਟਰ ਗਰੁੱਪ ਨੂੰ ਜਿਹੜਾ ਪੈਰਾਂ ਸਿਰ ਖੜਾ ਕੀਤਾ, ਫਿਰ ਤੁਸੀਂ ਕਿੱਦਾਂ ਦਾ ਕੰਮ ਕਰਨਾ ਸ਼ੁਰੂ ਕੀਤਾ? ਤੁਹਾਨੂੰ ਲੱਗਾ ਕਿ ਮੈਂ ਬਤੌਰ ਨਿਰਦੇਸ਼ਕ ਹੁਣ ਤੁਰਾਂ? ਨਹੀਂ ਭਾਜੀ, ਇੰਨਾ ਜ਼ਿਆਦਾ, ਕਿਉਂਕਿ ਮੈਨੂੰ ਨਾਟਕ ਕਰਾਉਣ ਦਾ ਤਜਰਬਾ ਸਿਰਫ ਇੰਨਾ ਸੀਗਾ ਕਿ ਮੈਨੂੰ ਇਹ ਕੌਨਫੀਡੈਂਸ ਸੀ ਕਿ ਮੈਂ 30-35 ਮਿੰਟ ਤੱਕ ਦਾ ਨਾਟਕ ਤੇ ਕਰਾ ਸਕਦੀ ਹਾਂ, ਲੇਕਿਨ ਵੱਡੇ ਨਾਟਕ ਕਰਾਉਣ ਦਾ ਨਾ ਮੈਨੂੰ ਕੌਨਫੀਡੈਂਸ ਸੀ ਤੇ ਨਾ ਹੀ ਕੋਈ ਤਜਰਬਾ ਸੀ। ਸੋ ਮੈਂ ਇਹ ਤੈਅ ਕੀਤਾ ਕਿ ਮੈਂ ਹੁਣ ਉਹਨਾਂ ਬੱਚਿਆਂ ਨਾਲ, ਜਿਹੜਾ ਜ਼ੁਲਫੀਕਾਰ ਦਾ ਗਰੁੱਪ ਸੀ, ਮੈਂ ਉਹਨਾਂ ਨੂੰ ਪੁੱਛਿਆ ਤੁਹਾਡਾ ਵਰਕਿੰਗ ਏਰੀਆ ਕਿਹੜਾ ਸੀ? ਉਹ ਕਹਿੰਦੇ ਸਾਡਾ ਵਰਕਿੰਗ ਏਰੀਆ ਸੀ 25 ਸੈਕਟਰ ਦਾ ਸਲਮ। ਹਾਂ, ਤੇ ਮੈਂ ਕਿਹਾ ਤੁਹਾਡਾ ਸੈਂਟਰ ਕਿਹੜਾ ਸੀ? ਕੰਮ ਕਰਦੇ ਸਾਰੇ। ਜੀ, ਉਹ ਕਹਿੰਦੇ ਸੈਂਟਰ ਸਾਡਾ ਅੰਦਰ ਹੀ ਸਕੂਲ 'ਚ ਸਾਨੂੰ ਇੱਕ ਰੂਮ ਮਿਲਿਆ ਹੋਇਆ ਸੀਗਾ। ਮੈਂ ਕਿਹਾ ਮੈਨੂੰ ਜਗ੍ਹਾ ਮਿਲੂਗੀ? ਕਹਿੰਦੇ ਹਾਂ ਮਿਲੂਗੀ। ਮੈਂ ਸਕੂਲ 'ਚ ਗਈ, ਉਹਨਾਂ ਨੂੰ ਮਿਲੀ, ਉਹਨਾਂ ਨੇ ਕਿਹਾ ਕਰੋ ਕੰਮ। ਭਾਜੀ ਫਿਰ ਮੈਂ 3 ਸਾਲ 25 ਸੈਕਟਰ ਦੇ ਸਲਮ 'ਚ ਹੀ ਕੰਮ ਕੀਤਾ ਉਹਨਾਂ ਬੱਚਿਆਂ ਦੇ ਨਾਲ। ਮੈਂ ਉਹਨਾਂ ਦੀਆਂ ਸਾਲ 'ਚ 2 ਜਾਂ 3 ਵਰਕਸ਼ਾਪਸ ਕਰਦੀ, ਉਹਨਾਂ ਦੇ ਸ਼ੋਜ਼ ਕਰਦੀ, ਉਹਨਾਂ ਨੂੰ ਨਾਟਕ ਤਿਆਰ ਕਰਾਂਦੀ, ਪਲੱਸ ਉਹਨਾਂ ਦੀ ਜਿੰਨੀ ਮਦਦ ਹੋ ਸਕਦੀ, ਜਿਸ ਕਿਸਮ ਦੀ, ਉਸ ਕਿਸਮ ਦੀ ਮਦਦ ਕਰਦੀ, ਤੇ ਨਾਲ ਇਹ ਸੋਚਦੀ ਕਿ ਗਰੁੱਪ ਨੂੰ ਖੜਾ ਕਰਨ ਵਾਸਤੇ ਹੋਰ ਕੀ ਹੋ ਸਕਦਾ। ਫਿਰ ਮੈਨੂੰ ਹੌਲੀ ਹੌਲੀ ਇਹ ਪਤਾ ਲੱਗਿਆ ਕਮਲ ਤਿਵਾੜੀ ਸਾਹਿਬ ਤੋਂ ਕਿ ਹੁਣ ਇੱਕ ਆਜ਼ਾਦੀ ਦਿਵਸ ਆਉਣ ਵਾਲਾ ਹੈ, ਇੱਕ ਨਿੱਕਾ ਜਿਹਾ ਨੁੱਕੜ ਨਾਟਕ ਤਿਆਰ ਕਰ ਲਓ, 15 ਸ਼ੋਅ ਆਜ਼ਾਦੀ ਦੇ ਮਿਲ ਜਾਣਗੇ। ਹਲੇ ਤੱਕ ਸਿਰਫ ਪੈਸੇ ਕਮਾਉਣ ਵਾਲਾ ਜੁਗਾੜੂ ਕੰਮ ਹੋ ਰਿਹਾ ਸੀ ਕਿ ਕਿਹੜਾ ਕੰਮ ਐਸਾ ਕੀਤਾ ਜਾਵੇ ਤਾਂ ਕਿ ਕਦੇ ਘਰ ਦਾ ਕਿਰਾਇਆ ਨਾ ਫਸੇ, ਕਦੇ ਰੋਜ਼ੀ ਰੋਟੀ ਨਾ ਰੁਕੇ, ਕਦੇ ਸਕੂਟਰ ਨਾ ਰੁਕੇ। ਹਲੇ ਸਰਵਾਈਵਲ ਦਾ ਮਸਲਾ ਹੀ ਚੱਲ ਰਿਹਾ ਸੀ। ਉਹ ਥੀਏਟਰ ਦਾ ਕੰਸਰਨਡ ਜਿਹੜਾ ਥੀਏਟਰ ਹੈ ਉਹ ਨਹੀਂ ਸੀ ਸ਼ੁਰੂ ਹੋਇਆ, ਕਿ ਰੋਜ਼ੀ ਰੋਟੀ ਤੋਂ ਬਾਹਰ ਨਹੀਂ ਸੀ ਨਿਕਲੇ। ਇਹੀ ਸਭ ਕੁਝ ਚੱਲ ਰਿਹਾ ਸੀ। ਇਹ ਸਭ ਕੁਝ ਚਲਾਉਂਦੇ ਭਾਜੀ ਫਿਰ ਟਫ ਟਾਈਮ ਆ ਗਿਆ। ਵਾਟ ਨੈਕਸਟ? ਹੁਣ ਕੀ ਕਰਨਾ? ਜਦੋਂ ਨਿੱਕੇ ਨਿੱਕੇ ਚੀਜ਼ਾਂ ਆਈਆਂ, ਇਹਨਾਂ ਦੇ ਖਰਚੇ ਆਏ, ਨਿਕਲੇ ਪੈਸੇ, ਫਿਰ ਖਤਮ ਹੋ ਗਏ ਭਾਜੀ। ਜਦੋਂ 6 ਮਹੀਨੇ ਦਾ ਗੈਪ ਆਇਆ, ਕਿਤੋਂ ਕੋਈ ਕੰਮ ਨਹੀਂ ਮਿਲਿਆ, ਫਿਰ ਹੁਣ ਕੀ ਕੀਤਾ ਜਾਵੇ ਭਾਜੀ? ਫਿਰ ਫਾਈਨਲੀ ਫਿਰ ਮੈਨੂੰ ਜੌਬ ਕਰਨੀ ਪਈ। ਮੈਂ ਸ਼ਿਵਾਲਿਕ ਪਬਲਿਕ ਸਕੂਲ 'ਚ ਗਈ। ਮੈਂ ਉਹਨਾਂ ਨੂੰ ਕਿਹਾ ਕਿ ਮੈਂ ਬਹੁਤ ਚੰਗੀ ਬੱਚਿਆਂ ਦੀ ਥੀਏਟਰ ਦੀ ਟ੍ਰੇਨਰ ਆ, ਜੇ ਤੁਹਾਡੇ ਸਕੂਲ 'ਚ ਮੇਰੀ ਜ਼ਰੂਰਤ ਹੋਵੇ ਤਾਂ ਮਤਲਬ ਭਾਜੀ ਮੈਨੂੰ ਪਤਾ ਨਹੀਂ ਮੇਰੇ ਅੰਦਰੋਂ ਕਿੱਥੇ ਕੌਨਫੀਡੈਂਸ। ਕਹਿੰਦੇ ਅੱਛਾ ਤੁਸੀਂ ਅੱਛਾ ਕੰਮ ਕਰਦੇ ਹੋ? ਮੈਂ ਕਿਹਾ ਹਾਂਜੀ, ਤੁਸੀਂ ਕਰਾ ਕੇ ਦੇਖ ਸਕਦੇ ਆ। ਕਹਿੰਦੇ ਅੱਛਾ ਸੈਲਰੀ? ਭਾਜੀ ਮੈਂ ਮੂੰਹ ਜਾ ਇਕੱਠਾ ਕਰਕੇ ਕਹਤਾ ਜੀ ਮੈਂ ਤਾਂ 3500 ਰੁਪਏ ਤਾਂ ਲਵਾਂਗੀ। ਉਹ ਕਹਿੰਦੇ ਇਹ ਤੇ ਬਹੁਤ ਜ਼ਿਆਦਾ ਹੈ। ਮੈਂ ਕਿਹਾ ਜੀ ਇੰਨਾ ਕੁ ਤਾਂ ਲਾਂਗੀ ਹੁਣ, ਮਤਲਬ ਜੇ ਸਕੂਲ ਆਵਾਂਗੀ ਤਾਂ। ਕਹਿੰਦੇ ਚਲੋ ਆ ਜਾਓ। ਅਜੇ ਉਹ ਤਾਂ ਮੈਨੂੰ ਬਾਅਦ ਚੋਂ ਪਤਾ ਲੱਗਿਆ ਕਿ ਮੈਂ ਸਵੇਰੇ 8 ਵਜੇ ਆ ਕੇ ਸ਼ਾਮ ਨੂੰ 5 ਵਜੇ ਜਾਣਾ। ਪਹਿਲਾਂ ਮੈਂ ਸਕੂਲ 'ਚ ਦੀਆਂ ਸਾਰੀਆਂ ਕਲਾਸਿਸ 'ਚ ਵਾਰੀ ਥੀਏਟਰ ਦੀਆਂ ਕਲਾਸਿਸ ਲੈਣੀ ਹੈ। ਜਦੋਂ ਸਕੂਲ ਆਫ ਹੋ ਗਿਆ ਤਾਂ ਮੈਨੂੰ ਹੌਸਟਲ ਮੂਵ ਕਰਨਾ ਪੈਣਾ, ਤੇ ਹੌਸਟਲ ਵਿੱਚ ਜਿੰਨੇ ਬੱਚੇ ਹੈ ਉਹਨਾਂ ਦੀਆਂ ਕਲਾਸਿਸ ਚੱਲਣੀ ਹੈ, ਤੇ ਮੇਰੀ ਛੁੱਟੀ ਹੋਣੀ ਹੈ 5 ਵਜੇ। ਭਾਜੀ ਮੈਂ ਉੱਥੇ 9 ਮਹੀਨੇ ਕੰਮ ਕੀਤਾ। ਉਹਨਾਂ ਨੇ ਮੇਰੇ ਕੋਲੋਂ 17 ਨਾਟਕ ਕਰਾਏ 9 ਮਹੀਨੇ 'ਚ। ਇੱਕ ਕੁੜੀ ਜਿਹੜੀ 9 ਮਹੀਨੇ 'ਚ 17 ਨਾਟਕ ਕਰਾਊਗੀ, ਉਹਦੇ ਸਿਰ ਦੇ ਕਿੰਨੇ ਵਾਲ ਝੜ ਗਏ ਹੋਣੇ ਟੈਨਸ਼ਨ ਦੇ ਨਾਲ, ਤੁਸੀਂ ਅੰਡਰਸਟੈਂਡ ਕਰ ਸਕਦੇ ਹੋ। ਲੇਕਿਨ ਉਹਨਾਂ 17 ਨਾਟਕਾਂ ਦੀ ਜਿਹੜੀ ਲਗਾਤਾਰਤਾ ਨਾਲ ਡਾਇਰੈਕਸ਼ਨ ਹੈ ਨਾ, ਉਹਨੇ ਮੈਨੂੰ ਗਰੋਥ ਦਿੱਤੀ ਕਿ ਆਹ ਨਾਟਕ ਕੀਤਾ, ਇਹਦੇ ਵਿੱਚ ਆਹ ਗਲਤੀਆਂ ਹੋਈਆਂ, ਅਗਲੇ 'ਚ ਆਹ ਇੰਪਰੂਵਮੈਂਟ ਹੋ ਗਈ, ਇਹ 'ਚ ਆਹ ਇੰਪਰੋਵਾਈਜ਼ ਹੋ ਸਕਦਾ, ਉਹ 'ਚ ਆਹ ਹੋ ਸਕਦਾ, ਇਹ 'ਚ ਆਹ ਕੱਢਿਆ ਜਾ ਸਕਦਾ, ਪਾਇਆ ਜਾ ਸਕਦਾ। ਆਈਡੀਆਜ਼ ਆਉਂਦੇ ਚਲੇ ਗਏ, ਇੰਪਰੋਵਾਈਜ਼ ਕਰਦੇ ਰਹੇ। ਜਦੋਂ ਤੁਸੀਂ 9 ਮਹੀਨੇ 'ਚ 17 ਨਾਟਕ ਕਰ ਲਓ, ਤੁਸੀਂ ਇੱਕ ਫੈਕਟਰੀ ਜੀ ਬਣ ਜਾਂਦੇ ਹੋ, ਤੇ ਤੁਹਾਨੂੰ ਪਤਾ ਲੱਗ ਜਾਂਦਾ ਵੀ ਹੁਣ ਤੁਸੀਂ ਕਰ ਸਕਦੇ। ਫਾਈਨਲੀ ਮੈਂ ਉਹਨਾਂ ਦੇ ਪੈਸਿਆਂ ਦੀ ਤਨਖਾਹ ਨੂੰ ਜੋੜ ਕੇ ਉਹਨਾਂ ਨੂੰ ਕਿਹਾ ਟਾਟਾ ਬਾਏ ਬਾਏ, ਬਸ ਸਰ ਮੈਂ ਕਿਹਾ ਹੋ ਗਿਆ, ਹੁਣ ਨਹੀਂ ਮੇਰੇ ਤੋਂ ਨੌਕਰੀ ਹੋਣੀ। ਫਿਰ ਮੈਨੂੰ ਲੱਗਿਆ ਕਿ ਹੁਣ 4 ਪੈਸੇ ਮੇਰੇ ਕੋਲ ਹੈਗੇ ਆ, ਤੇ ਉਹਨਾਂ ਦਿਨਾਂ 'ਚ ਭਾਜੀ ਲਵਲੀਨ ਨੇ ਫਿਰ ਆਪਣੀ ਪ੍ਰੈਕਟਿਸ ਜੁਆਇਨ ਕਰ ਲਈ ਸੀ, ਕਿਉਂਕਿ ਉਹਦੀ ਟ੍ਰੇਨਿੰਗ ਪੂਰੀ ਹੋ ਗਈ ਸੀ। ਉਹ ਕਹਿੰਦੀ ਯਾਰ 4 ਪੈਸੇ ਤਾਂ ਮੈਂ ਵੀ ਕਮਾ ਲੂੰਗੀ, ਹੁਣ ਤੂੰ ਆਪਣੀ ਮਰਜ਼ੀ ਦਾ ਕੰਮ ਕਰ।
ਫਿਰ ਭਾਜੀ ਮੈਂ ਐਕਚੁਅਲੀ ਆਪਣੇ ਥੀਏਟਰ ਨੂੰ ਰਿਵਾਈਂਡ ਕਰਨ ਬਾਰੇ ਸੋਚਿਆ। ਇਸ ਤੋਂ ਪਹਿਲਾਂ ਕਿ ਮੈਂ ਉਹਨੂੰ ਰਿਨਿਊ ਕਰਦੀ, ਜ਼ੁल्फिकार वापस आ गया। कहना ये क्या है, ये कैसी दादागिरी है। मैं कहा दादागिरी कैसे? कहना मेरा ग्रुप लेकर बैठ गई हो, क्या समझती हो तुम्हारा हो जाएगा। मैं कहा नहीं तो, वो अकेले थे, मेरा भी कोई नहीं था, हम एक हो लिए। कहना तो बस ठीक है ना, अब मैं आ गया हूँ, अब छोड़ दो उन्हें, निकालो अपने ग्रुप में से उनका नाम। मैं कहा ठीक है। थिएटर ग्रुप विच दो ना रह गए, संगीता गुप्ता ते लवलीन कौर, बाकी सारा ग्रुप चला गया। तलाश हुई दोबारा तो थिएटर ग्रुप दे मैंबर बनाउण दी। हुण एक्चुअली रूपक दा जन्म होया, एक्चुअली बिल्कुल। हुण फिर हरमनपाल सिंह, राहुल, सनी भाजी, विनोद, ये सारे लोग मेरे थिएटर ग्रुप दे मैंबर बने ते डॉक्टर आतमजीत दा नाटक अन्ने काने तैयार किया गया। पहली प्रोडक्शन एक घंटे दी बना के थोड़ा एक्सपैंड करके तैयार की गई, अपने आप नूं चेक करने वास्ते कि मैं घंटे दा नाटक कर सकती हूँ, करा सकती हूँ। घंटे दा नाटक तैयार किया गया ते NZCC ने मैनू फिर आलूवालिया साहब ने मैनू 7 शोज दिते ते उन्हां 7 पिंडां दे विच जाके मैं हरियाणे दे पिंडां च जाके शोज कीते मैं रात नूं। वो मेरा एक बहुत ही कमाल दा तजर्बा सी जिहने मैनू होर कॉन्फिडेंस दिता कि जिहड़ा ग्रुप जिन्ना वध और जिन्ना वधिया काम करूगा ਉਹਦਾ ਸਰਵਾਈਵ ਉਨਾ ਹੀ ਸੌਖਾ ਹੋਊਗਾ ਤੇ ਉਹਦਾ ਨਾਮ ਵੀ ਉਨਾ ਹੀ ਹੋਊਗਾ ਤੇ ਉਹਦੇ ਅੰਦਰ ਜਿਹੜੀ ਖੜੌਤ ਹੈ ਉਹ ਕਦੇ ਨਹੀਂ ਆਏਗੀ। ਬਿਲਕੁਲ। ਸੋ ਐਸੇ ਲੋਕਾਂ ਨੂੰ ਆਪਣੇ ਨਾਲ ਜੋੜ ਤੇ ਭਾਜੀ ਫਿਰ ਮੈਨੂੰ ਇਨ ਬਿਟਵੀਨ ਇਹ ਵੀ ਸਮਝ ਆ ਗਿਆ ਸੀ ਕਿ ਜੇ ਮੈਂ ਇਕਨੋਮਿਕ ਰੀਜ਼ਨਸ ਕਰਕੇ ਪਛੜ ਵੀ ਚਲੀ ਗਈ ਨਾ, ਮੈਨੂੰ ਇਕਨੋਮਿਕ ਰੀਜ਼ਨਸ ਤੋਂ ਮੈਂ ਕਿਵੇਂ ਬਚ ਸਕਦੀ ਹਾਂ ਕਿ ਮੈਨੂੰ ਨੌਕਰੀ ਨਾ ਕਰਨੀ ਪਵੇ। ਫਿਰ ਭਾਜੀ ਮੈਂ ਯੂਥ ਫੈਸਟੀਵਲ ਨੂੰ ਜੁਆਇਨ ਕੀਤਾ। ਯੂਥ ਫੈਸਟੀਵਲ ਨਾਲ ਮੇਰੀ ਇੱਕ ਰੈਗੂਲਰ ਇਨਕਮ ਹੋਈ। ਯੂਥ ਫੈਸਟੀਵਲ ਨੇ ਮੈਨੂੰ ਇੱਕ ਐਸਾ ਮੰਚ ਦਿੱਤਾ ਜਿੱਥੇ ਮੈਂ ਤਜਰਬੇ ਕਰ ਸਕਦੀ ਸੀ। ਯੂਥ ਫੈਸਟੀਵਲ ਨੇ ਮੈਨੂੰ ਉਹ ਬੱਚੇ ਦਿੱਤੇ, ਵਿਸ਼ਵਾਸ ਦਿੱਤਾ, ਜਿਹਦੇ ਰਾਹੀਂ ਮੈਨੂੰ ਆਪਣੇ ਅੰਦਰ ਦੇ ਸਕਿੱਲਸ ਨੂੰ ਐਕਸਪਲੋਰ ਕਰਨ ਦਾ ਮੌਕਾ ਦਿੱਤਾ। ਮੇਰੇ ਮਨ ਦੇ ਅੰਦਰ ਬਹੁਤ ਸਾਰੀਆਂ ਸਕ੍ਰਿਪਟਸ, ਬਹੁਤ ਸਾਰੀਆਂ ਗੱਲਾਂ ਛਿਪੀਆਂ ਹੋਈਆਂ ਸੀ। ਉਹਨੇ ਮੈਨੂੰ ਫਾਈਨੈਂਸ਼ੀਅਲ ਸਿਕਿਉਰਿਟੀ ਦਿੱਤੀ ਤੇ ਹਿੰਮਤ ਦਿੱਤੀ। ਫਿਰ ਮੈਂ ਜਦੋਂ ਯੂਥ ਫੈਸਟੀਵਲ ਮੇਰੇ ਹੱਥ 'ਚ ਆ ਗਿਆ ਤੇ ਮੈਨੂੰ ਪਤਾ ਲੱਗ ਗਿਆ ਕਿ ਹੁਣ ਮੈਂ ਨਿਰੀ ਪੂਰੀ ਰੰਗਮੰਚ ਦੇ ਨਾਲ ਜੁੜ ਕੇ ਆਪਣੀ ਪੂਰੀ ਜ਼ਿੰਦਗੀ ਬਿਤਾ ਸਕਦੀ। ਤੇ ਚੰਡੀਗੜ੍ਹ ਨੇ ਮੈਨੂੰ ਪਾ ਲਈ ਜੱਫੀ। ਗੁਰੂ ਗੋਬਿੰਦ ਸਿੰਘ ਕਾਲਜ ਫॉर ਵਿਮਨ ਸੈਕਟਰ 26 ਨੇ ਪੱਕਾ ਹੀ ਮੈਨੂੰ ਅਪਣਾ ਲਿਆ, ਆਪਣੀ ਜਗ੍ਹਾ ਦੇਤੀ ਵੀ ਤੂੰ ਪੱਕੀ ਤੇ ਅਸੀਂ ਤੇਰੇ, ਤੂੰ ਸਾਡੀ, ਤੂੰ ਕਿਤੇ ਨਹੀਂ ਜਾਣਾ, ਜਿੰਨਾ ਤੂੰ ਪੈਸਾ ਲੈਣਾ ਸਾਤੋਂ ਲੈ, ਸਾਡੇ ਬੱਚਿਆਂ ਨੂੰ ਕੰਮ ਕਰਾ, ਉਹਨਾਂ ਨੂੰ ਅੱਗੇ ਤੋਰ। ਤੇ ਭਾਜੀ ਉਹ 2 ਮਹੀਨੇ ਕੰਮ ਕਰਕੇ ਮੈਂ ਸਾਲ ਭਰ ਦੀ ਰੋਜ਼ੀ ਰੋਟੀ ਕਮਾ ਲੈਂਦੀ ਸੀ ਤੇ ਉਸ ਤੋਂ ਬਾਅਦ ਫਿਰ ਮੈਂ ਖੁੱਲ ਕੇ ਥੀਏਟਰ ਏਦਾਂ ਇਹ ਜਰਨੀ ਸਿਕਿਉਰ ਹੁੰਦੀ ਚਲੀ। ਬੜਾ ਬੜਾ ਜ਼ਬਰਦਸਤ ਡਿਫਰੈਂਟ ਲੈਵਲ ਦਾ ਸੰਗੀਤਾ ਐਕਸਪੀਰੀਅੰਸ ਹੈ ਔਰ ਮੇਰੇ ਖਿਆਲ ਇਹ ਜਿਹੜੇ ਥੀਏਟਰ ਦੀ ਦੁਨੀਆ ਦੇ ਲੋਕ ਹੈ ਤੇ ਸ਼ਾਇਦ ਉਹੀ ਜਿਨ੍ਹਾਂ ਦੇ ਅੰਦਰ ਕੁਝ ਧੁਖਦਾ ਹੁੰਦਾ ਹੈ ਨਾ, ਉਹੀ ਇਸ ਤਰ੍ਹਾਂ ਸਟੇਬਲ ਰਹਿ ਸਕਦੇ ਸ਼ਾਇਦ ਵੀ ਇੰਨੇ ਕੋਈ ਥਪੇੜੇ ਖਾਣ ਤੋਂ ਬਾਅਦ ਵੀ ਜਿਹੜਾ ਜ਼ਿੰਦਗੀ ਦੇ ਵਿੱਚ ਤੁਸੀਂ ਗਰੁੱਪ ਸਟੈਬਲਿਸ਼ ਕਰ ਲਓ, ਅਚਾਨਕ ਕੋਈ ਤੁਹਾਡਾ ਗਰੁੱਪ ਹੀ ਕਹਿ ਲੈ ਵੀ ਇਹ ਤਾਂ ਹੁਣ ਤੇਰਾ ਹੈ ਹੀ ਨਹੀਂ, ਅਸੀਂ ਲੈ ਜਾਂਦੇ ਹਾਂ, ਤੁਸੀਂ ਫੇਰ ਨਵੇਂ ਸਿਰੇ ਤੋਂ ਸ਼ੁਰੂ ਕਰੋ, ਹੈ ਨਾ। ਇਹ ਸ਼ਾਇਦ ਰੰਗਮੰਚ ਦੇ ਹਿੱਸੇ ਹੀ ਆਉਂਦਾ ਹੈ ਔਰ ਰੰਗਮੰਚ ਵਾਲੇ ਹੀ ਹੈ ਜਿਹੜੇ ਕਹਿ ਲਓ ਕਿ ਇਹਨੂੰ ਪੈਰਾਂ ਸਿਰ ਕਰੀ ਰੱਖਦੇ ਆ, ਕੋਈ ਗੱਲ ਨਹੀਂ ਅਸੀਂ ਫੇਰ ਨਵਾਂ ਕਰ ਲਾਂਗੇ, ਹੈ ਨਾ। ਸੰਗੀਤਾ ਹੁਣ ਕਿੱਦਾਂ ਮਹਿਸੂਸ ਹੁੰਦਾ ਹੈ ਜਦੋਂ ਤੁਸੀਂ ਇਹ ਸਾਰਾ ਕੁਝ ਪਿੱਛੇ ਇੰਨਾ ਸਟਰੋਂਗ ਤਜਰਬਾ, ਸਾਨੂੰ ਪਤਾ ਵੀ ਸੰਗੀਤਾ, ਹੁਣ ਮੈਂ ਇਹ ਸਵਾਲ ਤਾਂ ਨਹੀਂ ਪੁੱਛਾਂਗਾ ਵੀ ਸੰਗੀਤਾ ਇੱਕ ਕੁੜੀ ਹੁੰਦਿਆਂ ਹੋਇਆ ਆਪਣਾ ਗਰੁੱਪ ਕਿਵੇਂ ਉਹਨੂੰ ਵੀ ਕੋਈ ਖਤਰਾ ਤਾਂ ਨਹੀਂ ਸੀ ਲੱਗਦਾ ਨਾਲ ਇੰਨੇ ਮੁੰਡੇ ਆ ਜਾਂ ਇਹ ਹੈ ਉਹ ਹੈ, ਕਿਉਂਕਿ ਸੰਗੀਤਾ ਜਿਸ ਪੜਾਅ ਚੋਂ ਗੁਜ਼ਰ ਕੇ ਆਈ ਸੀ ਉਹਨੇ ਖਤਰਿਆਂ ਨਾਲ ਬਹੁਤ ਪੰਗਾ ਲਿਆ ਪਹਿਲੇ ਹੀ, ਹੈ ਨਾ, ਤੇ ਇਸ ਲਈ ਕੋਈ ਮਾਇਨੇ ਨਹੀਂ ਰੱਖਦਾ। ਬਸ ਮੈਂ ਹੁਣ ਥੋੜੀਆਂ ਜਿਹੀਆਂ ਅਗਲੀਆਂ ਗੱਲਾਂ ਕਿ ਸੰਗੀਤਾ ਜਿਹੜੀ ਬਿਹਤਰੀਨ ਅਦਾਕਾਰਾ ਸੀ ਉਹ ਕਾਫੀ ਹੱਦ ਤੱਕ ਮੁੜ ਕੇ ਅਗਲੇ ਪੜਾਅ ਦੇ ਵਿੱਚ ਸਾਨੂੰ ਉਸ ਤਰ੍ਹਾਂ ਵੇਖਣ ਨੂੰ ਨਹੀਂ ਮਿਲੀ, ਫਿਰ ਉਹਦੀ ਨਿਰਦੇਸ਼ਨਾ ਜਿਹੜੀ ਉਹ ਮੂਰੇ ਹੋ ਗਈ। ਫਿਰ ਇਹ ਜਿਹੜਾ ਦੋਨਾਂ ਦਾ ਜਿਹੜਾ ਇੱਕ ਤੇ ਕੰਬੀਨੇਸ਼ਨ ਵੀ ਸੀ ਪਰ ਇਹ ਕਿਸ ਤਰ੍ਹਾਂ ਛੱਡਿਆ ਤੇ ਨਿਰਦੇਸ਼ਨਾ ਨੂੰ ਕਿਹੜੇ ਕਾਰਨ ਸੀ ਕਿ ਜਿਹੜੇ ਕਿ ਮੈਂ ਹੀ ਨਿਰਦੇਸ਼ਨ ਕਰਾਂ ਆਪਣੇ ਗਰੁੱਪ 'ਚ ਤੇ ਫਿਰ ਹੀ ਇਹ ਸਾਰਾ ਕੁਝ ਅੱਗੇ ਹੋ ਸਕਦਾ। ਭਾਜੀ ਮੈਨੂੰ ਕਦੇ ਕਦੇ ਐ ਲੱਗਦਾ ਹੁੰਦਾ
ਵੀ ਜਦੋਂ ਤੱਕ ਕੋਈ ਗਰੁੱਪ ਪ੍ਰੋਡਿਊਸ ਨਹੀਂ ਕਰਦਾ ਨਾ ਚੀਜ਼ਾਂ ਨੂੰ, ਹਾਂ ਉਦੋਂ ਤੱਕ ਜਿਹੜੀਆਂ ਸੇਵਿੰਗਸ ਆ ਉਹ ਉਹਦੀਆਂ ਨਹੀਂ ਹੋ ਸਕਦੀਆਂ। ਬਿਲਕੁਲ ਮੈਂ ਜੇ ਐਕਟਰੈਸ ਰਹਿੰਦੀ ਤਾਂ ਮੈਂ ਸ਼ਾਇਦ ਮੇਰਾ ਸਰਵਾਈਵਲ ਬਹੁਤੀ ਦੇਰ ਤੱਕ ਨਾ ਹੁੰਦਾ। ਹਾਂ ਤੇ ਦੂਜੀ ਗੱਲ ਇਹ ਹੈ ਕਿ ਅਸੀਂ ਆਪਣੇ ਗਰੁੱਪ 'ਚ 2-3 ਨਿਰਦੇਸ਼ਕਾਂ ਨੂੰ ਇਨਵਾਈਟ ਵੀ ਕੀਤਾ ਹੈ ਹਾਂ ਆਪਣੀਆਂ ਮੇਰੇ ਨਾਲ ਕੋ ਡਾਇਰੈਕਸ਼ਨ ਕਰਨ ਵਾਸਤੇ। ਚੱਕਰੇ ਤੁਹਾਡੀ ਆਵਾਜ਼ ਬੰਦ ਹੋ ਗਈ, ਤੁਹਾਡਾ ਮਿਊਟ ਹੋ ਗਿਆ ਹੈ। ਸੰਗੀਤਾ ਮਿਊਟ ਹੋ ਗਿਆ। ਹਾਂ जगदीश तिवाड़ी है। ਇਹ ਆਵਾਜ਼ ਬੰਦ ਹੋ ਗਈ ਹੈ ਸੰਗੀਤਾ, ਦੇਖੀ ਦੁਬਾਰਾ ਜ਼ਰਾ। ਆਵਾਜ਼ ਬੰਦ ਹੋ ਗਈ ਜੀ? ਹੁਣ ਠੀਕ ਹੈ, ਤੁਹਾਨੂੰ ਆ ਰਹੀ ਹੈ? ਹੁਣ ਆ ਰਹੀ ਹੈ। ਜੀ ਪਤਾ ਨਹੀਂ ਵਿੱਚ ਕਿਸੇ ਨੇ ਕਾਲ ਕਰ ਲਿਆ ਸੀ ਜੀ। ਹਾਂ ਉਹਦੇ ਕਰਕੇ ਹੋਈ। ਹਾਂ ਫਿਰ ਬੰਦ ਹੋ ਗਈ ਆਵਾਜ਼, ਮਿਊਟ ਹੋ ਗਿਆ। ਉਹਨਾਂ ਵਿੱਚ ਕਿਸੇ ਦੀ ਕਾਲ ਆ ਰਹੀ ਸੀ। ਹਾਂ ਬਾਰ-ਬਾਰ ਹਰਜੀਤ ਬਾਰ-ਬਾਰ ਕਾਲ ਕਰ ਰਿਹਾ ਭਾਜੀ। ਇਹ ਨਾ ਸ਼ੂਟਿੰਗਾਂ ਵਾਲੇ ਬੱਚੇ ਬਸ ਇਹੀ ਕਰਦੇ, ਹੁਣ ਮੈਨੂੰ ਖੁਦ ਲੱਭਣਾ ਪੈਣਾ ਮੈਂ ਕਿੱਥੇ ਚਲੀ ਗਈ। ਹਾਂ ਠੀਕ ਹੈ, ਆਵਾਜ਼ ਆ ਭਾਜੀ ਰਹੀ ਹੁਣ ਹੈ, ਆਵਾਜ਼ ਆ ਰਹੀ ਹੈ? ਆ ਰਹੀ ਹੈ, ਆ ਰਹੀ ਹੈ। ਮੈਂ ਕਿੱਥੇ ਬੋਲ ਰਹੀ ਸੀ ਜੀ? ਫਿਰ ਤੁਸੀਂ ਕੁਝ ਡਾਇਰੈਕਟਰ ਬੁਲਾਏ, ਚੱਕਰੇਸ਼ ਜਾਂ? ਹਾਂਜੀ ਏਦਾਂ ਨਹੀਂ ਹੈ। ਹਾਂ ਚੱਕਰੇਸ਼ ਨੇ ਵੀ ਮੇਰੇ ਨਾਲ ਕੋ ਡਾਇਰੈਕਸ਼ਨ 'ਚ ਇੱਕ ਪਲੇ ਕੀਤਾ, ਜਗਦੀਸ਼ ਨੇ ਕੀਤਾ, ਫਿਰ ਵੀਕੇ ਸਰ ਵੀ ਆਏ ਸੀ, ਇੱਕ ਪਲੇ ਡਾਇਰੈਕਟ ਕਰਕੇ ਗਏ ਸੀ। ਹਾਂ ਹਾਂ ਭਾਜੀ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਇਹ ਸਭ ਕੁਝ ਦੇਖਣ ਨੂੰ ਮਿਲਿਆ। ਇੱਕ ਤਾਂ ਜਦੋਂ ਕੋਈ ਬਾਹਰ ਵਾਲਾ ਬੰਦਾ ਤੁਹਾਡੇ ਘਰ ਦੇ ਅੰਦਰ ਆ ਕੇ ਕੰਮ ਕਰਦਾ ਹੈ ਤਾਂ ਉਹਦਾ ਆਪਣਾ ਇੱਕ ਪੁਆਇੰਟ ਆਫ ਵਿਊ ਹੁੰਦਾ ਕਿ ਉਹਨੂੰ ਕਿਸ ਕਿਸਮ ਦੇ ਐਕਟਰ ਚਾਹੀਦੇ ਨੇ। ਉਹ ਤੁਹਾਡੇ ਐਕਟਰਸ ਨੂੰ ਐਜ਼ ਇਟ ਇਜ਼ ਐਕਸੈਪਟ ਕਰਕੇ ਉਹਨਾਂ ਨਾਲ ਪ੍ਰੋਡਕਸ਼ਨ ਕਰਨ ਲਈ ਤਿਆਰ ਨਹੀਂ ਹੁੰਦਾ। ਹਾਂ ਹਾਂ ਤੁਸੀਂ ਆਪਣੇ ਐਕਟਰਸ ਨੂੰ ਉਹਦੇ ਅਕੋਰਡਿੰਗ ਤਿਆਰ ਕਰ ਲੈਂਦੇ ਹੋ, ਤੁਹਾਨੂੰ ਪਤਾ ਹੁੰਦਾ ਕਿਹਦੀਆਂ ਕੀ ਮਾਈਨਸ ਨੇ ਕੀ ਪਲੱਸ ਨੇ। ਇਹ ਇੱਕ ਸਭ ਤੋਂ ਵੱਡੀ ਦੂਸਰੀ ਗੱਲ ਇਹ ਹੁੰਦੀ ਹੈ ਕਿ ਜਦੋਂ ਕੋਈ ਬਾਹਰੋਂ ਡਾਇਰੈਕਟਰ ਆਉਂਦਾ ਤਾਂ ਤੁਹਾਨੂੰ ਉਹਦਾ ਹਿੱਸਾ ਅਲੱਗ ਤੋਂ ਕੱਢ ਕੇ ਦੇਣਾ ਪੈਂਦਾ ਹੁੰਦਾ, ਉਹ ਵੀ ਰਿਸਪੈਕਟੇਬਲ। ਹਾਂ ਭਾਜੀ ਥੀਏਟਰ ਕਦੇ ਵੀ ਇੰਨਾ ਅਮੀਰ ਨਹੀਂ ਹੋਇਆ ਕਿ ਇੱਕ ਵੱਡੀ ਅਮਾਊਂਟ ਕਿਸੇ ਬਾਹਰ ਦੇ ਬੰਦੇ ਵਾਸਤੇ ਕੱਢ ਕੇ ਰੱਖ ਸਕੇ। ਇਸ ਕਰਕੇ ਇਸ ਕਿਸਮ ਦੀਆਂ ਪ੍ਰੋਬਲਮਸ ਤੋਂ ਬਚਣ ਵਾਸਤੇ ਆਲਮੋਸਟ ਆਪਣੇ ਪਲੇਜ਼ ਨੂੰ ਮੈਂ ਖੁਦ ਹੀ ਡਾਇਰੈਕਟ ਕਰਦੀ ਹਾਂ। ਤੇ ਮੈਂ ਸਾਰੇ ਪਲੇਜ਼ ਵਿੱਚ ਬਹੁਤ ਜ਼ਿਆਦਾ ਐਕਟ ਇਸ ਲਈ ਨਹੀਂ ਕੀਤਾ ਭਾਜੀ, ਉਹ ਕਿਉਂਕਿ ਮੈਨੂੰ ਇਹ ਲੱਗਦਾ ਸੀਗਾ ਕਿ ਹਰ ਰੋਲ ਕਰਨ ਵਾਸਤੇ ਇੱਕ ਉਮਰ ਹੁੰਦੀ। ਮੈਂ ਚਾਹੇ ਕਿੰਨੀ ਵੀ ਯੰਗ ਕਿਉਂ ਨਾ ਲੱਗਦੀ ਹੋਵਾਂ, ਪਰ ਮੈਂ ਜਦ ਤੱਕ ਮਜਬੂਰੀ ਨਹੀਂ ਹੋਏਗੀ 20 ਸਾਲ ਦੀ ਕੁੜੀ ਦਾ ਰੋਲ ਨਹੀਂ ਕਰਾਂਗੀ। ਜੇ ਮੇਰੇ ਕੋਲ 20 ਸਾਲ ਦੀ ਕੁੜੀ ਮੌਜੂਦ ਹੈ ਤੇ ਮੈਂ ਉਸ ਵੇਲੇ ਰੋਲ ਕਰਾਵਾਂਗੀ ਨਾ। ਤੇ ਮੈਨੂੰ ਐਸਾ ਕੋਈ ਆਪਣੇ ਆਪ ਤੇ ਡਾਊਟ ਨਹੀਂ ਹੈ ਕਿ ਮੈਂ ਉਹਦਾ ਰੋਲ ਜੇ 20 ਸਾਲ ਦੀ ਕੁੜੀ ਦਾ ਨਹੀਂ ਕਰਾਂਗੀ ਤੇ ਮੈਂ ਐਕਟਰੈਸ ਨਹੀਂ ਰਹਾਂਗੀ। ਮੈਂ ਤੇ ਪੈਦਾਇਸ਼ੀ ਐਕਟਰੈਸ ਸੀਗੀ, ਹੁਣ ਕਤਿੱਤਾਂ ਕਰਦੀ ਹੋਈ ਵੱਡੀ ਹੋਈ ਆ। ਉਹ ਗੱਲ ਵੱਖਰੀ ਹੈ ਕਿ ਐਕਸਪੋਜ਼ਰ ਬਾਅਦ ਚ ਹੋਇਆ, ਪਰ ਇਸ ਕਰਕੇ ਜਿਹੜਾ ਰੋਲ ਜਿਹਦੇ ਲਈ ਬਣਿਆ ਮੈਨੂੰ ਇਹ ਲੱਗਦਾ ਹੁੰਦਾ ਕਿ ਕਾਸਟਿੰਗ ਤੁਹਾਡੀ ਐਪਰੋਪਰੀਏਟ ਹੋਣੀ ਚਾਹੀਦੀ ਹੈ। ਉਹ ਤੁਹਾਡੇ ਨਾਟਕ ਨੂੰ ਸਟਰੈਂਥ ਦਿੰਦੀ ਹੈ। ਇਸੇ ਕਰਕੇ ਮੈਂ ਆਪਣੇ ਜ਼ਿਆਦਾਤਰ ਨਾਟਕਾਂ ਵਿੱਚ ਬਹੁਤ ਸਾਰੇ ਯੰਗਸਟਰਸ ਨੂੰ ਮੰਚ ਤੇ ਲੈ ਕੇ ਆਈ ਹਾਂ। ਮੈਨੂੰ ਲੱਗਦਾ ਭਾਜੀ ਸਾਡੇ ਸ਼ਹਿਰ 'ਚ ਘੱਟੋ ਘੱਟ 70 ਤੋਂ ਲੈ ਕੇ 80 ਐਸੇ ਆਰਟਿਸਟ ਹੋਣਗੇ ਜਿਨ੍ਹਾਂ ਨੇ ਪਿਛਲੇ 10 ਸਾਲਾਂ 'ਚ ਮੇਰੇ ਨਾਲ ਆਪਣਾ ਮੰਚ ਤੇ ਡੈਬਿਊ ਕੀਤਾ। ਮੈਂ ਹੋਰ ਕੀ ਕਰ ਸਕਦੀ ਹਾਂ ਰੰਗਮੰਚ ਵਾਸਤੇ? ਬਸ ਇਹੀ ਕਰ ਸਕਦੀ ਹਾਂ ਕਿ ਮੈਂ ਰੰਗਮੰਚ ਦੇ ਲੋਕ ਪੈਦਾ ਕਰ ਸਕਦੀ ਹਾਂ। ਬਸ ਉਹਨਾਂ ਨੂੰ ਦੱਸ ਸਕਦੀ ਹਾਂ ਕਿ ਬਹੁਤ ਵੱਡੀ ਗੱਲ ਹੈ ਜੀ। ਹਾਂ ਇਹ ਕਹਿ ਸਕਦੀ ਹਾਂ ਕਿ ਰੰਗਮੰਚ ਦੀ ਜਰਨੀ ਜਿਹੜੀ ਹੈਗੀ ਨਾ ਬਹੁਤ ਕਮਾਲ ਦੀ ਹੈ। ਤੁਹਾਨੂੰ ਪਹਿਲਾ ਕਦਮ ਰੱਖਣ ਤੋਂ ਬਾਅਦ ਹੀ ਪਤਾ ਲੱਗ ਜਾਏਗਾ ਕਿ ਅਗਲਾ ਕਦਮ ਵੀ ਉਨਾ ਹੀ ਮੁਸ਼ਕਿਲ ਹੈ ਤੇ 10 ਕਦਮ ਏਦਾਂ ਦੇ ਚੱਲਣੇ ਪੈਣੇ ਆ, ਫਿਰ ਜਾ ਕੇ ਪਤਾ ਲੱਗਣਾ ਕਿ ਤੁਸੀਂ ਕਿੱਥੇ ਪਹੁੰਚੇ। ਸੰਗੀਤਾ ਫਿਰ ਇਸ ਤੋਂ ਬਾਅਦ ਤੁਸੀਂ ਆਪਣਾ ਇੱਕ ਟ੍ਰੇਨਿੰਗ ਇੰਸਟੀਚਿਊਟ ਖੋਲ ਲਿਆ, ਇਹ ਨੌਜਵਾਨ ਜਿਹੜੇ ਕਲਾਕਾਰ ਸੀ ਉਹਨਾਂ ਨੂੰ ਐਕਟਿੰਗ ਦੀ ਟ੍ਰੇਨਿੰਗ ਦੇਣ ਵਾਸਤੇ। ਇਹ ਖਿਆਲ ਕਿਸ ਚੀਜ਼ ਨੂੰ ਲੈ ਕੇ ਆਇਆ ਕਿ ਅੱਛਾ ਹੁਣ ਮੈਂ ਇਹ ਕੰਮ ਕਰਾਂ ਅੱਗੇ? ਭਾਈ ਸੱਚੀ ਬੋਲਾਂ, ਹਾਂ ਤੂੰ ਪਹਿਲੇ ਵੀ ਸਾਰਾ ਸੱਚ ਬੋਲਿਆ, ਇੰਨੀ ਬੇਬਾਕੀ ਨਾ ਬੋਲਿਆ, ਹੁਣ ਵੀ ਬੋਲਦੇ। ਹਾਂ ਭਾਜੀ ਮੈਨੂੰ ਪਤਾ ਨਹੀਂ, ਮੈਂ ਪਿਛਲੇ 30 ਸਾਲਾਂ ਤੋਂ ਨਾ ਹਰ ਸਾਲ ਆਉਣ ਵਾਲੀ ਨਵੀਂ ਨੌਜਵਾਨ ਪੀੜ੍ਹੀ ਨਾਲ ਜੁੜਦੀ ਹਾਂ, ਚਾਹੇ ਉਹ ਕਲਾ ਭਵਨ 'ਚ ਸ਼ਾਮ ਨੂੰ ਹੋਵੇ ਜਾਂ ਕਾਲਜਾਂ ਦੇ ਵਿੱਚ ਹੋਵੇ। ਭਾਜੀ ਉਹਨਾਂ 'ਚ ਇੰਨੀ ਤੇਜ਼ੀ ਨਾਲ ਤਬਦੀਲੀ ਆ ਰਹੀ ਹੈ ਕਿ ਸੈਂਸਿਟੀਵਿਟੀ ਖਤਮ ਹੁੰਦੀ ਜਾ ਰਹੀ ਹੈ, ਖਤਮ। ਇੱਕ ਦੂਸਰੇ ਨਾਲ ਕੰਸਰਨ ਖਤਮ।
ਦੁੱਖ ਦਰਦ ਖਤਮ, ਕਮਿਊਨਿਟੀ ਖਤਮ, ਸਾਥ ਖਤਮ, ਸ਼ੇਅਰਿੰਗ ਖਤਮ, ਕਿਤਾਬਾਂ ਖਤਮ, ਲਿਟਰੇਚਰ ਖਤਮ। ਮੈਨੂੰ ਲੱਗਿਆ ਵੀ ਸਾਡੇ ਜੀਣ ਦੇ ਮਕਸਦ ਵੀ ਖਤਮ ਹੋ ਰਹੇ ਨੇ। ਭਾਜੀ ਮੈਂ ਜਦੋਂ ਆਪਣੇ ਘਰੋਂ ਨਿਕਲੀ ਸੀ ਨਾ, ਮੈਨੂੰ ਇਹ ਸੋਚਦੀ ਸੀ ਕਿ ਇਹਨਾਂ ਨੇ ਮੈਨੂੰ ਪਿਆਰ ਨਹੀਂ ਕੀਤਾ, ਜਿਹੜਾ ਮੇਰਾ ਬਣਦਾ ਪਿਆਰ ਆ ਉਹ ਮੈਨੂੰ ਦਿੱਤਾ ਨਹੀਂ, ਪਰ ਮੈਂ ਆਪਣਾ ਪਿਆਰ ਇੰਨੇ ਲੋਕਾਂ 'ਚ ਵੰਡਾਂਗੀ ਕਿ ਉਹ ਫੈਲ ਜਾਏਗਾ। ਮੇਰਾ ਪਰਿਵਾਰ 5 ਨਹੀਂ 5000 ਲੋਕਾਂ ਦਾ ਹੋਏਗਾ। ਭਾਜੀ ਉਹਨਾਂ ਦਿਨਾਂ 'ਚ ਦਵੀ ਨੇ ਮੇਰੇ ਤੇ ਇੱਕ ਫੀਚਰ ਲਿਖਿਆ ਸੀ, ਸਾਰੀ ਧਰਤੀ ਮੇਰਾ ਘਰ ਹੋਵੇ ਤੇ ਸਾਰੇ ਲੋਕ ਮੇਰੇ ਆਪਣੇ। ਬਿਲਕੁਲ 1992 'ਚ ਮੇਰਾ ਫੀਚਰ ਛਪਿਆ ਸੀ ਇੱਕ ਛੋਟਾ ਜਿਹਾ। ਹਾਂ ਤੇ ਮੈਂ ਵੀ ਇਹੀ ਗੱਲ ਕਰਦੀ ਸੀ, ਮੈਂ ਅੱਜ ਵੀ ਇਹੀ ਗੱਲ ਕਰਦੀ ਹਾਂ। ਮੈਂ ਤੁਹਾਨੂੰ ਕਿਹਾ ਸੀ ਨਾ ਇੱਕ ਵਾਰ ਮੇਰੇ ਸਟੂਡੀਓ ਆਏ, ਭਾਜੀ ਅੱਜ ਮੇਰੀ ਕਲਾਸ 'ਚ 23 ਬੱਚੇ ਪੜ੍ਹਦੇ। ਉਹਨਾਂ 23 ਬੱਚਿਆਂ ਨੂੰ ਮੈਂ ਏਦਾਂ ਰੱਖਿਆ ਹੋਇਆ ਜੋੜ ਕੇ, ਮੇਰੀਆਂ ਕੁਝ ਸ਼ਰਤਾਂ ਨੇ ਮੇਰੇ ਨਾਲ ਕੰਮ ਕਰਨ ਦੀ। ਤੁਹਾਡੇ ਇੱਕ ਦੂਜੇ ਨਾਲ ਕੰਸਰਨਸ ਕੀ ਹੈ, ਸਾਡੀਆਂ ਸੈਲੀਬ੍ਰੇਸ਼ਨਸ ਕੀ ਹੈ, ਸਾਡੀਆਂ ਸਾਂਝਾਂ ਕਿਵੇਂ ਹੈ, ਸਾਡੇ ਸਾਥ ਕਿਵੇਂ ਹੈ, ਸਾਡੀਆਂ ਸ਼ਾਮਾਂ ਕਿਵੇਂ ਬੀਤਣਗੀਆਂ, ਅਸੀਂ ਕੀ ਪੜਾਂਗੇ, ਕਿੱਥੇ ਸ਼ੇਅਰ ਕਰਾਂਗੇ, ਅਸੀਂ ਆਪਣੇ ਪੇਰੈਂਟਸ ਬਾਰੇ ਕੀ ਸੋਚਦੇ ਹਾਂ, ਅਸੀਂ ਆਪਣੇ ਗੁਰੂਆਂ ਦੀ ਕਿੰਨੀ ਇੱਜ਼ਤ ਕਰਦੇ ਹਾਂ, ਸਾਡੀ ਕੰਟਰੀ 'ਚ ਇਸ ਵਕਤ ਕੀ ਹੋ ਰਿਹਾ ਹੈ, ਅਸੀਂ ਕੀ ਕੰਟਰੀਬਿਊਟ ਕਰ ਸਕਦੇ ਹਾਂ। ਇਹਨਾਂ ਸਾਰੀਆਂ ਗੱਲਾਂ ਤੇ ਡਿਸਕਸ਼ਨ ਹੁੰਦੀਆਂ ਨੇ। ਇਹ ਸਾਡੇ ਕੋਰਸ ਦਾ ਹਿੱਸਾ ਨੇ। ਭਾਜੀ ਮੈਂ 3 ਮਹੀਨੇ ਦੀ ਫੀਸ ਲੈਂਦੀ ਹਾਂ, ਪਰ 1 ਸਾਲ ਤੱਕ ਜਾਣ ਨਹੀਂ ਦਿੰਦੀ। ਤੇ ਉਹਨਾਂ ਦੇ ਘਰਦਿਆਂ ਨੂੰ ਇਹ ਕਹਿੰਦੀ ਹਾਂ ਕਿ ਤੁਹਾਡੇ ਪੁੱਤ ਨੂੰ ਜਾਂ ਧੀ ਨੂੰ ਮੈਂ ਐਕਟਰ ਜਾਂ ਐਕਟਰਸ ਭਾਵੇਂ ਨਾ ਬਣਾ ਸਕਾਂ, ਪਰ ਇਨਸਾਨ ਬਣਾ ਕੇ ਭੇਜੂੰਗੀ, ਇਸ ਗੱਲ ਦਾ ਦਾਅਵਾ ਕਰਦੀ। ਬਹੁਤ ਅੱਛੀ ਗੱਲ। ਇਹ ਸੋਚ ਕੇ, ਜਜ਼ਬਾ ਸੋਚ ਕੇ ਮੇਰੇ ਮਨ 'ਚ 10 ਸਾਲ, ਕਿਉਂਕਿ ਭਾਜੀ ਮੇਰੇ ਆਪਣੇ ਜੀਣ ਦਾ ਨਿੱਘ ਗਵਾਚ ਰਿਹਾ ਸੀ। ਮੈਨੂੰ ਆਸ-ਪਾਸ ਆਪਣੇ ਲਾਈਕ ਮਾਈਂਡਡ ਲੋਕ ਹੀ ਨਹੀਂ ਮਿਲ ਰਹੇ ਸੀ, ਜਿਹੜੇ ਮਿਲ ਰਹੇ ਸੀ ਉਹ ਬਿਖਰ ਰਹੇ ਸੀ। ਭਾਜੀ ਤੁਹਾਨੂੰ ਪਤਾ ਇਸ ਲੋਕਡਾਊਨ 'ਚ ਵੀ ਮੈਂ, ਸੈਮੂਲ ਹੋਰ 2-3 ਹੋਰ ਥੀਏਟਰ ਵਾਲੇ, ਅਸੀਂ ਸ਼ਾਮ ਨੂੰ ਕਲਾ ਭਵਨ ਨੂੰ ਤਾਲੇ ਲੱਗੇ ਹੋਏ ਆ, ਨਾਲ ਰੋਜ਼ ਗਾਰਡਨ ਦੇ ਵਿੱਚ ਮੱਛਰ ਹੁੰਦੇ ਨੇ, ਇੱਕ ਧੂਣੀ ਬਾਲ ਕੇ ਪੱਤਿਆਂ ਦੀ, ਅੰਡਿਆਂ ਦੀਆਂ ਪੁਰਾਣੀ ਟਰੇ ਬਾਲ ਕੇ ਉੱਥੇ ਚਾਹ ਕੌਫੀ ਘਰੋਂ ਬਣਾ ਕੇ ਲੈ ਜਾਂਦੇ ਆ, ਉੱਥੇ ਕਿਤਾਬਾਂ ਦੀ 1.5-2 ਘੰਟੇ ਡਿਸਕਸ਼ਨ ਕਰਦੇ ਆ, ਉਸ ਮੱਛਰਾਂ ਦੀ ਧੂਣੀ 'ਚ ਬਹਿ ਕੇ 7:30 ਵਜੇ ਵਾਪਸ ਆਉਂਦੇ ਆ, ਤਾਂ ਕਿ ਇਹ ਡਿਸਕਸ਼ਨ ਵਾਲਾ ਸਿਲਸਿਲਾ ਕਦੇ ਖਤਮ ਨਾ। ਸੋ ਸਵੇਰ ਇਹਨਾਂ ਬੱਚਿਆਂ ਨਾਲ ਇੱਥੇ ਬੀਤਦੀ ਹੈ, ਸ਼ਾਮ ਉਹਨਾਂ ਰੰਗ ਕਰਮੀਆਂ ਨਾਲ ਗੱਲਾਂ ਤੇ ਡਿਸਕਸ਼ਨ ਕਰਕੇ ਬੀਤਦੀ ਹੈ, ਤੇ ਫਿਰ ਲੱਗਦਾ ਕਿ ਜਿਉਂਦੇ ਆ। ਬਿਲਕੁਲ ਬਿਲਕੁਲ। ਇਹ ਮੇਰਾ ਖਿਆਲ ਹੈ ਕਿ ਇਹ ਜਿਹੜੀ ਇੰਨੀ ਸਾਰੀ ਸੈਂਸਿਟੀਵਿਟੀ ਹੈ, ਇਹ ਜਿਹੜੇ ਕ੍ਰੀਏਟਿਵ ਲੋਕ ਹੁੰਦੇ ਆ ਔਰ ਜਿਹੜੇ ਸਮਝਦੇ ਆ ਵੀ, ਔਰ ਜਿਨ੍ਹਾਂ ਨੇ ਇੰਨਾ ਸੰਘਰਸ਼ ਕੀਤਾ ਹੁੰਦਾ ਹੈ, ਉਹਨਾਂ ਦੇ ਅੰਦਰ ਇਹ ਜੀਂਦੀ ਜਾਗਦੀ ਹੁੰਦੀ ਹੈ। ਔਰ ਇਹੋ ਜਿਹੇ ਸਮਿਆਂ ਦੇ ਵਿੱਚ ਜਿਹੜਾ ਲੋਕਡਾਊਨ ਵਾਲਾ ਪੀਰੀਅਡ ਆਇਆ, ਇਹੋ ਜਿਹੇ ਸਮਿਆਂ ਦੇ ਵਿੱਚ ਬਚੇ ਰਹਿਣਾ ਬਹੁਤ ਮੁਸ਼ਕਲ ਹੈ, ਔਰ ਖਾਸ ਤੌਰ ਤੇ ਕ੍ਰੀਏਟਿਵ ਲੋਕਾਂ ਦਾ। ਔਰ ਮੈਂ ਵੀ ਜਦੋਂ ਇਹ ਸਾਰੀਆਂ ਗੱਲਾਂ ਦਾ ਸਿਲਸਿਲਾ ਸ਼ੁਰੂ ਕੀਤਾ ਤੇ ਸ਼ਾਇਦ ਇਹੀ ਸੋਚ ਕੇ ਕੀਤਾ ਕਿ ਅਸੀਂ ਉਦਾਂ ਗੱਲਾਂ ਨਹੀਂ ਕਰ ਪਾ ਰਹੇ, ਇੱਕ ਦੂਜੇ ਨੂੰ ਦੇਖ ਨਹੀਂ ਰਹੇ। ਹੁਣ ਅਸੀਂ ਹਰ ਰੋਜ਼ ਇੱਕ ਦੂਜੇ ਨੂੰ ਦੇਖਦੇ ਹਾਂ, ਗੱਲਾਂ ਕਰਦੇ ਹਾਂ, ਰੰਗ ਸੰਘਰਸ਼ ਦੀਆਂ ਗੱਲਾਂ ਕਰਦੇ ਹਾਂ। ਸੰਗੀਤਾਂ ਬਾਰੇ ਸ਼ਾਇਦ ਇੰਨਾ ਕੁਝ ਜਿਹੜੇ ਸੁਣਦੇ ਪਏ, ਵੇਖਦੇ ਪਏ ਆ, ਬਹੁਤ ਸਾਰੇ ਕੁਝ ਸ਼ਾਇਦ ਨਾ ਜਾਣਦੇ ਹੋਣ, ਕੁਝ ਜਾਣਦੇ ਵੀ ਹੋਣਗੇ ਪਹਿਲੇ, ਪਰ ਇਹ ਮੇਰਾ ਮਕਸਦ ਸੀਗਾ ਕਿ ਅਸੀਂ ਇਹਨਾਂ ਗੱਲਾਂ ਬਾਰੇ ਜਾਣੀਏ, ਦੂਜੇ ਜਾਣਨ। ਜਦੋਂ ਇਹ ਚੀਜ਼ ਫੇਸਬੁੱਕ ਤੇ ਜਾਏਗੀ, YouTube ਤੇ ਜਾਏਗੀ, ਔਰ ਬਹੁਤ ਹਜ਼ਾਰਾਂ ਲੋਕ, ਸ਼ਾਇਦ ਜੇ ਮੈਂ ਉਦਾਂ ਸੰਗੀਤਾ ਗੁਪਤਾ ਦਾ ਰੂਬਰੂ ਰੱਖਦਾ ਕਲਾ ਭਵਨ 'ਚ, ਤੇ ਉੱਥੇ ਵੀ 40-50 ਤੋਂ ਵੱਧ ਨਹੀਂ ਸੀ ਆਉਣੇ, ਹੈ ਨਾ, ਸੰਗੀਤਾ ਗੁਪਤਾ ਦਾ ਰੂਬਰੂ ਸੁਣਨ ਵਾਸਤੇ। ਤੇ ਹੁਣ ਇਸ ਵੇਲੇ 40 ਬੰਦੇ ਤੇ ਸਾਡੇ ਨਾਲ ਇੱਥੇ ਵੀ ਜੁੜੇ ਹੋਏ ਆ, ਤੇ ਵੀ ਸੁਣ ਲੈਣਾ, ਹੈ ਨਾ ਜੀ। ਸੋ ਇਹ ਮੇਰਾ ਸੀ ਕਿ ਆਪਾਂ ਇਦਾਂ ਦਾ ਕੁਝ ਕਰੀਏ। ਸੋ ਮੇਰਾ ਇਹ ਬਹੁਤ ਵਧੀਆ ਲੱਗਾ ਸੰਗੀਤਾ ਗੱਲਾਂ ਕਰਕੇ। ਸੰਗੀਤਾ ਮੈਂ ਥੋੜਾ ਜਿਹਾ ਹੋਰ ਚਾਹਾਂਗਾ ਕਿ ਆਪਣੇ ਕੰਮ ਨੂੰ ਥੋੜਾ ਜਿਹਾ ਇਸ ਤਰ੍ਹਾਂ ਡਿਸਕ੍ਰਾਈਬ ਕਰੋ ਕਿ ਤੁਹਾਡੀ ਜਿਹੜੀ ਨਿਰਦੇਸ਼ਨਾ ਹੈ, ਜਾਂ ਤੁਸੀਂ ਪਹਿਲੇ ਅਦਾਕਾਰੀ ਦਾ ਵੀ ਬਹੁਤ ਹੁਣ ਵੀ ਕਰਦੇ ਹੋ ਫਿਲਮਾਂ ਦੇ ਵਿੱਚ ਵੀ, ਹੈਨਾ, ਤੇ ਤੁਹਾਡਾ ਕਿਉਂਕਿ ਤੁਸੀਂ ਆਪਣੇ ਸਟੂਡੈਂਟਸ ਨੂੰ ਸਾਰਾ ਕੁਝ ਦੱਸਦੇ ਹੋ, ਪਰ ਬਸ 2-2 4-4 ਲਾਈਨਾਂ 'ਚ ਦੋਨਾਂ ਚੀਜ਼ਾਂ ਦਾ ਕੁਝ ਇਹ ਸ਼ੇਅਰ ਕਰੋ ਕਿ ਤੁਹਾਡੀ ਅਦਾਕਾਰੀ ਦੀ ਵਿਲੱਖਣਤਾ ਕੀ ਹੈ ਤੇ ਤੁਹਾਡੀ ਨਿਰਦੇਸ਼ਨਾ ਜਿਹੜੀ ਦੂਜਿਆਂ ਤੋਂ ਵੱਖਰੀ ਕਿੱਦਾਂ। ਦੇਖੋ ਭਾਜੀ, ਅਦਾਕਾਰੀ ਬਾਰੇ ਤਾਂ ਮੇਰਾ ਇਹੀ ਮੰਨਣਾ ਹੈ ਕਿ ਇਹ ਬੇਸਿਕਲੀ ਤਾਂ ਤੁਹਾਡੇ ਅੰਦਰ ਹੁੰਦਾ ਇੱਕ ਆਰਟ, ਜਮਾਂਦਰੂ ਤੌਰ ਤੇ ਹੁੰਦਾ ਤੁਹਾਡੇ ਅੰਦਰ ਇੱਕ ਆਰਟ। ਤੁਹਾਨੂੰ ਸ਼ਾਇਦ ਪਤਾ ਨਹੀਂ ਹੁੰਦਾ ਕਿ ਇਸ ਨੂੰ ਖਿਡਾਉਣਾ ਕਿਵੇਂ, ਇਹਨੂੰ ਬਾਹਰ ਕਿਵੇਂ ਲਿਆਉਣਾ। ਆਰਟ ਤੇ ਟ੍ਰੇਨਿੰਗ ਉਹਨੂੰ ਮਦਦ ਕਰਦੀ ਹੈ ਤੁਹਾਨੂੰ ਇਹ ਜਾਣਨ ਲਈ ਕਿ ਤੁਹਾਡੇ 'ਚ ਕਿੰਨਾ ਪੋਟੈਂਸ਼ੀਅਲ ਹੈ ਔਰ ਕਿਵੇਂ ਤੁਸੀਂ ਉਸ ਨੂੰ ਬਾਹਰ ਲਿਆ ਸਕਦੇ ਹੋ। ਇਹੀ ਕੰਮ ਕੀਤਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਮੇਰੇ ਤੇ, ਜਿਹੜਾ ਕਿ ਸ਼ਾਇਦ ਉਸ ਵਕਤ ਮੈਂ ਨਹੀਂ ਸੀ ਸਮਝੀ।
ਮੈਂ ਬੜੀ ਗਰਮ ਸੁਭਾਅ ਦੀ ਹੁੰਦੀ ਸੀ, ਬੜਾ ਹੀ ਅਸੀਂ ਗਦਰ ਫੈਲਾਇਆ ਆਪਣੇ ਜ਼ਮਾਨੇ 'ਚ, ਬੜਾ ਆਕਰੋਸ਼ ਫੈਲਾਇਆ, ਗਰਮ ਖੂਨ ਸੀਗਾ ਭਾਜੀ। ਲੇਕਿਨ ਇਸ ਗੱਲ ਤੋਂ ਬਿਲਕੁਲ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ, ਜਦੋਂ ਸਿਆਣਪ ਆਉਂਦੀ ਹੈ ਤਾਂ ਸਮਝ ਆਉਂਦੀ ਹੈ ਕਿ ਜੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਉਸ ਬੂਟੇ ਨੂੰ ਪਾਣੀ ਨਾ ਦਿੱਤਾ ਹੁੰਦਾ, ਉਸ ਬੀਜ ਨੂੰ ਪਾਣੀ ਨਾ ਦਿੱਤਾ ਹੁੰਦਾ, ਤੇ ਉਹ ਕਦੇ ਵੀ ਬੂਟਾ ਨਹੀਂ ਸੀ ਬਣ ਸਕਦਾ ਕਿਸੇ ਵੀ ਕੀਮਤ ਤੇ, ਕਿਸੇ ਵੀ ਹਾਲਤ ਵਿੱਚ। ਤਾਂ ਮੇਰੀ ਜ਼ਿੰਦਗੀ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਥੀਏਟਰ ਐਂਡ ਟੈਲੀਵਿਜ਼ਨ ਡਿਪਾਰਟਮੈਂਟ 'ਚ ਮੇਰੀ ਜ਼ਿੰਦਗੀ 'ਚ ਆਉਣ ਵਾਲੇ ਜਿੰਨੇ ਵੀ ਲੋਕਾਂ ਦੀ ਕੰਟਰੀਬਿਊਸ਼ਨ ਹੈ, ਜਿੰਨੇ ਵੀ ਲੋਕਾਂ ਦੀ ਟ੍ਰੇਨਿੰਗ ਹੈ, ਜਿੰਨੇ ਵੀ ਲੋਕਾਂ ਦੀਆਂ ਦਾ ਹੱਥ ਹੈ, ਉਸਨੂੰ ਮੈਂ ਕਦੇ ਨਹੀਂ ਭੁੱਲ ਸਕਦੀ ਭਾਜੀ। ਅਲੱਗ-ਅਲੱਗ ਲੋਕਾਂ ਦੀਆਂ ਕਿਤਾਬਾਂ ਨੂੰ ਪੜ੍ਹਨਾ, ਅਲੱਗ-ਅਲੱਗ ਐਕਟਿੰਗ ਸਟਾਈਲਸ ਨੂੰ ਪੜ੍ਹਨਾ, ਤੁਹਾਡਾ ਜਿਗਿਆਸੂ ਹੋਣਾ, ਆਪਣੇ ਰੋਲ ਬਾਰੇ ਪੂਰੀ ਰਿਸਰਚ ਕਰਨਾ। ਭਾਜੀ ਤੁਹਾਨੂੰ ਪਤਾ, ਤੁਸੀਂ ਜਿਹੜੀ ਮੈਂ ਤੁਹਾਨੂੰ ਚਿਲਤਰਾ ਹਾਥੀ ਕਰਾਇਆ ਸੀ, ਤਾਂ ਸਾਨੂੰ ਬਲਰਾਜ ਪੰਡਿਤ ਜੀ ਗੱਲ ਕਹਿੰਦੇ ਹੁੰਦੇ ਸੀ ਕਿ ਜਿਹੜਾ ਐਕਟਰ ਜਿਸ ਦਿਨ ਪ੍ਰੋਡਕਸ਼ਨ ਸ਼ੁਰੂ ਹੋਈ ਔਰ ਜਿਸ ਦਿਨ ਪ੍ਰੋਡਕਸ਼ਨ ਖਤਮ ਹੋ ਗਈ ਪਰਮਾਨੈਂਟਲੀ ਬੰਦ, ਉਦੋਂ ਤੱਕ ਆਪਣੀ ਸਕ੍ਰਿਪਟ ਨੂੰ ਪੂਰੀ ਦੀ ਪੂਰੀ ਨੂੰ ਸਾਰੇ ਪਰਸਪੈਕਟਿਵ ਨਾਲ ਰੋਜ਼ ਨਹੀਂ ਪੜ੍ਹਦਾ, ਉਹ ਕਦੇ ਵੀ ਵਧੀਆ ਆਰਟਿਸਟ ਨਹੀਂ ਹੋ ਸਕਦਾ। ਬਿਲਕੁਲ ਕਿਉਂਕਿ ਉਹਦੀ ਸਕ੍ਰਿਪਟ ਉਸਨੂੰ ਰੋਜ਼ ਇੱਕ ਨਵੀਂ ਦਿਸ਼ਾ ਦਿਖਾਏਗੀ, ਇੱਕ ਨਵਾਂ ਅਰਥ ਸਮਝਾਏਗੀ, ਉਹਦੇ ਕਰੈਕਟਰ ਦੀਆਂ ਨਵੀਆਂ ਦਿਸ਼ਾਵਾਂ ਖੋਲੇਗੀ। ਭਾਜੀ ਇਹ ਟਰੂ ਹੈ, ਇਹ ਮੈਂ ਸਾਰੀ ਜ਼ਿੰਦਗੀ ਇਸਨੂੰ ਅਮਲ ਕਰਦੀ ਰਹੀ। ਇਹਨੇ ਮੇਰੀ ਬਹੁਤ ਗਰੋਥ ਕੀਤੀ ਹੈ। ਮੈਂ ਸਮਝਾਉਣੀ ਹੈ ਇਸ ਜਨਰੇਸ਼ਨ ਨੂੰ ਭਾਜੀ, ਪਰ ਇਹਨਾਂ ਦੇ ਪੱਲੇ ਨਹੀਂ ਪੈਂਦੀ ਵੀ ਇਹ ਕਿਉਂ ਕਮਲੀ ਜੀ ਕਹਿੰਦੀ ਰਹਿੰਦੀ ਹੈ ਉਹੀ ਚੀਜ਼ ਨੂੰ ਬਾਰ-ਬਾਰ ਪੜ੍ਹੀ ਜਾਓ ਪੜ੍ਹੀ ਜਾਓ। ਕਿਉਂਕਿ ਭਾਜੀ ਉਹ ਪੰਕਚੁਏਸ਼ਨ ਨਹੀਂ ਕਰਦੇ, ਉਹਨੂੰ ਦੁਬਾਰਾ ਬੋਲ ਕੇ ਨਹੀਂ ਦੇਖਦੇ, ਉਹ 'ਚ ਮਜ਼ੇ ਨਹੀਂ ਲੈਂਦੇ, ਇੰਜੋਏ ਨਹੀਂ ਕਰਦੇ। ਇੱਕ ਵਾਰ ਕਰ ਲਿਆ ਫਿਨਿਸ਼, ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਇਹ ਕਦੇ ਨਾ ਫਿਨਿਸ਼ ਹੋਣ ਵਾਲਾ ਕੰਮ ਹੈ। ਇਹਨੂੰ ਜਿੰਨੀ ਵਾਰ ਕਰੋਗੇ ਉਨੀ ਵਿਲੱਖਣਤਾ, ਉਨੇ ਮਜ਼ੇ ਆਉਣਗੇ, ਤੇ ਐਂਡ ਵਿੱਚ ਇਹ ਉਹ ਬਣ ਜਾਏਗਾ ਜਿਹੜਾ ਸ਼ੁਰੂ ਵੀ ਨਹੀਂ ਸੀ ਹੋਇਆ ਕਦੇ। ਬਿਲਕੁਲ 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 ਜੀ ਭਾਜੀ, ਨਿਰਦੇਸ਼ਨਾਂ ਬਾਰੇ ਮੇਰਾ ਇਹ ਕਹਿਣਾ ਕਿ ਮੇਰਾ ਓਲਡ ਸਕੂਲ ਆਫ ਡਰਾਮਾ ਵਾਲਾ ਸਟਾਈਲ ਹੈ ਕਿ ਪਹਿਲਾਂ ਟੌਪਿਕ ਤੇ ਡਿਸਕਸ਼ਨ ਹੁੰਦੀ ਹੈ ਤੇ ਗਰੁੱਪ ਦੀ ਪ੍ਰਤੀਕਿਰਿਆ ਜਾਣਨੀ ਜਾਂਦੀ ਹੈ ਵੀ ਇਹਨਾਂ ਨੂੰ ਟੌਪਿਕ ਪਸੰਦ ਆ ਰਿਹਾ ਹੈ, ਤੇ ਫਿਰ ਸਕ੍ਰਿਪਟ ਪੜ੍ਹੀ ਜਾਂਦੀ ਹੈ, ਤੇ ਘੱਟੋ ਘੱਟ 10 ਦਿਨ ਸਕ੍ਰਿਪਟ ਪੜ੍ਹੀ ਜਾਂਦੀ ਹੈ। ਕਿੰਨੇ ਬੰਦੇ ਉਵਾਸੀਆਂ ਲੈਂਦੇ ਨੇ ਜਿਹੜੇ ਬੈਕਸਟੇਜ ਕੰਮ ਕਰਨਗੇ, ਤੇ ਕਿੰਨੇ ਬੰਦੇ ਇੰਟਰਸਟ ਲੈਂਦੇ ਨੇ, ਤੇ ਕਿੰਨੇ ਬੰਦਿਆਂ ਦੀ ਜ਼ੁਬਾਨ ਆਪਣੇ ਆਪ ਸਾਫ਼ ਹੋ ਜਾਂਦੀ ਹੈ, ਤੇ ਕਿੰਨੇ ਬੰਦੇ ਇੰਟਰਸਟ ਲੈ ਕੇ ਕਰੈਕਟਰ 'ਚ ਇੰਟਰਸਟ ਦਿਖਾਉਂਦੇ ਨੇ, ਤੇ ਨਾਲ ਨਾਲ ਏਦਾਂ ਕਾਸਟਿੰਗ ਹੁੰਦੀ ਚਲੀ ਜਾਂਦੀ ਹੈ, ਕਾਸਟ ਆਪਣੇ ਆਪ ਹੀ ਕਾਸਟਿੰਗ ਕਰਦੀ ਚਲੀ ਜਾਂਦੀ ਹੈ ਇੰਟਰਸਟ ਦੇ ਮੁਤਾਬਿਕ ਹੀ। ਤੇ ਭਾਜੀ ਫਿਰ ਐਕਚੁਅਲੀ ਕੀ ਹੁੰਦਾ ਕਿ ਜਦੋਂ ਤਾਂ ਪ੍ਰੈਸ਼ਰ ਹੋਵੇ ਸ਼ੋਅ ਦਾ ਜੀ, ਫਿਰ ਤਾਂ ਪਹਿਲਾਂ ਟੈਕਨੀਕਲ ਬਲੌਕਿੰਗ ਕਰ ਲਈ ਜਾਂਦੀ ਹੈ ਮੇਰੇ ਅਕੋਰਡਿੰਗ। ਸਾਰੀ ਸਕ੍ਰਿਪਟ ਪੜ੍ਹ ਲਈ, ਯਾਦ ਹੋ ਗਈ, ਯਾਦ ਬਹੁਤ ਜਲਦੀ ਹੋ ਜਾਂਦੀ ਹੈ ਅੱਜ ਕੱਲ੍ਹ ਦੀ ਜਨਰੇਸ਼ਨ ਨੂੰ, ਯਾਦ ਤਾਂ ਇਹ ਕਰ ਲੈਂਦੇ ਨੇ ਰੱਟੇ ਮਾਰ ਕੇ, ਰੱਟਾ ਮਾਰਕਾ ਪੂਰੇ ਨੇ। ਯਾਦ ਹੋ ਗਈ, ਟੈਕਨੀਕਲ ਬਲੌਕਿੰਗ ਕਰ ਲਈ, ਫਿਰ ਕਰੈਕਟਰਾਈਜੇਸ਼ਨ ਤੇ ਮੈਂ ਕੰਮ ਸ਼ੁਰੂ ਕਰਦੀ ਹਾਂ ਜਦੋਂ ਮੈਨੂੰ ਪਤਾ ਹੋਵੇ ਕਿ ਮੇਰਾ ਸ਼ੋਅ ਫਿਕਸ ਹੈ। ਅਦਰਵਾਈਜ਼ ਮੈਂ ਇੱਕ ਸੀਨ ਤੇ ਡਿਸਕਸ਼ਨ ਕਰਦੀ ਹਾਂ, ਉਸ ਦੇ ਕਰੈਕਟਰਾਈਜੇਸ਼ਨ ਬਾਰੇ ਗੱਲ ਕਰਦੀ ਹਾਂ, ਉਸ ਸੀਨ ਆਪਣੇ ਆਪ 'ਚ ਕਿੰਨਾ ਕੰਪਲੀਟ ਹੈ ਔਰ ਉਸ ਸੀਨ 'ਚ ਰਾਈਟਰ ਕੀ ਕਹਿਣਾ ਚਾਹੁੰਦਾ ਹੈ, ਤੇ ਮੈਂ ਬੀਇੰਗ ਏ ਡਾਇਰੈਕਟਰ ਉਸ ਦੀ ਗੱਲ ਨੂੰ ਕਿਵੇਂ ਐਨਹਾਂਸ ਕਰ ਸਕਦੀ ਹਾਂ। ਮੈਂ ਕੀ ਐਸਾ ਪਾਵਾਂ ਕਿ ਉਹਦੇ ਨਾਟਕ ਦੀ, ਉਹਦੇ ਸੀਨ ਦੀ ਆਤਮਾ ਨਾ ਮਰੇ, ਪਰ ਮੈਂ ਆਪਣੀ ਗੱਲ ਵੀ ਕਹਿਦਾ, ਤੇ ਮੇਰਾ ਐਕਟਰ ਉਸ ਨੂੰ ਚਾਰ ਚੰਨ ਕਿਵੇਂ ਲਾ ਸਕਦਾ। ਇਸ ਪ੍ਰੋਸੈਸ ਦੇ ਦਰਮਿਆਨ ਅਸੀਂ ਉਸ ਸੀਨ ਨੂੰ ਕਰ ਰਹੇ। ਮੈਂ ਅੱਜ ਤੱਕ ਡਾਕਟਰ ਆਤਮ ਜੀ ਦਾ ਪਲੇ ਹਿੰਦੀ 'ਚ ਕਰ ਰਹੀ, ਤੁਹਾਨੂੰ ਦੱਸਿਆ ਸੀਗਾ, ਇਹ ਮਹਾਭਾਰਤ ਦਾ ਯੁੱਗ ਨਹੀਂ ਹੈ ਭਾਜੀ। ਹੁਣ ਮੈਨੂੰ ਆਪਣੇ ਤਜਰਬੇ ਨਾਲ, ਆਪਣੇ ਹਿਸਾਬ ਨਾਲ ਕਰਨ ਦੀ ਕੋਸ਼ਿਸ਼ ਕੀਤੀ। ਉਹ ਪ੍ਰੋਡਕਸ਼ਨ ਆਲਮੋਸਟ ਤਿਆਰ ਹੈ, ਮੈਂ 2.5 ਮਹੀਨੇ ਲਾਏ ਉਸ ਪ੍ਰੋਡਕਸ਼ਨ ਨੂੰ ਤਿਆਰ ਕਰਨ ਲਈ, ਤੇ ਆਤੁਸ਼ ਜੀ ਨੇ ਬੜਾ ਖੂਬਸੂਰਤ ਮਿਊਜ਼ਿਕ ਬਣਾਇਆ। ਜਦੋਂ ਹੀ ਲੋਕਡਾਊਨ ਖੁੱਲੇਗਾ ਭਾਜੀ ਮੈਂ ਸ਼ੋਅ ਕਰਾਂਗੀ, ਤੇ ਮੈਨੂੰ ਉਮੀਦ ਹੈ ਮੈਂ ਅੰਮ੍ਰਿਤਸਰ ਵੀ ਆਵਾਂਗੀ ਲੈ ਕੇ। ਜ਼ਰੂਰ ਜ਼ਰੂਰ, ਤੂੰ ਕਰਨਾ ਹੋਇਆ ਤੂੰ ਦੱਸੀ, ਅਸੀਂ ਆਰਗੇਨਾਈਜ਼ ਕਰਾਂਗੇ ਸਾਰਾ। ਬਿਲਕੁਲ ਜੀ 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 ਭਾਜੀ, ਇਹ ਹਿੰਦੀ 'ਚ ਮੈਂ ਕੀਤਾ ਹੋਇਆ। ਤੁਸੀਂ ਮੈਨੂੰ ਕਿਹਾ ਸੀ ਹਿੰਦੀ 'ਚ ਕਿਉਂ ਕਰ ਰਹੀ ਹੈ, ਪੰਜਾਬੀ 'ਚ ਕਰ। ਮੈਂ ਤੁਹਾਨੂੰ ਕਿਹਾ ਸੀ ਮੈਂ ਸਟੇਟ ਤੋਂ ਬਾਹਰ ਜਾਣਾ। ਮੇਰੇ ਕੋਲ ਹਿੰਦੀ ਭਾਸ਼ੀ ਬੱਚੇ ਕਾਫੀ ਸੀਗੇ ਭਾਜੀ, ਇਸ ਕਰਕੇ ਮੈਂ ਹਿੰਦੀ 'ਚ ਕਰ ਲਈ ਪ੍ਰੋਡਕਸ਼ਨ। ਤੂੰ ਇਹ ਕਾਰਨ ਦੱਸਿਆ ਕਰ ਵੀ ਹਿੰਦੀ ਭਾਸ਼ੀ ਬੱਚੇ ਸੀ, ਤੂੰ ਇਹ ਨਾ ਕਿਹਾ ਕਰ ਸਟੇਟ ਤੋਂ ਬਾਹਰ ਜਾਣਾ। ਇਸ ਲਈ ਮੈਂ ਇਹ ਵੀ ਸੀ ਕਾਰਨ। ਸਟੇਟ 'ਚ ਗਿਆ ਸੰਗੀਤਾ, ਹਿੰਦੁਸਤਾਨ ਦੀ ਹਰ ਸਟੇਟ 'ਚ ਮੈਂ ਕੀਤਾ, ਔਰ ਕਿੰਨੀ ਹੋਰ ਬਾਰ-ਬਾਰ ਗਏ, ਪਰ ਅਸੀਂ ਕੀਤਾ ਪੰਜਾਬੀ 'ਚ। ਭਾਜੀ ਹੁਣ ਜਦੋਂ ਕੋਈ ਸ਼ੋਅ ਨਾ ਦੇਣ ਦਾ ਬਹਾਨਾ ਇਹੀ ਲਾਊਗਾ ਕਿ ਤੂੰ ਹਿੰਦੀ 'ਚ ਨਹੀਂ ਕਰਦੀ, ਫਿਰ ਤਾਂ ਬੰਦਾ ਕਹਿੰਦਾ ਕਰ ਹੀ ਲਓ ਹਿੰਦੀ 'ਚ ਇੱਕ ਨਿਊ, ਦੇਖ ਲੈਂਦੇ ਸ਼ਾਇਦ ਲਈ ਜਾਣ, ਨਾਲੇ ਬੱਚਿਆਂ ਦਾ ਭਲਾ ਹੋ ਜਾਊਗਾ, ਨਾਲੇ ਵਿੱਚ ਸਾਡਾ ਵੀ ਹੋ ਜਾਊਗਾ। ਮੈਨੂੰ ਇੱਕ ਵਾਰੀ ਕੋਈ ਕਹਿੰਦੇ ਜੀ ਤੁਸੀਂ, ਮੈਨੂੰ ਇੱਕ ਵਾਰੀ ਕੋਈ ਕਹਿੰਦੇ ਤੁਸੀਂ ਜੀ ਹਿੰਦੀ 'ਚ ਪਲੇ ਕਰ ਦਿਓ, ਮੈਂ ਕਿਹਾ ਵੇਖ ਲਓ ਮੈਂ ਤੇ ਹਿੰਦੀ 'ਚ ਹੀ ਕਰਾਂਗਾ, ਪਰ ਤੁਸੀਂ ਫੇਰ ਕਹਿਣਾ ਪੰਜਾਬੀ 'ਚ ਕਰ ਗਿਆ ਵਾ, ਹੈਨਾ। ਮੇਰੇ ਐਕਟਰ ਨੇ ਜੋ ਬੋਲਣੀ ਹੈ ਹਿੰਦੀ, ਉਹ ਬਿਲਕੁਲ ਪੰਜਾਬੀ ਹੋਣੀ ਆ। ਸੋ ਸੰਗੀਤਾ, ਬਹੁਤ ਸੋਹਣੀਆਂ ਗੱਲਾਂ ਹੋਈਆਂ ਤੇਰੇ ਨਾਲ, ਬਹੁਤ ਚੰਗਾ ਲੱਗਾ ਤੇਰੀ ਇਹ ਸੰਘਰਸ਼ ਯਾਤਰਾ ਨੂੰ ਸੁਣ ਕੇ, ਤੇਰੀ ਰੰਗ ਯਾਤਰਾ ਨੂੰ ਸੁਣ ਕੇ, ਔਰ
ਇਹ ਸਾਰੇ ਪੈਂਡੇ ਦੇ ਵਿੱਚ ਜਿਸ ਤਰ੍ਹਾਂ ਤੂੰ ਆਪਣੇ ਆਪ ਨੂੰ ਸਥਿਰ ਰੱਖਿਆ ਔਰ ਜੀਦੀ ਜਾਗਦੀ ਰਹੀ ਤੂੰ ਔਰ ਇੰਨੇ ਨਵੇਂ ਲੋਕਾਂ ਨੂੰ ਟ੍ਰੇਨਿੰਗ ਦੇ ਰਹੀ ਹੈ। ਸੋ ਵਿਸ਼ ਯੂ ਆਲ ਦਾ ਬੈਸਟ, ਜੀਦੀ ਰਹਿ, ਸੋਹਣੇ ਕੰਮ ਕਰ, ਕ੍ਰੀਏਟਿਵ ਕੰਮ ਕਰ ਤੇ ਇਸੇ ਤਰ੍ਹਾਂ ਪਰਮਾਤਮਾ ਤੇਰੇ ਨਾਲ, ਕੁਦਰਤ ਤੇਰੇ ਨਾਲ ਹੈ ਹਰ ਵੇਲੇ, ਅਸੀਂ ਸਾਰੇ ਤੇਰੇ ਨਾਲ ਆ। ਤੂੰ ਜਦੋਂ ਜਦੋਂ ਵੀ ਅੱਗੇ ਕੰਮ ਕਰੇ ਤੇ ਆਪਾਂ ਸਾਰੇ ਇੱਕ ਦੂਜੇ ਦੇ ਕੰਮ ਦੇ ਗਵਾਹ ਆ, ਹੈ ਨਾ, ਪਿਛਲੇ ਸਮਿਆਂ ਦੇ, ਲੰਬੇ ਸਮੇਂ ਦੇ। ਔਰ ਬਹੁਤ ਵਧੀਆ। ਸੋ ਅਸੀਂ ਥੈਂਕ ਯੂ ਭਾਜੀ, ਫਿਰ ਗੱਲਾਂ ਕਰਾਂਗੇ। ਸੋ ਜੀਦੀ ਰਹਿ, ਬਹੁਤ ਵਧੀਆ, ਬਹੁਤ ਥੈਂਕ ਯੂ। ਥੈਂਕ ਯੂ ਭਾਜੀ। ਦੋਸਤੋ ਆਪਾਂ ਹੁਣੇ ਦੁਬਾਰਾ ਫਿਰ 5 ਮਿੰਟ ਬਾਅਦ ਮਿਲਦੇ ਆ। ਸਾਡੇ ਨਾਲ 5 ਵਜੇ ਬਲਦੇਵ ਸਿੰਘ ਸੜਕਨਾਮਾ ਉਹ ਸਾਡੇ ਨਾਲ ਗੱਲਾਂ ਕਰਨਗੇ ਆਪਣੇ ਰੰਗਮੰਚ ਸਫ਼ਰ ਦੀਆਂ, ਕਲਕੱਤੇ ਤੋਂ ਲੈ ਕੇ ਮੋਗੇ ਤੱਕ ਦਾ ਰੰਗਮੰਚ ਸਫ਼ਰ ਜਿਹੜਾ ਉਹਨਾਂ ਦਾ, ਆਪਾਂ ਉਹਦੇ ਬਾਰੇ ਗੱਲਾਂ ਕਰਾਂਗੇ। ਸੋ ਬਹੁਤ ਸ਼ੁਕਰੀਆ, ਥੈਂਕ ਯੂ ਸੰਗੀਤਾ, ਫਿਰ ਮਿਲਦੇ ਆ। ਥੈਂਕ ਯੂ ਭਾਜੀ, ਥੈਂਕ ਯੂ ਵੈਰੀ ਮਚ।